ਉਹਦੇ ਕਰਕੇ ਹੀ ਦੂਰ ਲੱਗਦਾ। ਉਹ ਵੀ ਆਵਾਜ਼ ਹੈ, ਆਪਣੀ ਆਵਾਜ਼, ਆਪਣਾ ਜਿਹੜਾ ਮਨ ਦਾ ਸ਼ੋਰ ਹੈ ਸੁਣ ਨਹੀਂ ਦਿੰਦੀ। ਮਨ ਦੇ ਸ਼ੋਰ ਦੀ ਵਜ੍ਹਾ ਨਾਲ ਸੁਣਦੀ ਨਹੀਂ, ਐਂ ਲੱਗਦਾ ਵੀ ਕਿਤੇ ਦੂਰ ਹੈ। ਜੇ ਮਨ ਦਾ ਜਿਹੜਾ ਸ਼ੋਰ ਹੈ ਚੁੱਪ ਕਰ ਜਾਵੇ, ਮਨ ਬੋਲਣਾ ਬੰਦ ਹੋ ਜਾਵੇ, ਮਨ ਦੀ ਜਿਹੜੀ ਹੈ ਭਾਸ਼ਾ, ਮਨ ਦੀ ਆਵਾਜ਼ ਨੂੰ ਬੰਨ੍ਹ ਲਈਏ, ਜੇ ਰੋਕ ਲਈਏ, ਕਲਪਨਾ ਨੂੰ ਰੋਕ ਲਈਏ, ਬਾਹਰੋਂ ਸੁੰਦਰ ਜਿਹੜਾ ਹੈ ਰਾਮਈਆ, ਉਹਦੀ ਪ੍ਰਾਪਤੀ ਹੋ ਜੂਗੀ। ਸਿਰਫ ਆਪਣਾ ਜਿਹੜੀ ਮਰਜ਼ੀ ਹੈ, ਆਪਣੀ ਮਰਜ਼ੀ ਦੇ ਤਿਆਗ ਦੀ ਲੋੜ ਹੈ ਉਹਦੀ ਪ੍ਰਾਪਤੀ ਵਾਸਤੇ। ਜਿੰਨਾ ਚਿਰ ਆਪਣੀ ਵਿਚਾਰਧਾਰਾ ਜਿਹੜੀ ਆਪਣੀ ਮਨ ਦੀ ਕਲਪਨਾ ਦੀ ਨਦੀ ਹੈ, ਇਹ ਜਿੰਨਾ ਚਿਰ ਚੱਲਦੀ ਹੈ, ਇਹ ਫਿਰ ਬਾਹਰ ਨੂੰ ਚੱਲਦੀ ਹੈ, ਟੋਲਦੀ ਫਿਰਦੀ ਹੈ ਬਾਹਰ ਨੂੰ। ਜੇ ਰੁਕ ਜਾ ਫਿਰ ਉੱਥੇ ਹੀ ਹੈ, ਰੁਕ ਜਾ ਉੱਥੇ ਇਕੱਠਾ ਹੋ ਜਾਣਾ ਗਿਆਨ। ਰੁਕਣ ਦੇ ਨਾਲ ਪ੍ਰਾਪਤੀ ਹੈ। ਜਿਹੜਾ ਥੰਮ ਪਾੜ ਕੇ ਨਿਕਲਿਆ ਨਾ, ਥੰਮ ਜਦ ਮਨ ਮੰਦਰ ਵਿੱਚ ਮਨਸਾ ਥੰਮ ਜਾਂਦੀ ਹੈ, ਮਨ ਦੀ ਇੱਛਾ ਰੁਕ ਜਾਂਦੀ ਹੈ, ਉਹਦੇ ਇੱਛਾ ਦੇ ਵਿੱਚੋਂ ਹੀ ਪ੍ਰਾਪਤੀ ਹੁੰਦੀ ਹੈ। ਸ਼ਬਦ ਸੁਣਦਾ, ਥੰਮ ਦੇ ਵਿੱਚੋਂ ਹੀ ਸੁਣਦਾ। ਮਨ ਮੰਦਰ ਵਿੱਚ ਮਾਇਆ ਥੰਮ, ਮਨ ਮੰਦਰ ਵਿੱਚ ਮਨਸਾ ਦੀ ਥੰਮ ਹੈ ਜਿਹੜੀ, ਮਨਸਾ ਦੀ ਮਨ ਦੀ ਇੱਛਾ ਰੁਕ ਜਾਂਦੀ ਹੈ। ਮਨ ਦੀ ਇੱਛਾ ਦੇ ਵਿੱਚੋਂ ਹੀ ਪ੍ਰਗਟ ਹੁੰਦਾ। ਮਨ ਦੀ ਇੱਛਾ ਕੀ ਰੁਕਦੀ ਹੈ? ਧਿਆਨ ਟਿਕ ਜਾਂਦਾ ਅੰਦਰ, ਧਿਆਨ ਟਿਕ ਜਾਂਦਾ, ਧਿਆਨ ਟਿਕ ਜਾਂਦਾ ਹੈ। ਧਿਆਨ ਮੈਂ ਜਾਣਦੇ ਹੈ, ਫਿਰ ਧਿਆਨ ਚੋਂ ਹੀ ਜਾਣਿਆ ਜਾਂਦਾ। ਕਾਜੀ ਸੋ ਜੋ ਕਾਇਆ ਵਿਚਾਰੇ, ਕਾਇਆ ਕੀ ਅਗਨੀ ਬਰਮ ਪਰ ਜਾਰੇ। ਕਾਜੀ ਤਾਂ ਉਹਨੂੰ ਕਹਿ ਸਕਦੇ ਹਾਂ ਜਿਹੜਾ ਅੰਦਰਲੇ ਸਰੀਰ ਹੈ, ਕਾਇਆ ਹੈ। ਬਾਹਰਲਾ ਸਰੀਰ ਕਾਇਆ ਨਹੀਂ ਹੈਗੀ, ਹੈਗਾ। ਬਾਹਰਲਾ ਸਰੀਰ ਮਾਇਆ ਹੈ, ਅੰਦਰਲਾ ਸਰੀਰ ਕਾਇਆ। ਕਾਇਆ ਦੀ ਵਜ੍ਹਾ ਨਾਲ ਬਾਹਰਲਾ ਸਰੀਰ ਕੰਮ ਕਰਦਾ, ਹਿਲਦਾ, ਚੱਲਦਾ ਫਿਰਦਾ, ਜਿਉਂਦਾ। ਜੋ ਕਾਇਆ ਨਾ ਹੋਵੇ ਬਾਹਰਲਾ ਸਰੀਰ ਤਾਂ ਫਿਰ ਮਿੱਟੀ ਹੈ। ਜੋ ਕਾਇਆ ਦੇ ਵਿਚਾਰ ਕਰੀਏ, ਕਾਇਆ ਦੇ ਵਿਚਾਰੇ ਬ੍ਰਹਮ ਵਿਚਾਰ ਹੈ। ਗੁਰਬਾਣੀ ਕਾਇਆ ਦੀ ਵਿਚਾਰੇ ਕਰਦੀ ਹੈ, ਅੰਦਰਲੀ ਦੀ ਆਤਮ ਦਰਸ਼ਨ ਦੀ ਗੱਲ ਉਹਦੇ ਚ ਹੀ ਹੈ ਛੁਪੀ ਹੋਈ। ਕਾਜੀ ਤਾਂ ਉਹ ਕਾਇਆ ਵਿਚਾਰੇ। ਕਾਇਆ ਕੀ ਅਗਨ, ਦੇਖੋ ਸਰੀਰ ਦੇ ਵਿੱਚ ਮਾਇਆ ਦੇ ਵਿੱਚ ਅਗਨ ਹੈ। ਮਾਇਆ ਦੀ ਅਗਨ ਵੀ ਕਾਇਆ ਕਰਕੇ ਹੀ ਹੈ। ਜੇ ਅੰਦਰ ਆਤਮਾ ਹੈਗੀ, ਸਰੀਰ ਉਹਨਾਂ ਚਿਰ ਗਰਮ ਹੈ, ਆਤਮਾ ਨਿਕਲ ਗਈ, ਸਰੀਰ ਠੰਡਾ ਆਪੇ ਹੋ ਜਾਂਦਾ। ਤਾਂ ਅਗਨ ਤਾਂ ਫਿਰ ਕਾਇਆ ਦੇ ਵਿੱਚ ਹੋਈ ਨਾ। ਕਾਇਆ ਦੀ ਜਿਹੜੀ ਭੁੱਖ ਹੈ ਨਾ, ਭੁੱਖ ਉਹੀ ਅਗਨ ਹੈ ਦੀ। ਜੇ ਕਹਿੰਦੇ ਅਗਨ ਨਾ ਹੋਵੇ ਤਾਂ ਭੁੱਖ ਨਹੀਂ ਲੱਗਦੀ। ਬੇਦੇ ਦੀ, ਉਹ ਬੇਦੇ ਦੀ ਅਗਨੀ ਹੋਰ ਚੀਜ਼ ਹੈ। ਸਾਡੇ ਅੰਦਰ ਜਿਹੜਾ ਕ੍ਰੋਧ ਹੈ, ਇਹ ਅਗਨ ਹੈ। ਮੋਹ ਹੈ, ਇਹਦੇ ਵਿੱਚ ਵੀ ਅੱਗ ਹੈ। ਲੋਭ ਹੈ, ਸਭ ਕੁਛ ਅੱਗੇ ਹੈ। ਅਗਨ ਸਾਗਰ ਹੈ ਸਾਰਾ, ਮਾਇਆ ਅੱਗੇ ਹੈ। ਜਿੰਨਾ ਚਿਰ ਮਾਇਆ ਨੂੰ ਸਪਰਸ਼ ਹੈ ਆਤਮਾ ਦਾ, ਮਨ ਦਾ, ਮਾਇਆ ਦੀ ਇੱਛਾ ਹੈ, ਮਾਇਆ ਦੀ ਇੱਛਾ ਹੀ ਅੱਗ ਹੈ। ਮਾਇਆ ਅਗਨ ਸਭ ਇੱਕੋ ਜਿਹੀ, ਮਾਇਆ ਕਰਕੇ ਅੱਗ ਹੈ। ਜੇ ਮਾਇਆ ਦੀ ਅੱਗ ਜੇ ਬ੍ਰਹਮ ਦੇ ਨਾਲ ਲੀਨ ਹੋ ਜਵੇ, ਇਹ ਮਾਇਆ ਦੀ ਅਗਰ ਜਿਹੜੀ ਬੁਝ ਜਾਂਦੀ ਹੈ। ਕਾਇਆ ਕੀ ਅਗਨ ਬ੍ਰਹਮ ਪਰ ਜਾਰੇ। ਹਾਂ, ਬ੍ਰਹਮ ਦੇ ਨਾਲ, ਬ੍ਰਹਮ ਜਾਣ ਦਿੰਦਾ, ਉਹਨੂੰ ਛਡਾ ਦਿੰਦਾ ਬ੍ਰਹਮ। ਫਿਰ ਉਹ ਅੱਗ ਮਾਇਆ ਦੀ ਇਹਨੂੰ ਕੁਛ ਕਹਿੰਦੀ। ਜੇ ਬ੍ਰਹਮ ਦੇ ਨਾਲ ਆਪਣੇ ਮੂਲ ਨਾਲ ਜੁੜ ਜਾਵੇ, ਮਾਇਆ ਦੀ ਅੱਗ ਨੂੰ ਫਿਰ ਸਾੜਦੀ ਦੀ, ਦੁਖੀ ਨਹੀਂ ਕਰਦੀ। ਤ੍ਰਿਸ਼ਨਾ ਜਿਹੜੀ ਹੈ ਇਹਨੂੰ ਪਰੇਸ਼ਾਨ ਨਹੀਂ ਕਰਦੀ। ਫਿਰ ਤ੍ਰਿਸ਼ਨਾ ਦਾ ਅਸਰ ਨਹੀਂ ਹੁੰਦਾ ਫਿਰ ਇਹਦੇ ਤੇ, ਜੇ ਆਪਣੇ ਮੂਲ ਨਾਲ ਜੁੜਿਆ ਰਹੇ, ਟਿਕ ਜਾਵੇ। ਸੁਪਨੇ ਬਿੰਦ ਨਾ ਦੇਈ ਝਰਨਾ, ਤਿਸ ਕਾਜੀ ਕੋ ਜਰਾ ਨਾ ਮਰਨਾ। ਸੁਪਨੇ ਵਿੱਚ ਇੱਕ ਸਕਿੰਟ ਵਾਸਤੇ ਵੀ ਮਨ ਨੂੰ ਆਪਣੇ ਮੂਲ ਨੂੰ ਅੱਡ ਨਾ ਹੋਣ ਦੇਵੇ। ਝੜ ਜਾਣਾ, ਆਪਣੇ ਅੱਡ ਹੋ ਜਾਣਾ ਮੂਲ ਤੋਂ। ਜਿਵੇਂ ਮਨ, ਜਿਵੇਂ ਕਿਸੇ ਬਿਰਛ ਦਾ ਫਲ ਤੋਂ ਝੜ ਜਾਂਦਾ, ਅੱਡ ਹੋ ਜਾਂਦਾ। ਇਹ ਮਨ ਅੱਡ ਹੋ ਗਿਆ। ਨਾਮ ਦੀ ਭੁੱਖ ਮਰ ਗਈ ਇਹਦੀ। ਨਾਮ ਦੀ ਭੁੱਖ ਜਾਂ ਜਾਗੂਗੀ ਫਿਰ ਨਹੀਂ ਛੱਡਦਾ ਇਹ। ਨਾਮ ਦੀ ਭੁੱਖ ਲਗਾਤਾਰ ਇਹਨੂੰ ਲੈਣੀ ਚਾਹੀਦੀ ਹੈ।
ਨਾਮ ਦੀ ਪ੍ਰਾਪਤੀ ਆਪਣੇ ਮੂਲ ਤੋਂ ਰਸ ਦੀ। ਤੇ ਸੁਪਨੇ 'ਚ ਇੱਕ ਸਕਿੰਟ ਵਾਸਤੇ ਵੀ ਇਹਨੂੰ ਅਲੱਗ ਨਾ ਹੋਣ ਦੇਵੇ, ਆਪਣਾ ਮੂਲ ਲਓ, ਵੱਖਰਾ ਨਾ ਹੋਵੇ, ਨਹੀਂ ਝਲਣਾ। ਤਿਸ ਕਾਜੀ ਕੋ ਜਰਾ ਨਾ ਮਾਰਨਾ। ਜਰਾ ਰੋਗ ਤਾਂ ਸਰੀਰ ਨੂੰ ਹੈ, ਮਾਇਆ ਜਦੋਂ ਆਪਣੇ ਮੂਲ ਨੂੰ ਛੱਡਦਾ ਤਾਂ ਤ੍ਰਿਕੁਟੀ ਜੁੜ ਜਾਂਦਾ ਹੈ, ਸਰੀਰ ਨਾਲ ਜੁੜ ਜਾਂਦਾ ਹੈ, ਸਰੀਰ ਨਾਲ ਜੁੜਦਾ ਹੀ ਜਰਾ ਰੋਗ ਹੈ। ਸਰੀਰ ਨੂੰ ਜਰਾ ਰੋਗ ਹੈ, ਇਹਨੂੰ ਤਾਂ ਹੈ ਨਹੀਂ। ਜੇ ਆਪਣੇ ਮੂਲ ਨਾਲ ਜੁੜਿਆ ਰਵੇ, ਨਾ ਇਹਨੂੰ ਜਰਾ ਰੋਗ ਹੈ, ਨਾ ਇਹਦਾ ਮਰਨਾ। ਨਾਨਕ ਬੰਦਾ ਕਰਤਾ ਹਾਂ ਜਿੱਥੇ ਬਿਰਤ ਨਾ ਜਨਮ ਜਰਾ, ਨਾ ਜਨਮ ਹੈ ਨਾ ਜਰਾ, ਉੱਥੇ ਮੌਤ ਵੀ ਹੈ ਨਹੀਂ। ਅਸਲ 'ਚ ਜਦ ਆਪਣੇ ਮੂਲ ਨਾਲ ਜੁੜ ਜਾਂਦਾ ਫਿਰ ਇਹਦੀ ਮੌਤ ਹੈ ਨਹੀਂ। ਸਰੀਰ ਰਹੇ ਜਾਂ ਨਾ ਰਹੇ, ਸਰੀਰ ਨਾਲ ਮੌਤ ਦਾ ਜ਼ਿੰਦਗੀ ਦਾ ਕੋਈ ਸੰਬੰਧ ਨਹੀਂ ਹੈ। ਸਰੀਰਕ ਮੌਤ, ਸਰੀਰਕ ਜ਼ਿੰਦਗੀ ਹੋਰ ਚੀਜ਼ ਹੈ, ਸੰਸਾਰੀ ਜੀਵਨ ਹੈ। ਇਹ ਸੰਸਾਰੀ ਲੋਕਾਂ ਦਾ ਜੀਵਨ ਬਣਨਾ ਜਿਹੜਾ ਅਸੀਂ ਕਹਿੰਦੇ ਹਾਂ। ਜਰਾਕਾਰੀ ਦੁਨੀਆ 'ਚ ਜੀਵਨ ਬਣਨਾ ਨਹੀਂ ਹੁੰਦਾ ਹੈ। ਇਹ ਜੀਵਨ ਬਣਨ ਨੂੰ ਜੀਵਨ ਬਣਨਾ ਨਹੀਂ ਬੰਦੇ। ਉਹ ਤਾਂ ਇਹ ਹੈ ਬਈ ਸਰੀਰ ਕੱਪੜਾ ਬਦਲਦਾ, ਉਹਨਾਂ ਵਾਸਤੇ ਕੱਪੜਾ ਬਦਲਣਾ ਹੀ ਹੈ, ਸਾਡੇ ਵਾਸਤੇ ਜਮਣਾ ਬਦਲਣਾ। ਉਹਨਾਂ ਵਾਸਤੇ ਤਾਂ ਕੱਪੜਾ ਬਦਲਣਾ ਹੀ ਹੈ ਜਿਹਨਾਂ ਨੂੰ ਦੀਦਾ ਹੈ। ਸਾਡੇ ਵਾਸਤੇ ਪੂਰਾ ਜੀਵਨ ਲੱਗਦਾ, ਸਾਨੂੰ ਵੱਖਰੀ ਗੱਲ ਲੱਗਦੀ ਹੈ ਸਾਰੀ, ਕਿਉਂ ਪਿਛਲੇ ਅਗਲੇ ਜੀਵਨ ਜਨਮਾਂ ਦਾ ਪਤਾ ਨਹੀਂ ਨਾ ਹੈ। ਜਿਹਨਾਂ ਨੂੰ ਸਾਰਾ ਚਾਨਣਾ ਉਹਨਾਂ ਨੂੰ ਇਹ ਕੱਪੜਾ ਬਦਲ ਵਾਂਗੂ ਲੱਗਦਾ। ਸੋ ਸੁਲਤਾਨ ਜੋ ਦੋਏ ਸਰ ਤਾਨੇ। ਸੁਲਤਾਨ ਨੂੰ ਸੁਲਤਾਨ ਲਿਖਿਆ ਹੈ। ਸੁਰ ਹੁੰਦੀ ਹੈ, ਦੋ ਸੁਰਾਂ ਨੇ ਸਾਡੀਆਂ, ਇੱਕ ਮਨ ਦੀ ਸੁਰ ਹੈ, ਇੱਕ ਚਿੱਤ ਦੀ ਸੁਰ ਹੈ, ਇੱਕ ਆਪਾਂ ਵਿਰੋਧੀ ਦੋ ਸੁਰਾਂ ਨੇ। ਸੁਲਤਾਨ ਕੌਣ ਹੈ? ਸੁਲਤਾਨ ਲਫ਼ਜ਼ ਤੋਂ ਹੀ ਸੁਲਤਾਨ ਲਫ਼ਜ਼ ਬਣਿਆ ਹੈ। ਬਾਅਦ 'ਚ ਸੁਲਤਾਨ ਲਫ਼ਜ਼ ਸੁਲਤਾਨ ਤੋਂ ਬਣਿਆ ਹੈ। ਜਿਹੜੀ ਦੋਏ ਸੁਰਾਂ ਨੂੰ ਇੱਕ ਕਰ ਲਵੇ ਸੁਲਤਾਨ ਹੋ ਗਿਆ। ਜਿਹਦੀਆਂ ਦੋ ਸੁਰਾਂ ਅੱਡੋ ਅੱਡ ਨੇ, ਜਿਹੜੀਆਂ ਇੱਕੋ ਹੋ ਜਾਣ, ਉਹ ਸੁਲਤਾਨ ਹੋ ਗਿਆ। ਦੋਈ ਸੁਰ ਤਾਨੇ, ਦੋਈ ਸੁਰ ਸਰ ਤਾਨੇ, ਸੋ ਸੁਰ ਦੋਈ ਸਾਰੇ ਤਾਨੇ। ਜਿਹੜੀ ਦੋਈ ਸੁਰ ਹੈ, ਮਾਇਆ ਹੈ, ਦੋਈ ਮਾਇਆ ਹੈ, ਇਹਦੇ ਤੇ ਤਲਵਾਰ ਤਾਣ ਕੇ ਰੱਖੇ। ਸਰ ਧਨ ਖਰੂ ਵੀ ਕਹਿੰਦੇ ਨੇ। ਇਹਦੇ ਤੇ ਨਿਸ਼ਾਨਾ ਰੱਖੇ ਤੀਰ ਦਾ, ਵੀ ਇਹਨੂੰ ਬੋਲਣ ਨਹੀਂ ਦੇਣਾ। ਪਹਿਲੀ ਦੋਈ ਸੁਰ ਮਨ ਚੋਂ ਨਿਕਲਦੀ ਹੈ ਨਾ, ਮਨ ਦਾ ਧਿਆਨ ਰੱਖੇ ਵੀ ਮਨ ਬੋਲੇ ਨਾ। ਮਨ ਦਾ ਧਿਆਨ ਰੱਖਣਾ ਹੈ, ਔਰ ਪਰਮੇਸ਼ਰ ਦਾ ਧਿਆਨ ਹੈ, ਰੱਬ ਦਾ ਧਿਆਨ ਹੈ, ਹੋਰ ਕਿਸੇ ਦਾ ਧਿਆਨ ਰੱਖਣ ਦੀ ਲੋੜ ਨਹੀਂ। ਗੜਬੜ ਦਾ ਮਨ ਕਰਦਾ, ਧਿਆਨ ਕਿਸੇ ਹੋਰ ਦਾ ਰੱਖੀਏ। ਇਹਨੂੰ ਬੋਲਣ ਨਹੀਂ ਦੇਣਾ, ਇਹਨੂੰ ਇਸ ਮਾਇਆ ਦੀ ਭੁੱਖ ਨਹੀਂ ਪੈਦਾ ਹੋਣ ਦੇਣੀ। ਦੋਈ ਸਰ ਤਨ, ਸਰ ਤੀਰ ਤਾਣ ਕੇ ਰੱਖੇ ਤੇ ਸਿਰ ਤੇ, ਉਹਨੂੰ ਐਵੇਂ ਜੇ ਬੋਲਿਆ ਤਾਂ ਤੀਰ ਸੁੱਟ ਜਾਣਾ। ਜੇ ਤੀਰ ਤਣਿਆ ਹੋਇਆ, ਮੂੰਹ ਖੋਲਿਆ ਤੀਰ ਵੱਜਣਾ, ਮੂੰਹ ਦੇ ਵਿੱਚ ਵੱਜਣਾ, ਲਫ਼ਜ਼ ਮੂੰਹ 'ਚ ਰਹਿ ਜਾਣਾ। ਦੋਈ ਸਰ ਤਨ। ਬਾਹਰ ਜਾਤਾ ਭੀਤਰ ਆਨਾ। ਜੇ ਮੂੰਹ 'ਚੋਂ ਬਾਹਰ ਨਿਕਲੂ ਗੱਲ ਬਾਹਰ ਜਾਊਗੀ, ਮੂੰਹ 'ਚੋਂ ਨਿਕਲ ਕੇ ਜੇ ਬੋਲੂਗਾ ਬਾਹਰ ਨੂੰ ਜਾਊ ਗੱਲ, ਮਨ ਵੀ ਬਾਹਰ ਜਾਊਗਾ। ਬਾਹਰ ਤੀਰ ਦੇ ਕੇ ਵੀ ਬਣਾਉਂਦਾ। ਜਿਵੇਂ ਕੋਈ ਚੂਹਾ ਖੱਡ 'ਚੋਂ ਬਾਹਰ ਨਿਕਲਣ ਲੱਗਦਾ, ਕੋਈ ਬੰਦਾ ਇਹ ਬਿੱਲੀ ਖੜੀ ਹੈ ਮੂਹਰੇ, ਜਾਂ ਕੋਈ ਡੰਡਾ ਲਈ ਖੜਾ, ਬੜਾ ਜਿਹਾ ਜਦ ਦੇਖ ਲੈਂਦਾ ਵੀ ਉਹਦਾ ਖੜਾ ਜਿਆਦਾ ਪਿੱਛੇ ਮੁੜ ਜਾਂਦਾ। ਦੇਖਦਾ ਨਾ ਹੋ ਵੀ ਪਹਿਲਾਂ ਤਾਂ ਮਸਾਂ ਬਚ ਕੇ ਵਿੱਚ ਬੜੇ ਖੱਡ 'ਚ, ਜਦੋਂ ਦੇਖ ਲੈਂਦਾ ਵੀ ਇਹ ਤਾਂ ਉੱਥੇ ਖੜਾ, ਜਦੋਂ ਪਿੱਛੇ ਮੁੜ ਜਾਂਦਾ। ਐ ਜਾਂ ਮਨ ਬੋਲਣ ਲੱਗਦਾ, ਜੇ ਤਾਣਿਆ ਹੋਇਆ ਹੋਵੇ ਨਾ ਤੀਰ ਇਹਦੇ ਸਿਰ ਤੇ, ਬਸ ਜਦੋਂ ਲੱਗ ਜਾਂਦਾ ਅੰਦਰ, ਸਿਰ ਕੱਢਦਾ ਹੀ ਨਹੀਂ ਬਾਹਰ। ਦੋਈ ਸਰ ਤਨ, ਬਾਹਰ ਜਾਤਾ ਭੀਤਰ ਆਨਾ। ਫਿਰ ਬਾਹਰ ਨਹੀਂ ਬਣ ਜਾਂਦਾ। ਉਹਨੂੰ ਪਤਾ ਬਾਹਰ ਜਾਂਦੇ ਸਾਰੇ ਫੜੇ ਜਾਣ। ਹਿਰਦੇ 'ਚ ਬਾਹਰ ਨਿਕਲਿਆ, ਮੂਲ ਛੁੱਟਿਆ, ਜਦੇ ਫੜਿਆ ਜਾਣਾ। ਤੋਤੇ ਨੇ ਥੋੜਾ ਜਿਹਾ ਪਿੰਜਰੇ 'ਚ ਬਾਹਰ ਨਿਕਲੀ ਸਰੀ, ਜਦੋਂ ਬਿੱਲੇ ਨੇ ਫੜ ਲੈਣੀ। ਫਿਰ ਨਹੀਂ ਅੰਦਰ ਵੜਦੀ ਸਰੀ। ਹਾਂਜੀ। ਗगन मंडल में लश्कर करे, सो सुल्तान सदर सिर धरै। गगन मंडल में लश्कर करे। गगन मंडल किया, गगन मंडल हृदय। गगन मंडल बहुत विशाल जगह है,
ਬਥੇਰੀ ਖੁੱਲੀ ਜਗ੍ਹਾ, ਬਾਹਰ ਨੂੰ ਜ਼ਿਆਦਾ ਜਗ੍ਹਾ ਗਗਨ ਮੰਡਲ ਚ। ਬਾਹਰ ਏਡਾ ਹੀ ਮੰਡਲ ਅੰਦਰ ਹੈ ਜਿੰਨਾ ਬਾਹਰ ਹੈ। ਜਿੰਨਾ ਗਗਨ ਬਾਹਰ ਸੀ ਤਾਂ ਏਡਾ ਹੀ ਅੰਦਰ ਹੈ, ਪਰ ਅੰਦਰ ਵਾਲਾ ਖਾਲੀ ਹੈ, ਬਾਹਰ ਵਾਲੇ ਚ ਬਹੁਤ ਕੁਛ ਹੈ ਭਰਿਆ ਹੋਇਆ। ਬਾਹਰ ਵਾਲੇ ਤਾਂ ਚੰਦ ਸੂਰਜ ਤਾਰੇ ਸਭ ਕੁਝ ਵਿੱਚ ਭਰਿਆ ਹੈ, ਧਰਤੀ ਵਿੱਚ ਹੈ। ਉਹ ਤਾਂ ਹੁਣ ਜਿੰਨੇ ਸਮਝ ਬਾਹਰ ਸੌਦਾ ਹੋਰ ਪਿਆ ਹੈ। ਉੱਥੇ ਤਾਂ ਉਹਦਾ ਤਾਂ ਜਗ੍ਹਾ ਘਿਰੀ ਹੋਈ ਹੈ, ਅੰਦਰਲਾ ਸਾਰਾ ਖਾਲੀ ਹੋ ਪਿਆ। ਜੈਸੇ ਧੜ ਉੱਪਰ ਆਕਾਸ਼, ਏਦਾਂ ਹੀ ਗਗਨ ਮੰਡਲ ਅੰਦਰ ਹੈ, ਏਦਾਂ ਹੀ ਬਾਹਰ ਹੈ। ਅੰਦਰ ਵਾਲਾ ਜਿਹੜਾ ਗਗਨ ਮੰਡਲ ਹੈ ਉਹ ਖਾਲੀ ਹੈ, ਵੇਲਾ ਥਾਂ। ਉੱਥੇ ਫਿਰ ਕਹਿੰਦੇ ਲਸ਼ਕਰ ਉੱਥੇ ਕਰ ਇਕੱਠਾ ਫੌਜਾਂ। ਲਸ਼ਕਰ ਆਉਂਦਾ, ਫੌਜਾਂ ਇਕੱਠੀਆਂ ਕਰਦੀਆਂ। ਕਾਹਦੀਆਂ ਫੌਜਾਂ? ਗੁਣਾਂ ਦੀਆਂ। ਗੁਣਾਂ ਦੀ ਫੌਜ ਉੱਥੇ ਇਕੱਠੀ ਕਰ, ਉਹ ਕੁਲਛੇਤਰ ਬਣਨਾ, ਉਹੀ ਕੁਲ ਦਾ ਖੇਤਰ ਬਣਨਾ। ਹਿਰਦੇ ਜੀ ਲੜਾਈ, ਕੁਲ ਖੇਤ ਉਹੀ ਹੈ। ਖੇਤ ਹੈ ਜਿੱਥੇ ਮਨ ਜਿੱਤਣਾ। ਮਨ ਜਿੱਤਿਆ ਜਾਣਾ, ਚੇਤਰ ਮਨ ਦੋਵੇਂ ਭਾਈ ਹੋ ਨੇ, ਇੱਕ ਦੇ ਰੋਲ ਨੇ। ਇਹਨਾਂ ਦਾ ਜੰਗ ਇੱਥੇ ਹੀ ਹੈ, ਗਗਨ ਮੰਡਲ ਮੈਂ ਲਸ਼ਕਰ ਕਰੇ, ਗੁਣਾਂ ਦੀ ਫੌਜ ਇਕੱਠੀ ਕਰੇ। ਕਿਹਦੇ ਨਾਲ? ਚੇਤਨਾ ਮਿਲ ਕੇ ਕਰੇ ਦੋਏ। ਇੱਥੇ ਔਗਣ ਜਿੱਤੇ ਜਾਣੇ ਨੇ। ਦੇਖੋ ਮਨ ਨਹੀਂ ਜਿੱਤਿਆ ਜਾਣਾ, ਇੱਥੇ ਮਨ ਤਾਂ ਜਿੱਤਿਆ ਹੋਇਆ, ਮਨ ਤਾਂ ਬਾਹਰ ਨਿਕਲਦਾ ਨਹੀਂ। ਮਨ ਪਹਿਲਾਂ ਜਿੱਤਿਆ ਗਿਆ, ਹੁਣ ਕੀ ਜਿੱਤਣਾ? ਹੁਣ ਕਾਲ ਪੁਰਖ ਕਾ ਮਰਦਾ ਮਨ, ਔਗਣਾਂ ਦੀ ਫੌਜ ਜਿੱਤਣੀ ਹੈ। ਅਸਲ ਚ ਔਗਣਾਂ ਦੀ ਫੌਜ ਦਾ ਮਾਲਕ ਕਾਲ ਹੈ। ਅਸਲ ਤਾਂ ਔਗਣਾਂ ਦੀ ਫੌਜ ਦਾ ਮਾਲਕ ਕਾਲ ਹੈ। ਕਲਪਨਾ ਵੀ ਉਹਦੀ ਭੇਜੀ ਹੋਈ ਹੈ, ਕਲਪਨਾ ਵੀ ਉਸੇ ਦੀ ਹੋਈ ਹੈ। ਕਾਲ ਦੀ ਉਹ ਕਲਪਨਾ, ਕਲਪਨਾ ਤਾਂ ਕਾਲ ਹੈ, ਉਹਦੀ ਸ਼ਕਤੀ ਦਾ ਨਾਮ ਹੈ ਕਲਪਨਾ। ਔਰ ਸ਼ਕਤੀ ਕੀ ਹੈ? ਇੱਕ ਦੋ ਹੀ ਸ਼ਕਤੀ ਹੈ, ਸੱਚੀ ਬਾਣੀ, ਕਲਪਨਾ ਝੂਠੀ ਬਾਣੀ। ਗੁਣਾਂ ਦਾ ਮਾਲਕ, ਗੁਣਾਂ ਦਾ ਮਾਲਕ ਅਕਾਲ ਹੈ। ਅਕਾਲ ਹੈ, ਅਕਾਲ ਦੇ ਜਿਹੜੇ ਗੁਣ ਨੇ ਉਹਨਾਂ ਤੇ ਕਾਲ ਦਾ ਪ੍ਰਹਾਰ ਨਹੀਂ ਹੁੰਦਾ। ਆਪਣੇ ਗੁਣ ਨੇ ਉਹ ਗੁਣਾਂ ਨੂੰ ਤਾਂ ਕੁਛ ਕਹਿਣਾ ਨਹੀਂ, ਕਹਿਣਾ ਹੀ ਉਹ ਗੁਣਾਂ ਨੂੰ। ਦਵਾਈ ਵੀ ਜਿਹੜੀ ਸਪਰੇਅ ਕਰਦੇ ਆਪਾਂ ਫਸਲ ਨੂੰ ਤਾਂ ਕੁਛ ਕਹਿੰਦੀ ਨਹੀਂ। ਫਸਲ ਦੇ ਵਿਰੋਧੀ ਜੋ ਚੀਜ਼ ਹੈ ਉਸ ਨੂੰ ਕਹਿੰਦੀ ਹੈ ਕੁਛ, ਫਸਲ ਨੂੰ ਨਹੀਂ ਕੁਛ ਕਹਿੰਦੀ। ਉਹ ਗੁਣ ਤਾਂ ਫਸਲ ਨੇ, ਫਸਲ ਨਹੀਂ ਹੋ ਰਹੀ। ਉਹ ਜਿਹੜੇ ਨੇ ਗੁਣਾਂ ਦੀ ਫਸਲ ਨੂੰ ਪਕੜ ਨਹੀਂ ਦਿੰਦੇ। ਗੁਣਾਂ ਦੀ ਫਸਲ ਦਾ ਝਾੜ ਘਟਾਈ ਜਾਂਦੇ ਨੇ, ਇਹਨਾਂ ਦੀ ਸ਼ਕਤੀ ਘਟਾਈ ਜਾਂਦੇ ਨੇ। ਗੁਣਾਂ ਨੂੰ ਫਲ ਨਹੀਂ ਲੱਗਦਾ, ਫਲ ਗੁਣਾਂ ਦੀ ਫਸਲ ਨੂੰ ਫਲੇ ਲੱਗੂਗਾ। ਜਿਹੜਾ ਫਲ ਗੁਣ ਲਫ਼ਜ਼ ਹੈ ਨਾ, ਫਲ ਗੁਣ ਦਾ ਮਹੀਨਾ, ਉਹ ਗੁਣਾਂ ਨੂੰ ਫਲ ਲੱਗਣ ਦੀ ਗੱਲ ਉੱਥੇ। ਫਲ ਗੁਣ ਆਨੰਦ ਉਪਾਰ ਜਨਾ, ਜਿਹੜੇ ਜਨਾਂ ਦੇ ਗੁਣ ਤੇ ਉਹਨੂੰ ਫਲ ਲੱਗਦਾ, ਫਸਲ ਫਿਰ ਆ ਜਾਂਦੀ ਹੈ, ਮਾਲਾ ਮਾਲ ਹੋ ਜਾਂਦਾ। ਜਦ ਫਸਲ ਆਊ ਤਾਂ ਹੀ ਕੁਛ ਆਉਣਾ ਹੈ ਖੇਤੀ ਚ। ਪਹਿਲਾਂ ਤਾਂ ਖਰਚਾ ਹੀ ਖਰਚਾ ਸਾਰਾ। ਫਲ ਪੈਦੇ ਹੀ ਕੁਛ ਪ੍ਰਾਪਤੀ ਹੈ, ਜੇ ਫਲੇ ਨਹੀਂ ਪਿਆ ਪ੍ਰਾਪਤੀ ਕਰਦੀ ਹੈ ਖੇਤੀ ਚ। ਫਿਰ ਉਹ ਤਿਲਾਂ ਦਾ ਕੱਢਦਾ ਵੀ ਨਹੀਂ, ਮਾਲਕ ਵੀ ਨਹੀਂ ਕੱਢਦਾ। ਜੇ ਵਿੱਚ ਤਿਲ ਦੀ ਜਗ੍ਹਾ ਸਵਾਹ ਹੋਵੇ, ਬੂਟੇ ਬਥੇਰੇ ਤਕੜੇ ਹੋਣ ਚਾਹੇ, ਜੇ ਫਲ ਨਾ ਹੋਵੇ, ਵਿੱਚ ਤਿਲ ਦੇ ਵਿੱਚ ਤੇਲ ਨਾ ਹੋਵੇ, ਮਾਲਕ ਕਹਿੰਦੇ ਛੱਡੋ ਪਰੇ, ਕੀ ਵੱਢ ਕੇ ਕਰਾਂਗੇ ਇਹਨਾਂ ਨੂੰ ਘਰ। ਖੇਤ ਚ ਛੱਡ ਦਿੰਦਾ ਮਾਲਕ। ਫਲ ਵਾਲੇ ਦੀ ਘਰ ਹੈ, ਫਲ ਵਾਲੇ ਘਟ ਜਾਂਦਾ। ਫਲੇ ਹੈ ਕਹਿੰਦਾ ਇੱਕ ਸ਼ਬਦ ਹੈ, ਕਹਿੰਦਾ 100 ਸ਼ਬਦ ਹੈ। ਫਲੇ ਹੈ ਚਲੇ ਤਾਂ ਘਰੇ ਇੱਕ ਫਲ ਹੈ, ਤਾਂ ਵੀ ਅਗਲੇ ਨੇ ਜਾਣਾ ਤਾਂ ਘਰੇ ਹੈ। ਉਹ ਵੀ ਫਲ ਤਾਂ ਫਲੇ ਹੈ। ਹਾਂਜੀ, ਗगन मंडल में लश्कर करे 100 सुरतान सतर ਸ਼ਰਤ ਜਿਹੜਾ ਗਗਨ ਮੰਡਲ ਦੇ ਵਿੱਚ, ਹਿਰਦੇ ਦੇ ਵਿੱਚ ਔਗਣਾਂ ਨਾਲ ਲੜਦਾ ਰਹੇ, ਔਗਣਾਂ ਨੂੰ ਜਿੱਤ ਲਵੇ। ਇਹ ਲੜਾਈ ਜਿੱਤੀ ਦੇ ਬਾਅਦ ਛਤਰਪਤੀ ਰਾਜਾ, ਇਹ ਛਤਰਪਤੀ ਪਾਸਾ, ਫਿਰ ਗਰੀਬ ਨਵਾਜ ਗੁਸਈਆਂ ਸਿਰ ਤੇ ਛਤਰ ਧਰਦਾ। 100 ਸੁਲਤਾਨ ਛਤਰ, ਉਹ ਸੁਲਤਾਨ ਹੋ ਜਾਂਦਾ। ਸੁਲਤਾਨ ਕੌਣ ਹੁੰਦਾ? ਸਿਰ ਸ਼ਾਹ, ਬਾਦਸ਼ਾਹ, ਉਹਨੂੰ ਸੁਲਤਾਨ ਕਹਿੰਦੇ ਨੇ।
ਛੋਟੇ ਰਾਜਿਆਂ ਦੇ ਉੱਤੇ। ਜਿਹੜਾ ਸ਼੍ਰੋਮਣੀ ਰਾਜਾ ਹੁੰਦਾ ਉਹ ਸੁਲਤਾਨ ਹੁੰਦਾ। ਦੂਏ ਰਾਜੇ ਕਿਹੜੇ ਨੇ? ਛੋਟੇ ਛੋਟੇ, ਉਹ ਜਿਹੜੀਆਂ ਮੱਤਾਂ ਨੇ ਛੋਟੀਆਂ ਛੋਟੀਆਂ, ਜਿੰਨੀਆਂ ਵੀ ਛੋਟੀਆਂ ਮੋਟੀਆਂ ਮੱਤਾਂ ਨੇ, ਜਿਹਨਾਂ ਦੀ ਮਾਨਤਾ ਹੈ ਲੋਕਾਂ 'ਚ, ਅਛਾਈਆਂ ਉਹਨਾਂ 'ਚ ਵੀ ਹਨ, ਚਾਹੇ ਥੋੜੀਆਂ ਨੇ, ਉਹਨਾਂ ਦੀ ਵੀ ਤਾਂ ਮਾਨਤਾ ਹੈ। ਉਹ ਜੇ ਰਾਜਾ ਛੋਟੇ ਛੋਟੇ ਦੀ ਮਾਨਤਾ ਸਹੀ, ਜਿੰਨੀ ਕੁ ਉਹਦੀ ਪਬਲਿਕ ਉਹਦੀ ਕੁ ਮਾਨਤਾ ਤਾਂ ਉਹਦੀ ਹੈ। ਉਹ ਇਹ ਸ਼ਾਹ ਨੇ ਛੋਟੇ ਛੋਟੇ, ਸ਼ੇਰਸ਼ਾਹ ਉਹ ਪਾਤਸ਼ਾਹ। ਸਾਰਿਆਂ ਨੂੰ ਗਿਆਨ ਹੈ, ਸਾਰਿਆਂ ਵਾਸਤੇ ਗਿਆਨ ਗੁਰਬਾਣੀ ਕੋਲ ਹੈ। ਹੋਰ ਵੀ ਛੋਟੇ ਛੋਟੇ ਹੈਗੇ ਨੇ ਕੈਟਾਗਰੀਆਂ, 3 ਕੈਟਾਗਰੀਆਂ ਤੋਂ ਥੱਲੇ ਵੀ ਨੇ ਨਾ। ਰੋੜਾ ਹੋਰਾ ਬਾਟਕਾ ਵਾਲੀ ਵੀ ਕੈਟਾਗਰੀ ਇੱਕ, ਉਹਦੇ ਵੀ ਨੀਵੇਂ ਉੱਚੇ ਛੋਟੇ ਤੋਂ ਬੜੇ ਹੈਗੇ ਨੇ। ਫਿਰ ਅੱਗੇ ਧਰਤੀ ਉੱਤੇ ਖੇ ਵਾਲੇ ਨੇ, 2 ਕੈਟਾਗਰੀ ਹੈ। ਕੈਟਾਗਰੀ ਇੱਕ ਆ, ਵੈਰਾਈਟੀਆਂ ਬਹੁਤ ਨੇ। ਕੈਟਾਗਰੀ 'ਚ ਵੈਰਾਈਟੀਆਂ ਅੱਡ ਅੱਡ ਨੇ। ਫਿਰ ਕੈਟਾਗਰੀ ਹੈ, ਉਹ 'ਚ ਵੈਰਾਈਟੀਆਂ ਨੇ। ਇਸ ਕਰਕੇ ਹਜ਼ਾਰਾਂ ਦੇ ਵਿੱਚ ਚਲੀਆਂ ਜਾਂਦੀਆਂ ਨੇ ਮੱਤਾਂ। ਫਿਰ ਉਹ ਜਿਹੜਾ ਕੰਨਿਆ ਨਾ 10,000 ਕੰਨਿਆ, ਉਹ ਇਸੇ ਨੂੰ ਕਿਹਾ ਹੋਇਆ ਕੰਨਿਆ, ਔਰ ਕੰਨਿਆ ਕਾਨੂੰਨ ਹੈ 10,000। ਉਹ ਮੱਤਾਂ ਕੰਨਿਆ ਹੀ ਹੈ, ਉਹ ਮੱਤਿਆ ਕੰਨਿਆ ਹੀ, ਮੱਤ ਕੰਨਿਆ ਹੀ ਹੁੰਦੀ ਆ, ਹੋਰ ਕੀ ਹੁੰਦੀ ਆ। ਉਹ ਜਿਹੜੇ ਨਰੇਸ਼ਾਂ ਨੂੰ ਵਿਆਹਤੀਆਂ, ਉਹ ਨਰੇਸ਼ ਉਹਨਾਂ ਨੂੰ ਕਹਿੰਦੇ ਨੇ। ਜਿਹਨਾਂ ਨੇ ਮੱਤਾਂ ਗਾਹਾਂ ਪ੍ਰਚਲਿਤ ਕੀਤੀਆਂ ਉਹ ਨਰੇਸ਼ ਹੋ ਗਏ, ਸ਼ਾਹ ਨਹੀਂ ਹੋ ਗਏ। ਉਹ ਇਹ ਤਾਂ ਸੰਕੇਤ ਨੇ ਹੋਏ ਹੋਏ ਗੱਲਾਂ। ਐ ਮੱਤਾਂ ਕਿੱਥੋਂ ਚੱਲ ਪਈਆਂ ਦੀਆਂ? ਚੱਲੀਆਂ ਤਾਂ ਇੱਕੋ ਮੱਤੀਆਂ ਨੇ ਸਾਰੀਆਂ, ਸੱਚੀ ਮੱਤ ਚੋਂ। ਜੋਗੀਆਂ ਦੀ ਕੈਟਾਗਰੀ ਹੋ ਗਈ ਵਿੱਚ, ਜੋਗੀਆਂ ਦੇ ਕਿੰਨੀਆਂ ਮੱਤਾਂ ਚੱਲ ਪਈਆਂ। ਇਸਲਾਮ ਦੀ ਇਸਲਾਮ 'ਚ ਕਿੰਨੀਆਂ ਮੱਤਾਂ ਨੇ, ਐ ਵਧੀ ਜਾਂਦੀਆਂ ਹੁੰਦੀਆਂ ਨੇ। ਉਹ ਗੱਲਾਂ ਕੋਈ ਹੋਰ ਕਹੀਆਂ ਹੋਈਆਂ ਨੇ, ਆਪਣੇ ਹੋਰ ਪਾਸੇ ਫਰੀ ਜਾਂਦੇ ਵਿਦਵਾਨ ਵਿਚਾਰੇ। ਇਹ ਵਿਦਵਾਨ ਤਾਂ ਉਹੀ ਫਰੀ ਜਾਂਦੇ ਹੁੰਦੇ ਨੇ, ਉਹ ਭੌਂਕਦੇ ਵੀ ਪਤਾ ਨਹੀਂ ਇਹ ਕੀ ਕਹਿਤਾ। 10,000 ਕੰਨਿਆ ਮਾਂ ਬਾਪ ਦੇ ਬਿਨਾਂ ਦਾ ਬੱਚਾ ਨਹੀਂ ਪੈਦਾ ਹੁੰਦਾ, ਕਿੱਥੋਂ ਪੈਦਾ ਹੋਈ ਹੈ? ਗੁਰਬਾਣੀ ਤਾਂ ਕਹਿੰਦੀ ਮਾਤ ਪਿਤਾ ਬਿਨ ਵਾਲਾ ਹੋਈ। ਉਹ ਮੱਤਾਂ ਦੀਆਂ ਗੱਲਾਂ ਨੇ ਉੱਥੇ ਕੰਨਿਆ। ਹਾਂਜੀ, ਜੋਗੀ ਗੋਰਖ ਗੋਰਖ ਕਰੇ, ਹਿੰਦੂ ਰਾਮ ਨਾਮ ਉਚਰੈ। ਆ ਦੇਖੇ 2 ਕੰਨਿਆ ਹੀ ਨੇ, ਅੱਡ ਅੱਡ ਨੇ, 2 ਮੱਤਾਂ ਬਣ ਗਈਆਂ। ਜੋਗੀ ਗੋਰਖ ਗੋਰਖ ਕਰੇ। ਹੁਣ ਗੋਰਖ ਗੋਰਖ ਤਾਂ ਸਾਰੇ ਕਰਦੇ ਨੇ, ਪਰ ਜੋਗੀਆਂ 'ਚ ਵੀ ਮੱਤਾਂ ਕਰਨੀਆਂ ਨੇ ਅੱਡੋ ਅੱਡ। ਉਹ ਤਾਂ ਇੱਕੋ ਹੀ ਕਹਿਤੀ, ਅੱਡੋ ਅੱਡ 'ਚ ਕਿੰਨੀਆਂ ਨੇ? ਅੱਡੋ ਅੱਡ ਕੰਨਿਆ ਨੇ। ਸੰਤ ਸਮੂਹ ਨੇ ਇਕਮਤੀ ਸਾਰੀਆਂ ਕੰਨਿਆ ਹੀ ਨੇ। ਇਹ ਅੱਡੋ ਅੱਡ ਨੇ ਜਿਹੜੀਆਂ, ਜਿਹਦੀ ਮਾਤਾ ਇੱਕ ਦੂਜੇ ਨਾਲ ਮਿਲਦੀ ਨਹੀਂ, ਅੱਡ ਕੰਨਿਆ ਹੋ ਗਈ ਉਹ। ਹਾਂਜੀ, ਜੋਗੀ ਗੋਰਖ ਗੋਰਖ ਕਰੇ, ਹਿੰਦੂ ਰਾਮ ਨਾਮ ਕੰਨਿਆ ਕਹਿੰਦੇ ਕਿਹਨੂੰ ਨੇ? ਕੰਨਿਆ ਦਾ ਮਤਲਬ ਲੜਕੀ ਨਹੀਂ ਹੁੰਦੀ, ਜਿਹੜੇ ਕੰਨ 'ਚ ਪੈਣ ਵਾਲੀ ਗੱਲ ਉਹ ਕੰਨਿਆ। ਉਹ ਕੰਨ 'ਚ ਮੱਤੇ ਪੈਣੀ, ਹੋਰ ਕੀ ਪੈਣਾ? ਉਹਦੇ ਕੰਨ 'ਚ ਗੱਲ ਪੈਣੀ, ਉਹ ਕੰਨਿਆ। ਮੱਤ ਕੰਨ 'ਚ ਫੂਕ ਮਾਰਦੇ ਨੇ, ਮੰਤਰ ਕੰਨ 'ਚ ਦਿੰਦੇ ਹੁੰਦੇ ਨੇ। ਜੋ ਕੰਨ 'ਚ ਗੱਲ ਪੈਂਦੀ ਉਹ ਕੰਨਿਆ ਹੁੰਦੀ ਹੈ। ਇਹ ਖਬਰਾਂ ਹੁਣ ਕਿਹਨੂੰ ਕੰਨਿਆ ਕਹੀ ਜਾਂਦੇ ਨੇ? ਮੁਸਲਮਾਨ ਕਾ ਇੱਕ ਧਰਮ ਦੀ ਦੁਨੀਆ ਵਿੱਚ ਲਫ਼ਜ਼ਾਂ ਦੇ ਅਰਥ ਬਦਲ ਜਾਂਦੇ ਨੇ ਜਾ ਕੇ। ਜੇ ਅਰਥ ਨਾ ਬਦਲੀਏ ਫਿਰ ਤਾਂ ਰਾਮ ਕਚੌੜਾ ਪੈ ਜਾਂਦਾ ਜਿਹੜਾ ਪਿਆ ਹੋਇਆ। ਜੇ ਧਰਮ ਦੀ ਦੁਨੀਆ ਵਿੱਚ ਜਾ ਕੇ, ਨਿਰਾਕਾਰੀ ਦੁਨੀਆ ਵਿੱਚ ਜਾ ਕੇ ਲਫ਼ਜ਼ਾਂ ਦੇ ਅਰਥ ਉਹੀ ਰਹਿਣ ਦਈਏ, ਫਿਰ ਤਾਂ ਮਸਲਾ ਹੱਲ ਹੀ ਨਹੀਂ ਹੁੰਦਾ। ਵਿਦਵਾਨਾਂ ਕੋਈ ਹੁੰਦਾ, ਇਹ ਅਰਥ ਉਹੀ ਰੱਖੀ ਜਾਂਦੇ ਨੇ। ਹੁਣ ਜੇ ਕੱਤਕ ਮੰਗਰ ਅਰਥ ਹੀ ਰੱਖੀ ਇੱਥੇ ਵਾਲੇ, ਇਹ ਕਿਵੇਂ ਰੱਖ ਲਾਂਗੇ? ਜਦ ਜਿੱਥੇ ਦੀ ਗੱਲ ਹੈ ਉੱਥੇ ਤਾਂ ਚੰਦ ਸੂਰਜ ਹੈ ਨਹੀਂ, ਉੱਥੇ ਮੌਸਮ ਕੋਈ ਹੈ ਨਹੀਂ। ਇਹ ਮੌਸਮਾਂ ਦੀਆਂ ਗੱਲਾਂ ਨੇ। ਫਿਰ ਨਿਰਾਕਾਰ ਦੇ ਘਰ ਤਾਂ ਇੱਕੋ ਹੀ ਚੀਜ਼ ਹੈ ਉੱਥੇ ਤਾਂ, ਨਾਮ ਆਸਾ ਲਿਖਿਆ ਹੋਇਆ ਸਭੇ ਕੁਛ ਹੈ। ਪਰ ਨਾਮ ਨਾਲ ਜੋੜਨਾ ਸਭ ਕੁਝ ਜਾ ਕੇ, ਜਿੰਨੇ ਲਫ਼ਜ਼ ਨੇ ਇਹ ਸੋਧ ਕੇ ਨਾਮ ਨਾਲ ਜੋੜਨੇ ਨਾਲ ਜਾ ਕੇ, ਜਿੰਨੇ ਵੀ ਸ਼ਬਦ ਨੇ। ਇਹ ਮੈਂ ਕੰਨਿਆ ਦਾ ਅਰਥ ਨਾਮ ਨਾਲ ਜੋੜਿਆ। ਕੰਨ 'ਚ ਪਾਉਣ ਵਾਲੀ ਗੱਲ, ਕੰਨ 'ਚ ਪਾਉਣ ਵਾਲਾ ਗਿਆਨ ਇਹ ਹੁੰਦਾ, ਹੋਰ ਕੀ ਹੁੰਦਾ? ਜੋ ਕੰਨ 'ਚ ਗੱਲ ਪਊਗੀ ਉਹਦੇ 'ਚ ਗਿਆਨ ਹੈ ਪ੍ਰਾਪਤ ਕਰਨਾ। ਗਿਆਨ ਉਹ ਕੰਨਿਆ ਦਾ ਕਹਾਂ ਬੱਚਾ ਹੋ ਗਿਆ। ਮੱਤ ਦਾ ਜਿਹੜਾ ਬਛੜਾ, ਮੱਤ ਮਾਰੇ ਜੇ ਮੱਤ ਗਊ ਆ ਤਾਂ ਬਛੜਾ ਉਹਦਾ ਬੱਚਾ। ਉਹਨੇ ਉਹਨੂੰ ਦੁੱਧ ਪਿਲਾਉਣਾ, ਗਿਆਨ ਦੇਣਾ। ਹੋਰ ਦੁੱਧ ਕੀ ਪਿਲਾਉਣਾ? ਗਿਆਨ ਦੇਣਾ ਉਹਨੂੰ, ਬੜਾ ਕਰ ਲੈਣਾ ਪਾਲ ਕੇ।
ਉਸੇ ਬਖੜੇ ਨੇ ਮੱਤ ਪੇ ਚਲਾਉਣੀ ਹੈ ਗਾਂ ਸੁਤ ਮੁਕਲਾਈ ਆਪਣੀ ਮੋਹ। ਹਾਂਜੀ मुसलमान का एक खुदाए मुसलमान का एक खुदा है, मुसलमान जिन्हें भी मर्जी हम चाहे पर एक खुदा ਨੂੰ ਮੰਨਦੇ ਨੇ ਉਹ खुदा ਇੱਕ ਹੀ ਮੰਨਦੇ ਨੇ ਉਹ ਬਹੁਤੇ ਦੇਵੀ ਦੇਵਤੇ ਨਹੀਂ ਮੰਨਦੇ ਹਿੰਦੂ। ਉਹ ਹਿੰਦੂ ਕੀ ਕਹਿੰਦੇ ਰਾਮ ਨਾਮ ਉਚਰਨ, ਰਾਮ ਨਾਮ ਬੋਲੀ ਜਾਂਦੇ ਨੇ, ਇੱਕ ਤਾਂ ਨਹੀਂ ਖੜੇ ਪਰ ਕਿੰਨਿਆਂ ਦੇ ਖੜੇ ਨੇ ਵੀ ਨਹੀਂ ਦੱਸਿਆ। ਇਹਨਾਂ ਦੀ ਗਿਣਤੀ ਹੈ ਹੋ ਰਹੀ, ਜਿਹੜਾ ਇੱਕ ਦੋ ਟੱਪ ਗਿਆ ਨਾ ਉੱਥੇ ਫਿਰ ਗਿਣਤੀ ਹੈ ਹੋ ਰਹੀ, ਗਿਣਤੀ ਸ਼ੁਰੂ ਹੋ ਗਈ ਉੱਥੋਂ। ਕਿੱਥੇ ਆ ਕੇ ਖੜੂਗਾ ਕੋਈ ਪਤਾ ਨਹੀਂ ਉਹਦਾ। ਉਹਦਾ ਜੜੀਆਂ ਬੂਟੀਆਂ ਨੂੰ ਵੀ ਪੂਜਣ ਲੱਗ ਗਏ ਫਿਰ ਕਹਾਂ ਜਾ ਕੇ। ਹਾਂ ਤੁਲਸੀ ਪੂਜਦੇ ਨਹੀਂ। ਹਾਂਜੀ मुसलमान का एक खुदाए कबीर का स्वामी रहा समाए। ਕਬੀਰ ਜੀ ਨੂੰ ਸਵਾਮੀ ਬੰਦਾ। ਹੁਣ ਤਿੰਨ ਕੈਟਾਗਰੀਆਂ ਹੋ ਗਈਆਂ, ਹਿੰਦੂ ਹੋ ਗਏ, ਜੋਗੀ ਹੋ ਗਏ ਤੇ ਮੁਸਲਮਾਨ ਹੋ ਗਏ। ਤਿੰਨ ਤਾਂ ਇਹੀ ਹੋ ਗਏ। ਹਿੰਦੂ ਕੌਣ ਨੇ? ਹਿੰਦੂ ਅਸਲ 'ਚ ਬ੍ਰਾਹਮਣੀ ਮਤ ਦਾ ਨਾਮ ਹਿੰਦੂ ਮਤ ਹੈ। ਦੇਖੋ ਹਿੰਦੂ ਰਾਮ ਨਾਮ ਉਚਰਨ, ਜੋਗੀ ਹਿੰਦੂ ਨਹੀਂ ਹੈ। ਜੋਗੀ ਗੋਰਖ करें ਹਿੰਦੂ ਰਾਮ ਨਾਮ ਨਾਮ ਉਚਰਨ। ਜੋਗੀ ਹਿੰਦੂ ਕਿਵੇਂ ਹੋ ਗਏ? ਉਹ ਜੋਗੀ ਹਿੰਦੂ ਨਹੀਂ ਹੈ, ਉਹ ਬਾਣੀ ਨਹੀਂ ਮੰਨਦੀ ਜੋਗੀ ਨੂੰ ਹਿੰਦੂ। ਹਿੰਦੂ ਇਹਨਾਂ ਜੋਗੀ ਇਹਨਾਂ ਕਿੱਥੇ? ਜੋਗੀ ਨਹੀਂ ਇਹਨਾਂ ਹੈਗਾ। ਜੋਗੀ ਨੂੰ ਉਪਦੇਸ਼ ਦਿੱਤਾ ਹੈ, ਜੋ ਵਤਨਾ ਸੰਵਾਦ ਕੀਤਾ ਗੁਰੂ ਸਾਹਿਬ ਨੇ, ਅਨਾਨਾ ਨਹੀਂ ਕੀਤਾ ਹਿੰਦੂ ਨੂੰ। ਇਹਨਾਂ ਮੂਰਖ ਹੈ, ਮੂਰਖ ਪੰਡਤ। ਇਹ ਵਿਦਵਾਨ ਸਾਰੇ ਉਹਨਾਂ ਨੇ ਹਿੰਦੂ ਨੇ। ਜਿਹੜੇ ਜੋਗੀ ਨੇ ਧਾਰਮਿਕ ਬੰਦੇ ਨੇ, ਤਿਆਗ ਮਾਇਆ ਦੇ ਤਿਆਗੀ ਨੇ, ਉਹਨੇ ਕਿਵੇਂ ਹੋ ਜਾਣਗੇ? ਚਲੋ ਗਾਂ ਨਹੀਂ ਰਾਹ ਮਿਲਿਆ, ਛੱਡਤਾ। ਇੱਕ ਚੀਜ਼ ਹੱਥ ਸੀ ਉਹ ਡੋਲਤੀ, ਹੁਣ ਪਾਉਣਾ ਹੱਥ 'ਚ ਕੀ ਪਾਉਣਾ ਹੈ? ਪਾਉਣ ਵਾਲੀ ਚੀਜ਼ ਨੂੰ ਮਿਲੀ ਰਹੀ ਹੈ, ਜੇ ਟੋਲਦੇ ਫਿਰਦੇ ਨੇ। संतोखी दा है ਸੰਤੋਖੀ ਛੱਡਿਆ ਤਾਂ ਹੈ ਨਾ, ਤਿਆਗ ਤਾਂ ਹੈ। ਵਿਦਵਾਨਾਂ को तो त्याग ही नहीं कर सकता, पंडित को तो त्याग ही नहीं कर सकता, विष्णु को तो त्याग ही नहीं कर सकता। असल जी विष्णु वाली मत है वो हिंदू मत है। उसका प्रचारक कौन है? उसका प्रचारक पंडित है। विष्णु कौन है? विष्णु राजा है। राजे का मंगता है पंडित, वो मंगता तुम तो चाचो भूपति राजे। राजे वाली मत का प्रचारक है पंडित, राजे वाली मत का प्रचारक है संत ने। अज का राज है, वो कहेंगे भी दरिया साफ करो, नालियां साफ करो, नालियां साफ कर लग जाएंगे। लोग भलाई का वो कम कर लग जाएंगे। वो झूठा जा सलमान भी कर देंगे ने, जानते भी ने सारे सियासतदान भी की ने, ये सियासतदानों जानते ने भी ये की ने। इको जिहा इन्हां दा फर्क कोई नहीं है। जे फर्क है सिर्फ कपड़े का फर्क है, बाकी सब गलबात इको जी है। अंदरों संतां दी आ सियासतदानां दी इको जी गलबात है। जानते तुहानूं ने भी किन्ने सच्चे सुच्चे हाँ सी, फर्क कोई भी नहीं। फर्क तो मूर्खां ते कोल ने जिहड़े उन्हां नूं लगदा है इन्हां च, बाकी आम सारी पब्लिक जानदी है। हाँ जी मुसलमान का कहने का मतलब है हिंदू नहीं है जोगी। जोगी पर हिंदुओं से बाहर निकल गए। जिन्ना चर योग मत रही है, योग मत का था पंडित ना सिर बटवा बैर है। जेड़ा विष्णु पुराण अरशे पुराण उदा मुसलमानों ने भी ज्यादा इन्हों का विरोध रहा, इन्हों हुण भी है। हर बार उत्थे जंग होंदी है इन्हां दी, जिथे भी हुंदा इन्हां दा कुंभ उत्थे हर बार जंग होंदी है। जो कि कहते हैं असीं पहले नहाउणे तीर साडे ने। ये तां बस होई गया होया उत्थे पंडित तां टैक्स लैण वास्ते ही, वो थोड़ी टैक्स लैंदे ने किसे दे। जोगी नहीं वो फुल फल पाउंदे हन किसे दे, मंत्र मुंत्र पढ़दे। ये पेशावर तां ये पंडित की दुकानदारी है धर्म। पंडित ने दुकानदारी चला ली अपनी। वो जानते ने तीर्थ
ਵਾਸਤੇ ਇਸ਼ਨਾਨ ਕਰਨ ਵਾਸਤੇ ਹੀ ਜਾਂਦੇ ਨੇ ਜੋਗੀ। ਇਹ ਆਪਣੀ ਦੁਕਾਨਦਾਰੀ ਵਾਸਤੇ ਬੈਠਾ ਉੱਥੇ। ਜੋਗੀ ਇਹਨੂੰ ਮੰਨਦਾ ਕਿਉਂ ਦੇਣ ਪੰਡਤ ਨੂੰ? ਇਹ ਨਹੀਂ ਸੰਤ ਨੇ। ਸੰਤ ਦੁਨੀਆ ਨੂੰ ਧਰਮ ਪੜਾਉਣ ਵਾਸਤੇ ਨਹੀਂ ਬੈਠੇ, ਇਹ ਤਾਂ ਦੁਕਾਨਦਾਰੀ ਚਲਾਉਣ ਵਾਸਤੇ ਬੈਠੇ ਨੇ। ਜੇ ਧਰਮ ਲੋਕ ਪੜ੍ਹ ਗਏ ਫਿਰ ਤਾਂ ਸੰਤਾਂ ਦੀ ਮਾਨਤਾ ਨਹੀਂ ਰਹਿਣੀ। ਇਹਨਾਂ ਨੂੰ ਨਹੀਂ ਕਿਸੇ ਨੇ ਪੁੱਛਣਾ ਜੇ ਧਰਮ ਪੜ੍ਹ ਗਏ ਲੋਕ। ਜੇ ਧਰਮ ਪੜ੍ਹ ਗਏ ਪੰਡਤ ਨੂੰ ਕੌਣ ਪੁੱਛੂ? ਪੰਡਤ ਨੂੰ ਨਹੀਂ ਕਿਸੇ ਨੇ ਪੁੱਛਣਾ ਜੇ ਧਰਮ ਲੋਕ ਪੜ੍ਹ ਗਏ। ਧਰਮ ਦਾ ਗਿਆਨਵਾਨ ਬਣਾਉਂਦਾ। ਉਹ ਜੋਗੀ ਧਰਮ ਪੜ੍ਹਿਆ ਉਹ ਨਹੀਂ ਪੁੱਛਦਾ ਪੰਡਤ ਨੂੰ। ਨਾਲੇ ਅਨਪੜ੍ਹ ਵਿਚਾਰਾ, ਪੰਡਤ ਨੂੰ ਉਹ ਨਹੀਂ ਸਿਆਣਦਾ। ਵਿਦਵਾਨਾਂ ਨੂੰ ਤਾਂ ਉਹ ਸਿਆਣਦੇ ਨੇ ਜਿਹੜੇ ਮੂਰਖ ਨੇ, ਲੋਭੀ ਨੇ, ਉਹ ਸਿਆਣਦੇ ਨੇ। ਹਾਂਜੀ, मुसलमान का एक खुदाए, मुसलमान का एक खुदा है। मुसलमान का स्वामी रहा समाई। कोई मुसलमान और जोगी हिंदू नहीं। मुसलमान हो बौद्धि हो हिंदू नहीं हो, बौद्धि भी नहीं हिंदू, समझे नहीं? हाँ, मुसलमान का एक खुदाए, खुदा है। कबीर का तीनों हो गए होने। रहा समाई। जोगी तो गौर गौर करें, हिंदू राम नाम उचरे, मुसलमान के एक खुदा। तीन तो बताए होगी अड। कबीर का स्वामी रहा समाय। कबीर का स्वामी सारे च समाया होया। सारिਆਂ ਦੀ उत्पत्ति कबीर ਦੇ स्वामी, ਜਿਹਨੂੰ कबीर स्वामी बनता है ਉਹਦਾ ਹੀ ਚਾਨਣ ਸਾਰਿਆਂ ਚ ਹੈ ਸਮਾਇਆ ਹੋਇਆ। ਕਿਵੇਂ? ਤਿਸ ਦੇ ਚਾਨਣ ਸਭਾ ਚਾਨਣ ਹੋਏ। ਉਹਦੇ ਚਾਨਣ ਸਾਰਿਆਂ ਸਮਾਇਆ ਹੋਇਆ। ਹਾਂਜੀ, जो पाथर को कहते देव, ताकि बेथा होवे सेव। ਦੇਖੋ ਦੇਵ ਹੈਗਾ ਪਰ ਦੇਵ ਦੇਵਤਾਰੀ ਨਹੀਂ ਹੁੰਦੇ। ਉਹ ਪੱਥਰ ਤਾਂ ਮਾਇਆ, ਦੇਵ ਮਾਇਆ ਨਹੀਂ ਹੁੰਦੀ। ਪੂਜਾ ਕਰਨੀ ਦੀ ਦੇਵ ਦੀ, ਇੱਥੇ ਤਾਂ ਬਾਣੀ ਸਹਿਮਤ ਹੈ ਇਹਦੇ ਨਾਲ। ਗੁਰਬਾਣੀ ਡਿਫਰ ਕਿੱਥੋਂ ਕਰਦੀ ਹੈ ਹਿੰਦੂ ਮਤ ਨੂੰ ਕਿ ਪੱਥਰ ਜੜ ਹੈ, ਦੇਵ ਜੜ ਨਹੀਂ ਹੁੰਦਾ। ਆਹ ਗੱਲ ਦਾ ਫਰਕ ਹੈ, ਹੋਰ ਕੋਈ ਫਰਕ ਨਹੀਂ। ਦੇਵ ਚੇਤਨ ਹੈ, ਪੱਥਰ ਦੀ ਮੂਰਤੀ ਜੜ ਹੈ। ਤੁਸੀਂ ਚੇਤਨ ਨੂੰ ਛੱਡ ਕੇ ਜੜ ਦੀ ਪੂਜਾ ਕਰਨ ਲੱਗੇ, ਇਹ ਫਰਕ ਹੈ। ਇਹ ਫਰਕ ਨਾ ਤਾਂ ਸੰਤਾਂ ਨੂੰ ਪਤਾ ਹੈ। ਸੰਤਾਂ ਨੂੰ ਤਾਂ ਪਤਾ ਹੋਊਗਾ ਜਿਹੜੇ ਸੰਤ ਨੇ। ਇਹ ਦੋ ਨੰਬਰ ਦੇ ਜਿਹੜੇ ਸੰਤ ਨੇ ਉਹਨਾਂ ਨੂੰ ਨਹੀਂ ਪਤਾ। ਜਿਹੜੇ ਹਰਕੇ ਸੰਤ ਨੇ ਉਹਨੂੰ ਤਾਂ ਪਤਾ ਹੈ, ਹਰਕੇ ਸੰਤਾਂ ਨੂੰ ਤਾਂ ਪਤਾ ਹੈ ਗੱਲ ਦਾ। ਅਰੇ ਦੋ ਨੰਬਰ ਦੇ ਨੇ ਸੰਤ, ਇਹਨਾਂ ਨੂੰ ਨਹੀਂ ਪਤਾ ਹੈਗਾ। ਜੇ ਪਤਾ ਹੋਵੇ ਤਾਂ ਵੀ ਇਹ ਪ੍ਰਚਾਰ ਨਹੀਂ ਉਹਦਾ ਕਰਦੇ ਹੁੰਦੇ, ਕਿਉਂ? ਇਹਨਾਂ ਦੀ ਦੁਕਾਨਦਾਰੀ ਨਹੀਂ ਫੇਰ ਚੱਲਦੀ। ਇਹਨਾਂ ਨੇ ਤਾਂ ਕੋਈ ਚੀਜ਼ ਮੂਹਰੇ ਰੱਖਣੀ ਹੈ, ਆਬਜੈਕਟ, ਚਾਹੇ ਦੇਵੀ ਹੋਵੇ, ਦੇਵਤਾ ਹੋਵੇ, ਜਾਂ ਗੁਰੂ ਗ੍ਰੰਥ ਸਾਹਿਬ ਦੀ ਭੀੜ ਹੋਵੇ, ਮੂਹਰੇ ਰੱਖੇ ਤੇ ਬਿਨਾਂ ਨੂੰ ਢਿਲਾਵਾ ਨਹੀਂ ਮਿਲਣਾ। ਰੋਟੀ ਜੋ ਖਾਣੀ ਇਹਨਾਂ ਨੇ, ਇਹ ਕੋਈ ਕਾਰ ਸੇਵਾ ਦਾ ਬਹਾਨਾ ਹੋਵੇ, ਕੋਈ ਬਹਾਨਾ ਚਾਹੀਦਾ ਇਹਨਾਂ ਨੂੰ ਮੂਹਰੇ। ਉਹ ਬਹਾਨੇ ਤੋਂ ਮਾਇਆ ਹੋਣੀ ਹੈ। ਜੇ ਕੋਈ ਕੰਮ ਚੱਲੂ ਤਾਂ ਕਮਿਸ਼ਨ ਵਿੱਚੋਂ ਹੀ ਮਿਲਣਾ। ਜੇ ਖਰਚਾ ਕੋਈ ਸਰਕਾਰੀ ਤੌਰ ਤੇ ਹੋਊ ਤਾਂ ਉਹ ਜੋ ਕਮਿਸ਼ਨ ਮਿਲਣਾ ਉਹਨਾਂ ਨੂੰ। ਜੇ ਕੋਈ ਬਜਟ ਹੀ ਨਹੀਂ, ਖਰਚਾ ਹੀ ਨਹੀਂ, ਤਾਂ ਕਮਿਸ਼ਨ ਕਿੱਥੋਂ ਮਿਲਣਾ ਉਹਨਾਂ ਨੂੰ? ਉਹ ਤਾਂ ਨਾ ਹੁੰਦਾ ਚੀਜ਼ਾਂ ਦੇ ਰੱਖੇ ਹੋਏ ਪੂਰੇ। ਉਹ ਵੀ ਕਰੀ ਜਾਂਦੇ ਹੁੰਦੇ ਨੇ, ਲੰਗਰ ਵੀ ਚਲਾਉਂਦੇ ਹੀ ਨੇ, ਪਰ ਲੰਗਰ ਦਾ ਫਿਰ ਰਸਤ ਕਿੱਥੋਂ ਆਵੇ, ਪੈਸਾ ਕਿੱਥੋਂ ਆਵੇ? ਇਹ ਤਾਂ ਰੱਖਦੇ ਹੁੰਦੇ ਨੇ। ਕੋਈ ਪਰਪੰਚ ਜਿਹਾ ਟਕਵਾਂਜਾ ਬਣਾ ਕੇ ਪੂਰੇ ਰੱਖ ਲੈਣਾ, ਦਿਖਾਵਾ ਲੋਕਾਂ ਨੂੰ। ਇਹ ਰੱਖਦੇ ਹੀ ਹੁੰਦੇ ਨੇ। ਇਵੇਂ ਇਹਨਾਂ ਨੇ ਉਹ ਮੂਰਤੀ ਜੜ ਰੱਖੀ ਹੋਈ ਹੈ। ਉਹਨੇ ਕਿਹੜਾ ਕੋਈ ਖਾਣਾ? ਉਹਦੇ ਨਾਂ ਤੇ ਹੋਣਾ ਮੂਰਤੀ ਦੇ ਸਭ ਕੁਝ। ਉਹਨੇ ਨਾ ਖਾਣਾ ਨਾ ਪਹਿਨਣਾ। ਖਾਣ ਪਹਿਨਣ ਵਾਲੇ ਤਾਂ ਆਪ ਬੈਠੇ ਨੇ ਨਾ। ਉਹਦਾ ਮੂਹਰੇ ਰੱਖਿਆ ਹੁੰਦਾ ਟਕਵਾਂਜਾ ਜਿਹਾ ਇਹਨਾਂ ਦਾ ਬਣਾ ਕੇ। ਇਸ ਨੂੰ ਪਰਪੰਚ ਕਹਿੰਦੇ ਨੇ। ਉਹ ਸਿੱਖਾਂ ਨੇ ਵੀ ਬਣਾ ਲਿਆ ਪਰਪੰਚ। ਉਹੀ ਪਰਪੰਚ ਹੈ ਸਿੱਖਾਂ ਦਾ। ਅਸਲੀ ਕੰਮ ਛੱਡੀ ਬੈਠੇ ਨੇ। ਗੁਰਮਤਿ ਤੋਂ ਖਿਲਾਫ ਪ੍ਰਚਾਰ ਹੈ। ਗੁਰੂ ਮੂਹਰੇ ਕਰੀ ਬੈਠੇ ਨੇ। ਚੜਾਵੇ ਖਾਤਰ ਗੁਰੂ ਮੂਹਰੇ ਕਰ ਲਿਆ, ਪ੍ਰਚਾਰ ਖਾਤਰ ਮੂਹਰੇ ਹੋ ਗਏ। ਆਪਣੀ ਮਤ, ਗੁਰੂ ਦੀ ਮਤ ਤਿਆਗ ਕੇ ਆਪਣੀ ਮਤ ਹੈ। ਪ੍ਰਚਾਰ ਦੇ ਆਪਣੀ ਮਤ ਨੇ। ਜੋ ਰਾਸ਼ਨ ਪਾਣੀ ਆਉਂਦਾ ਗੁਰੂ ਦੀ ਵਿਚਾਰਧਾਰਾ ਵਾਸਤੇ ਆਉਂਦਾ।
ਇਹ ਤਾਂ ਸਿੱਧੀ ਠੱਗੀ ਹੈ, ਸਿੱਧੀ ਠੱਗੀ ਹੈ। ਠੱਗੀ ਵੀ ਹੈ, ਅਪਰਾਧ ਵੀ ਹੈ। ਜੇ ਠੱਗੀ ਹੁੰਦੀ ਹੈ, ਠੱਗੀ ਅਪਰਾਧ ਵੀ ਹੈ। ਠੱਗੀ ਜੇ ਠੱਗ ਫੜਿਆ ਜਾਂਦਾ ਨਾ, ਫਿਰ ਅਪਰਾਧ ਵੀ ਹੈ। ਹਾਂਜੀ। ਜੋ ਪਾਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ। ਉਹਨਾਂ ਦੀ ਜਿੰਨੀ ਵੀ ਸੇਵਾ ਕਾਲ ਕਮਾਈ ਕੀਤੀ ਗਈ ਹੈ ਧਰਮ ਦੇ ਸਾਰੀ ਬਿਰਥਾ, ਸਿੱਖਾਂ ਦੀ ਵੀ ਬਿਰਥਾ, ਸਭ ਬਿਰਥਾ। ਜਿਹੜੇ ਮਹਿਲ ਗ੍ਰੰਥ ਨੂੰ ਗੁਰੂ ਮੰਨ ਕੇ ਚੋਰ ਕਰੀ ਜਾਂਦੇ ਨੇ, ਅੱਜ ਕੁਛ ਹੋ ਰਿਹਾ ਗੁਰਦੁਆਰੇ 'ਚ, ਸਭ ਬਿਰਥਾ ਸੇਵਾ ਹੈ। ਕੁਛ ਵੀ ਜੇ ਰਿਜ਼ਲਟ ਹੁੰਦਾ, ਕੋਈ ਨਾ ਕੋਈ ਤਾਂ ਗਾਹ ਨਿਕਲ ਕੇ ਆਉਂਦੇ, ਕੋਈ ਡਿਵੈਲਪਮੈਂਟ ਹੁੰਦੀ ਸਿੱਖੀ 'ਚ, ਕੋਈ ਜੀਵਨ ਬਦਲਦੇ ਸਿੱਖੀ 'ਚ। ਨਿਘਾਰ ਕਿਉਂ ਆ ਰਿਹਾ? ਨਿਘਾਰ ਤਾਂ ਹੀ ਆ ਰਿਹਾ, ਸੇਵਾ ਬਿਰਥੀ ਹੈ, ਅਪਰਾਧ ਹੋ ਰਿਹਾ। ਸਮਾਂ ਖਾਈ ਜਾਂਦੇ ਨੇ, ਚੜਾਵਾ ਮੱਤ ਮਾਰੀ ਹੋਈ ਜਾਂਦੀ ਹੈ। ਫਲ ਲੱਗਦਾ ਨਹੀਂ, ਗੁਣ ਕਹਿੰਦੇ ਫਲ ਨਹੀਂ ਰਹੇ। ਗੁਣ ਪੈਦਾ ਨਹੀਂ, ਜੇ ਪੈਦਾ ਹੋ ਫਸਲ ਫਲ ਤਾਂ ਹੀ ਲੱਗੂ। ਉਹਦਾ ਬੀਜ ਨਹੀਂ ਪੁੱਟਦਾ, ਖੇਤ ਦਾ ਚੋਂ ਬੀਜ ਨਹੀਂ ਪੁੱਟਦਾ। ਬੀਜ ਕੀ ਹੁੰਦਾ? ਜਿੰਨਿਆਂ ਨੂੰ ਇਹਨਾਂ ਨੇ ਪੌਲ ਪਲਾਤੀ, ਸਭ ਬੀਜੇ ਗਏ ਬੀਜ, ਵਿੱਚੋਂ ਬੀਜ ਵੀ ਨਹੀਂ ਮੁੜਿਆ, ਸਭ ਬੀਜ ਬੇਕਾਰ ਹੋ ਗਿਆ। ਜੇ ਪੌਲ ਨਾ ਛਕਾਉਂਦੇ ਤਾਂ ਕੰਮ ਉਹ ਭਰਮ ਬਣਿਆ ਸੀ ਉਹਨਾਂ ਨੂੰ, ਵੀ ਪੌਲ ਪਤਾ ਨਹੀਂ ਕੀ ਹੁੰਦੀ ਹੈ। ਉਹਦਾ ਭਰਮ ਸੀ, ਉਹ ਵੀ ਗਿਆ, ਉਹਨਾਂ ਦਾ ਟੁੱਟ ਗਿਆ ਵੀ ਇਹ 'ਚ ਕੁਝ ਨਹੀਂ ਹੁੰਦਾ। ਪੌਲ ਤਾਂ ਨਾ ਛਕ ਲਈ, ਉਹ ਅੰਮ੍ਰਿਤਸਰ ਪਾਇਆ ਤਾਂ ਨਾ ਪ੍ਰਚਾਰ ਵੀ ਆਣਾ ਦਿੰਦਾ, ਚਿੜੇ ਦੋ ਚਿੜੇ ਪੀ ਗਏ, ਇੱਕ ਬੂੰਦ, ਦੋ ਲੜਕੇ ਮਰ ਗਏ, ਉਹ ਪਾਇਆ ਸੀ ਨਾ ਜਿਹੜਾ ਕਹਾਣੀ ਬਣਾ ਕੇ, ਉਹ ਵੀ ਚੱਕਿਆ ਗਿਆ ਲੋਕਾਂ ਦਾ, ਵੀ ਕੁਛ ਨਹੀਂ ਹੁੰਦਾ, ਸਭ ਝੂਠ ਹੈ। ਪ੍ਰੈਕਟੀਕਲ ਜੋ ਕਰਾ ਕੇ ਦਿਖਾਤਾ ਇਹਨਾਂ ਨੇ, ਸਾਰੀ ਪਬਲਿਕ ਨੂੰ ਸਿਖਾਤਾ। ਉਹਦਾ ਭਰਮ ਬਣਿਆ ਤਾਂ ਉਹ ਵੀ ਜਾਂਦਾ ਰਿਹਾ, ਵੀ ਪਤਾ ਨਹੀਂ ਕੀ ਸ਼ਕਤੀ ਹੁੰਦੀ ਹੈ ਅੱਜ। ਉਹ ਲੋਕਾਂ ਨੇ ਦੇਖ ਲਈ ਤਾਂ ਸ਼ਕਤੀ ਨਹੀਂ ਕੋਈ ਹੈ, ਇੱਕੋ ਹੀ ਸ਼ਕਤੀ ਹੈ ਗੋਲਕਾਂ ਤੋੜਨ ਦੀ। ਇਹ ਸ਼ਕਤੀ ਹੈਗੀ ਹੈ, ਰੋਜ਼ ਫੜ ਹੁੰਦੇ ਨੇ। ਉਹ ਜਿਹੜਾ ਅਸੀਂ ਨਾ ਵਿੱਚ ਭਰਮ ਜਿਹਾ ਬਣਿਆ ਹੋਇਆ, ਉਹ ਸ਼ਰਦਾ ਉਹ ਸਾਰਾ ਕੁਝ ਖਤਮ ਹੋ ਗਿਆ, ਸਮਾਜ ਦਾ ਨੁਕਸਾਨ ਹੋ ਗਿਆ, ਫਾਇਦਾ ਤਾਂ ਕੀ ਹੋਣਾ ਸੀ। ਹਾਂਜੀ। ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ। ਜਿਹੜੇ ਪੱਥਰ ਦਾ ਰੋਜ਼ ਮੱਥਾ ਟੇਕਦੇ ਨੇ ਜਾ ਕੇ, ਇਹ ਪੱਥਰ ਸੇਵਾ ਦੇ ਜਿਹੜੀ ਹੈ ਵਿਚਾਰਧਾਰਾ ਨੂੰ ਅਪਣਾਉਂਦੇ ਨੇ ਜਾ ਕੇ, ਪਾਈ ਪਾਇਆ ਆਉਂਦਾ ਵਿਚਾਰਧਾਰਾ ਨੂੰ ਅਪਣਾ ਲੈਣਾ। ਉਹਨਾਂ ਦੀ ਘਾਲ ਜਿਹੜੀ ਕਮਾਈ ਹੈ ਫਜ਼ੂਲ ਚਲੀ ਜਾਂਦੀ, ਜੋ ਵੀ ਕੁਝ ਕਰਦੇ ਨੇ ਐਵੇਂ ਜਾਂਦੀ ਹੈ। ਹਾਂਜੀ। ਠਾਕਰ ਹਮਰਾ ਸਦ ਬੁਲੰਤਾ ਸਰਬ ਜੀਆਂ ਕੋ ਪ੍ਰਭ ਦਾਨ ਦੇਤਾ। ਹੁਣ ਇਹ ਕਹਿੰਦਾ ਕਬੀਰ ਕਹਿੰਦਾ, ਜਿਹਨੂੰ ਠਾਕਰ ਅਸੀਂ ਮੰਨਦੇ ਹਾਂ, ਠਾਕਰ ਉਹ ਵੀ ਮੰਨਦੇ ਨੇ। ਉਹਨਾਂ ਦਾ ਠਾਕਰ ਹੈ ਪੱਥਰ, ਸਾਡਾ ਠਾਕਰ ਪੱਥਰ ਨਹੀਂ ਹੈ। ਸਾਡਾ ਠਾਕਰ ਬੋਲਦਾ, ਔਰ ਬੋਲਦਾ ਵੀ ਕਦੇ ਕਦੇ ਨਹੀਂ ਹੈ। ਸਦ ਬੁਲੰਤਾ, ਸਦ ਬੁਲੰਤਾ, ਉਹ ਤਾਂ ਹਮੇਸ਼ਾ ਹੀ ਬੋਲਦਾ ਰਹਿੰਦਾ, ਸਦਾ ਬੁਲੰਤਾ ਠਾਕਰ। ਠਾਕਰ ਨਾ ਜੇ ਸਦ ਬੁਲੰਤਾ ਜਪਦਾ ਬੰਦਾ ਵੀ ਹੈ ਜੀ, ਪਰ ਇਹਨਾਂ ਦੇ ਠਾਕਰ ਜਪਦੇ ਨੇ, ਝੂਠਦੇ ਹੁੰਦੇ ਨੇ। ਉਹਦੀ ਹੁੰਦੀ ਇੱਕ ਮੌਸਮ, ਕਹਿੰਦੇ ਠਾਕਰ ਝੂਠਦੇ ਨੇ। ਝੂਠਦਾ ਨਿਆਣਾ ਹੁੰਦਾ ਛੋਟਾ ਜਿਹਾ ਜਵਾਕ, ਇਹਦਾ ਕ੍ਰਿਸ਼ਨ ਵੀ ਪੈਦਾ ਹੁੰਦਾ ਹੈ, ਕ੍ਰਿਸ਼ਨ ਅਸ਼ਟਮੀ ਹੈ, ਰਾਮਨੋਮੀ ਵੀ ਹੈ, ਉਹ ਵੀ ਪੈਦਾ ਹੁੰਦਾ ਹੈ। ਭਗਤਾਂ ਦਾ ਠਾਕਰ ਨਾ ਜਪਦਾ ਨਾ ਮਰਦਾ। ਇਹਨਾਂ ਦਾ ਜੰਮਣ ਵਾਲਾ ਨੇ ਕਿਉਂਕਿ ਜਨਮ ਤਾਂ ਬਣਨ, ਕਿਉਂਕਿ ਜੇ ਹੁਣ ਕ੍ਰਿਸ਼ਨ ਨਹੀਂ ਸੀ ਜਾਂ ਜੰਮਿਆ, ਉਦੋਂ ਕੌਣ ਸੀ ਫਿਰ? ਉਦੋਂ ਵੀ ਤਾਂ ਕੋਈ ਹੋਣਾ ਹੀ ਹੈ। ਰਾਮ ਨਹੀਂ ਸੀ ਜੰਮਿਆ, ਉਦੋਂ ਕੌਣ ਸੀ ਫਿਰ? ਹੁਣ ਤਾਂ ਰਾਮ ਦੇ ਆਸਰੇ ਸਭ ਕੁਝ, ਪਹਿਲਾਂ ਕੌਣ ਸੀ? ਬਸ ਏਦਾਂ ਹੀ ਹੈ, ਸਭ ਕੁਝ ਹੈ, ਮਨ ਘੜਾਉਂਦੇ ਚੱਲਦਾ। ਸਿੱਖ ਵੀ ਸਮਝਦੇ ਨੇ ਵੀ ਗੁਰੂ ਨਾਨਕ ਤੋਂ ਪਹਿਲਾਂ ਕਿਤੇ ਅਗਰਮਤ ਥਈ ਹੋ ਨਹੀਂ, ਵਿਚਾਰਤਾ ਰਹੀ ਨਹੀਂ ਸੀ। ਇਹਦੇ ਬਿਨਾਂ ਸ੍ਰਿਸ਼ਟੀ ਕਿਵੇਂ ਕੱਢ ਜੂਗੀ? ਭਗਤ ਕਿੱਥੋਂ ਪੈਦਾ ਹੋ ਗਏ? ਪਹਿਲਾਂ ਧਰੁਵ ਪ੍ਰਹਲਾਦ ਕਿੱਥੋਂ ਆ ਗਏ? ਇਹ ਜਿਹੜੇ ਇਹੋ ਜਿਹੇ ਨੇ ਨਾ, ਇਹੋ ਜਿਹੇ ਗਿਆਨ ਵਾਲੇ ਲੋਕ, ਜਦੋਂ ਉਹਨਾਂ ਦੇ ਹੱਥ ਜਾਵੇ ਧਰਮ ਪ੍ਰਚਾਰ, ਫਿਰ ਪ੍ਰਚਾਰ ਨਹੀਂ ਹੁੰਦਾ।
ਉਹਨੂੰ ਧਰਮ ਦੇ ਨੂੰ ਪ੍ਰਚਾਰ ਨਹੀਂ ਕਿਹਾ ਜਾ ਸਕਦਾ। ਪ੍ਰਚੁਰ ਲਫ਼ਜ਼ ਹੈ ਅਸਲ ਦੇ ਵਿੱਚ, ਪ੍ਰਚੁਰ, ਪ੍ਰਚੁਰ ਨੂੰ ਪ੍ਰਚਾਰ ਬਣਾਇਆ ਹੈ। ਪ੍ਰਚੁਰ, ਪ੍ਰਚੁਰ ਕਰਨਾ ਹੁੰਦਾ ਲੋਕਾਂ ਦੇ ਮਨਾਂ ਦੇ ਵਿੱਚ ਉਹ ਗੱਲ ਨੂੰ ਵਸਾ ਦੇਣਾ, ਉਹ ਵਿਚਾਰਧਾਰਾ ਨੂੰ ਲੋਕਾਂ ਦੇ ਮਨਾਂ 'ਚ ਵਸਾ ਦੇਣਾ ਨੂੰ ਪ੍ਰਚੁਰ ਕਹਿੰਦੇ ਨੇ। ਜਿਵੇਂ ਅਸੀਂ ਛਬੀਲ ਲਾਉਂਦੇ, ਲੋਕ ਆਉਂਦੇ ਨੇ, ਪਿਆਸ ਵੀ ਲੱਗੀ ਹੁੰਦੀ ਹੈ, ਜਿਹੜਾ 2 ਗਲਾਸ ਪਾਣੀ ਪੀ ਲੈਂਦਾ ਪਤਾ ਲੱਗ ਜਾਂਦਾ ਹਾਂ ਬਈ ਸ਼ਾਂਤੀ ਆ ਗਈ। ਜਿਹਨੂੰ ਸ਼ਾਂਤੀ ਨਾ ਆਵੇ ਪ੍ਰਚੁਰ ਨਹੀਂ ਹੋਇਆ ਉਹਦੇ ਹਿਰਦੇ 'ਚ। ਸਿੱਖੀ ਪ੍ਰਚੁਰ ਜ਼ਿਆਦਾ ਹੋਈ ਆ ਜਾਂ ਉਹਨੂੰ ਸ਼ਾਂਤੀ ਮਿਲ ਜਾਵੇ ਔਰ ਸ਼ਾਂਤੀ ਰਹੇ ਟਿਕੀ ਉਹਦੇ ਅੰਦਰ, ਉਹ ਜਿਹੜੀ ਇੱਕ ਵਾਰ ਮਿਲੀ ਟਿਕੀ ਉਹ ਰਹੇ, ਉਹ ਪ੍ਰਚੁਰ ਹੁੰਦਾ। ਉਹਨੂੰ ਸੀਧਾ ਸਿੱਖਾਂ ਦੇ ਮਨ ਟਿਕੀ ਹੋਈ, ਹੁਣ ਨਹੀਂ ਆ ਕਿਸੇ ਦੇ। ਇਹ ਹੁਣ ਕੀ ਹੈ? ਹੁਣ ਪ੍ਰਚਾਰ ਨਹੀਂ ਹੈ, ਹੁਣ ਤਾਂ ਡੌਲਡੀ ਪਿੱਟੇ, ਇਹਨੂੰ ਡੌਲਡੀ ਪਿੱਟਣੀ ਕਹਿੰਦੇ ਨੇ। ਇਹ ਪ੍ਰਚਾਰ ਨਹੀਂ ਹੈਗਾ, ਜਿਹੜਾ ਸਪੀਕਰ ਲੈਂਦਾ ਡੌਲਡੀ ਪਿੱਟਦੇ ਨੇ, ਪ੍ਰਚਾਰ ਨਹੀਂ ਹੈ ਇਹ ਡੌਲਡੀ ਪਿੱਟਣੀ ਹੈ, ਬਦਨਾਮੀ ਹੁੰਦੀ ਹੈ। ਇਹ ਡੌਲਡੀ ਕਿਹਦੀ ਪਿੱਟੀ ਜਾਂਦੀ ਹੈ? ਜਿਹਦੇ ਬਲੱਡ ਹੋਣ, ਜਿਹਦਾ ਕੋਈ ਇਲਾਮ ਹੋਵੇ ਡੌਲਡੀ ਪਿੱਟੀ ਜਾਂਦੀ ਹੈ ਨਾ। ਸਿੱਖੀ ਦਾ ਆਪਣੀ ਜਗ੍ਹਾ, ਲੋਕ ਸਿੱਖੀ ਨੂੰ ਨਹੀਂ ਕੋਈ, ਸਿੱਖੀ ਆ ਗੁਰਬਾਣੀ ਨਾਲ ਨਹੀਂ ਲੋਕ ਟੁੱਟੇ ਹਨ, ਦੂਜੀਆਂ ਮੱਤਾਂ ਵੀ ਨਹੀਂ ਟੁੱਟੀਆਂ। ਜਿਹੜੇ ਦੂਜੇ ਲੋਕ ਨੇ ਸਿੱਖ ਟੁੱਟੇ ਨੇ ਸਿੱਖੀ ਨੂੰ। ਸਿੱਖਾਂ ਨੇ ਕਹੋਗੇ ਜਿਹਨਾਂ ਨੇ ਗੁਰਬਾਣੀ ਸੁਣ ਲਈ ਉਹਨਾਂ ਦਾ ਵਿਚਾਰਿਆਂ ਨੇ ਸੁਣੀ ਵੀ ਨਹੀਂ ਹੈਗੀ। ਉਹ ਤਾਂ ਸਮਝਦੇ ਨੇ ਵੀ ਸ਼ਾਇਦ ਕੋਈ ਇਹ ਪਤਾ ਨਹੀਂ ਕਿੱਡੀ ਕੋਈ ਗੱਲ ਹੈ, ਸਾਡਾ ਭਰਮ ਵੀ ਨਿਕਲ ਜਾਵੇ ਇਹਦੇ ਨਾਲ ਕੁਛ ਨਹੀਂ ਬਣਦਾ ਹੈਗਾ। ਸਿੱਖਾਂ ਦਾ ਵੀ ਭਰਮ ਨਿਕਲ ਜਾਵੇ, ਕੋਈ ਵੀ ਬਾਣੀ ਬਥੇਰੀ ਪੜ੍ਹ ਕੇ ਚੱਲੀਏ ਤਾਂ ਕੁਛ ਨਹੀਂ ਮਿਲਦਾ, ਕਿਉਂਕਿ ਪ੍ਰਚਾਰ ਨਹੀਂ, ਪ੍ਰਚੁਰ ਨਹੀਂ ਹੋਇਆ ਕਿਸੇ ਦੇ ਅੰਦਰ। ਸਿੱਖੀ ਦੀ ਤਾਂ ਡੌਂਡੀ ਪਿੱਟ ਹੁੰਦੀ ਹੈ, ਇਹ ਤਾਂ ਡੌਂਡੀ ਪਿੱਟਣੀ ਹੁੰਦੀ ਹੈ। ਗੁਲਾਮ ਹੋ ਗਿਆ ਸਭ ਕੁਛ ਇਹਨਾਂ ਦਾ। ਖਾ ਪੀ ਲਈ ਸਭ, ਹਜਮ ਹੋ ਗਿਆ ਸਭ। ਆਹ ਜਿਹੜੀ ਪਿਛਲਿਆਂ ਦੀ ਕਮਾਈ ਖਾ ਲਈ ਇਹਨਾਂ ਨੇ, ਆਪਣੇ ਪੱਲੇ ਹੈ ਨਹੀਂ ਕੋਈ। ਜੋ ਰੌਲਾ ਪਾਉਂਦੇ ਨੇ ਮਾਂ ਕੱਢ ਕੱਢ ਕੇ ਜਿਹੜੇ ਪਾਉਂਦੇ ਰਾਗੀ ਢਾਡੀ, ਉਹ ਪਿਛਲਿਆਂ ਦੀਆਂ ਕਮਾਈਆਂ ਦੀ ਬਹੁਤ। ਤੁਹਾਡੇ ਪੱਲੇ ਕੀ? ਉਹਨੂੰ ਪੁੱਛੋ ਤੁਹਾਡੇ ਪੱਲੇ ਕੀ ਹੈ, ਤੁਸੀਂ ਆਪਣੀ ਗੱਲ ਕਰੋ। ਆਪਣੀ ਗੱਲ ਨਹੀਂ ਕੋਈ ਕਰਦਾ ਵੀ ਅਸੀਂ ਕੀ ਅੱਜ, ਤੁਸੀਂ ਆਪਣੀ ਗੱਲ ਕਰੋ ਅਸੀਂ ਅੱਜ ਕੀ ਹੋ। ਪਿੱਛੇ ਜੋ ਸੀਗਾ ਤੁਸੀਂ ਕੀ ਲੈਣਾ ਪਿਛੇ ਵਾਲਿਆਂ ਤੇ? ਪਿਛੇ ਸੀ ਜਾਂ ਨਹੀਂ ਸੀ, ਤੁਸੀਂ ਕੀ ਲੈਣਾ? ਅੱਜ ਤੁਸੀਂ ਕੀ ਹੋਏ ਗੱਲ ਕਰੋ। ਅੱਜ ਨਹੀਂ ਕੋਈ ਕਰਦਾ ਗੱਲ ਕੀ ਆ, ਬਸ ਪਿਛਲਾ ਖਾ ਖੂ ਲਿਆ, ਹੁਣ ਦਿਵਾਲੀਏ ਹੋ ਗਏ। ਜੇ ਹੁਣ ਭਾਈ ਜਿਹੜੀ ਬਜ਼ੁਰਗਾਂ ਦੀ ਕਮਾਈ ਹੈ, ਜਾਇਦਾਦ ਜਿਹੜੀ ਦੇ ਕੇ ਜੇ ਅਸੀਂ ਖਾ ਪੀ ਲਈ ਸਾਰੀ, ਉਹ ਦਿਵਾਲੀ ਆਉਂਦਾ, ਦਿਵਾਲੀਏ ਬਣ ਦੀ ਡੌਂਡੀ ਪਿੱਟ ਹੁੰਦੀ ਆ। ਇਹ ਦਿਵਾਲੀਏ ਬਣ ਦੀ ਡੌਂਡੀ ਆ। ਇਸ਼ਤਿਹਾਰ ਆਏ ਹੋਏ ਨੇ ਬੜੇ ਬੜੇ ਸੰਤਾਂ ਦੇ। ਇਹ ਕੀ ਹੈ? ਇਹ ਕੰਪਨੀਆਂ ਦੀਆਂ ਐਡਾਂ ਨਹੀਂ ਹੁੰਦੀਆਂ, ਕੰਪਨੀਆਂ ਐਡਾਂ ਨਹੀਂ ਦਿੰਦੀਆਂ, ਐਡਾਂ ਦਿੰਦੀਆਂ ਕੰਪਨੀਆਂ ਮਾਇਆ ਵਾਸਤੇ। ਇਹਦਾ ਐਡਾਂ ਨੇ ਇਹਨਾਂ ਦੀਆਂ। ਠਾਕਰ ਹਮਰਾ ਸਾਧ ਬਲੰਤਾ, ਠਾਕਰ ਹਮਰਾ ਸਾਧ ਬਲੰਤਾ, ਸਰਬ ਜੀਵ ਪ੍ਰਭ ਦਾਨ ਦੇਤਾ। ਜਿਹੜਾ ਹਮਰਾ ਠਾਕਰ ਸਾਧ ਬਲੰਤਾ ਕਬੀਰ ਕਹਿੰਦੇ, ਇਹਦਾ ਦਰਸ਼ਨ ਕੌਣ ਸੰਤ ਕੌਣ ਹੈ? ਇਹ ਦੱਸਣ ਕੌਣ ਹੈ? ਇਹਨੂੰ ਇਹਦਾ ਪ੍ਰਚਾਰ ਕਰਨਾ, ਪ੍ਰਗਟ ਕਰਕੇ ਦਿਖਾਉਣ ਕੌਣ ਹੈ? ਕਿਹਨੂੰ ਕਿਹਾ ਹੋਇਆ? ਜਦੋਂ ਇਹ ਪ੍ਰਗਟ ਕਰ ਲੈਣਗੇ ਉਦੋਂ ਫਿਰ ਪ੍ਰਚੁਰ ਹੋ ਜੂ। ਪੰਥ ਪ੍ਰਚੁਰ ਹੋਣ ਲੱਗ ਜੂ ਜਦੋਂ ਠਾਕਰ ਦਿਖਾਤਾ ਦੁਨੀਆ ਨੂੰ ਇਹਨਾਂ ਨੇ ਵੀ ਠਾਕਰ ਕੀ ਹੈ, ਸਾਧ ਬਲੰਤਾ। ਹਾਂ, ਸਰਬ ਜੀਆਂ ਕੋ ਪ੍ਰਭੂ ਦਾਨ ਦੇਤਾ। ਸਰਬ ਜੀਆਂ ਕੋ ਪ੍ਰਭੂ ਦਾਨ, ਉਹ ਪ੍ਰਭੂ ਦਾ ਸਾਰੇ ਜੀਆਂ ਨੂੰ ਦਾਨ ਦਿੰਦਾ। ਜਿਹੜਾ ਕੁਛ ਮੰਗਦਾ ਉਹਨੂੰ ਉਹੀ ਦਿੰਦਾ, ਜੋ ਮੰਗਦਾ ਠਾਕਰ ਆਪਣੇ ਤੇ ਸੋਈ ਦੇਵਾ। ਉਹ ਠਾਕਰ ਦਾ ਬੋਲੰਤਾ ਸਦਾ ਹੀ, ਉਹਦਾ ਹੁਕਮ ਚੱਲਦਾ। ਹੁਕਮ ਬੰਦੇ ਨਹੀਂ ਹੋ ਸਕਦਾ ਕਿਸੇ ਘੜੀ, ਹੁਕਮ ਨਾਲ ਤਾਂ ਸ੍ਰਿਸ਼ਟੀ ਚੱਲਦੀ ਹੈ। ਉਹਦੇ ਹੁਕਮ ਨਾਲ ਸ੍ਰਿਸ਼ਟੀ ਚੱਲਦੀ ਹੈ, ਉਹਦੇ ਹੁਕਮ ਨਾਲ ਜੀਵਾਂ ਨੂੰ ਰਿਜ਼ਕ ਪਹੁੰਚਦਾ। ਉਹਦਾ ਹੁਕਮ ਹੀ ਜਮਣਾ ਮੰਨਣਾ। ਹਾਂਜੀ,
ਅੰਤਰ ਦੇਵ ਨ ਜਾਣੇ ਅੰਧ ਭਰਮ ਕਾ ਮੋਇਆ ਮੋਇਆ ਪਾਵੇ ਉਹਦਾ ਹੋ ਗਿਆ ਠਾਕਰ, ਇਹਦਾ ਹੋ ਗਿਆ ਠਾਕਰ ਸਤ ਬੁਲੰਤਾ। ਅਰੇ ਦੇਵ ਬਣਾਈ ਬੈਠਾ ਪੱਥਰ ਦਾ, ਉਹ ਅੰਦਰ ਹੈ, ਉਹਦਾ ਮੂੰਹ ਹੈ। ਦੇਵਤਾ ਇਹਦੇ ਨਾਲ ਦਾ ਹੀ ਅੱਧਾ ਅੱਧਾ ਦੇਵ ਹੈ, ਅੱਧਾ ਇਹ ਦੇਵ ਹੈ। ਅੱਧਾ ਅਸੰਤ ਹੈ, ਅੱਧਾ ਸੰਤ ਹੈ। ਜਿਹੜਾ ਸੰਤ ਹੈ ਦੇਵ ਹੈ, ਇਹ ਸਾਧ ਹੈ, ਇਹ ਪ੍ਰਾਤਮਾ, ਇੱਕ ਦੇ ਹੀ ਹੋਣੇ ਹੋ। ਅੱਧਾ ਸ਼ੁੱਧ ਹੈ ਮਨ, ਅੱਧਾ ਅਸ਼ੁੱਧ ਹੈ। ਜਿਹੜਾ ਅਸ਼ੁੱਧ ਹੈ ਉਹ ਦੇਵ ਹੈ, ਜਿਹੜਾ ਅਸ਼ੁੱਧ ਹੈ ਅਦੇਵ ਹੈ, ਜਿਹੜਾ ਸ਼ੁੱਧ ਹੈ ਉਹ ਦੇਵ ਹੈ। ਜਿਹੜਾ ਸ਼ੁੱਧ ਹੈ ਉਹ ਸੰਤ ਹੈ, ਜਿਹੜਾ ਅਸ਼ੁੱਧ ਹੈ ਉਹ ਅਸੰਤ ਹੈ। ਜਿਹੜਾ ਸ਼ੁੱਧ ਹੈ ਉਹ ਸਾਧ ਹੈ, ਅੱਧਾ ਅਸ਼ੁੱਧ ਹੈ ਉਹ ਅਸਾਧ ਹੈ। ਅਸਾਧ ਅਸਾਧ ਨੂੰ ਸਾਧਣਾ, ਮਨ ਅਸਾਧ ਹੈ ਉਹਨੂੰ ਸਾਧਣਾ। ਮਨ ਸਾਧੇ ਸਿੱਧ ਹੋਏ। ਇਹ ਪਹਿਲੇ ਵੀ ਸਾਧ ਬਣ ਕੇ ਸਵਾਹ ਪਾ ਕੇ ਸੱਚ, ਉਹ ਸੱਚ ਸਵਾਹ ਪਾਉਣੀ ਦਾ ਬਦਨਾਮੀ ਹੈ। ਸਵਾਹ ਪਾਉਣੀ ਦਾ ਬਦਨਾਮੀ ਹੈ। ਸਾਧਣਾ ਹੈ ਮਨ ਨੂੰ। ਜੇ ਸਵਾਹ ਪਾ ਲਈ ਚਲੋ ਕੋਈ ਗੱਲ ਨਹੀਂ, ਜੇ ਸਾਧ ਲਿਆ ਮਨ, ਜੇ ਸਾਧ ਲਿਆ ਮਨ, ਜੇ ਤਾਂ ਸਿਰਫ ਇਸ ਕਰਕੇ ਸਵਾਹ ਪਾਈ ਹੈ ਬਈ ਭਾਈ ਕੰਮਕਾਰ ਛੱਡਤਾ, ਸੰਸਾਰ ਛੱਡਤਾ, ਵਿਆਹ ਕਰਾਉਣਾ ਨਹੀਂ, ਲੋਕ ਬਦਨਾਮੀ ਕਰਨਗੇ, ਸਵਾਹ ਪਾ ਲਈ ਅਸੀਂ ਤਾਂ ਵੀ ਭਾਈ ਜਿੰਨੀ ਮਰਜ਼ੀ ਬਦਨਾਮੀ ਕਰ ਲਓ, ਅਸੀਂ ਤਾਂ ਭਾਈ ਸਾਨੂੰ ਔਖਾ ਹੈਗਾ ਕ੍ਰਿਸਤ ਦਾ। ਅਸਲ ਦਾ ਸਵਾਹ ਤਾਂ ਪਾਈ ਸੀ ਕ੍ਰਿਸਤ ਦੇ ਹਥਿਆਰ ਸਿਰਤੇ ਸੀ, ਸਾਡੇ ਵਾਸਤਾ ਨਹੀਂ ਲੜਨਾ, ਪਰ ਅਸੀਂ ਆਪਣਾ ਜਿਹੜੀ ਲੜਾਈ ਲੜਨਾ ਹੈ ਪਰ ਜਿੱਤਣ ਦੀ ਉਹ ਜਿੱਤਾਂਗੇ ਜ਼ਰੂਰ। ਉਹਦੇ ਬਾਅਦ ਕ੍ਰਿਸਤ ਕਰਨਾ ਸਾਨੂੰ ਔਖਾ ਹੈ, ਦੋ ਕੰਮ ਇਕੱਠੇ ਨਹੀਂ ਚੱਲਣੇ। ਜੇ ਬਦਨਾਮੀ ਹੁੰਦੀ ਹੈ ਅਸੀਂ ਆਪੇ ਸੌਂਪਾ ਲੈਂਦੇ ਸੱਚ। ਤੁਸੀਂ ਬਦਨਾਮੀ ਕਾਹਦੀ ਕਰਦੇ, ਅਸੀਂ ਆਪੇ ਸੌਂਪਾ ਲੈਂਦੇ, ਹਾਰ ਮੰਨ ਲੈਂਦੇ ਹਾਂ। ਸੌਂਪ ਹਾਰ ਮੰਨ ਲਈ ਅਸੀਂ, ਸੌਂਪ ਮਤਲਬ ਹਾਰ ਮੰਨ ਲਈ ਹੈ। ਇਹ ਪੱਖੋਂ ਅਸੀਂ ਹਾਰ ਮੰਨ ਲਈ ਵੀ ਕ੍ਰਿਸਤੀ ਔਰ ਧਰਮ ਸਾਥੇ ਇਕੱਠੇ ਨਹੀਂ ਚੱਲਦੇ। ਪਰ ਦੂਜਾ ਉਹ ਦੂਆ ਬਣਾ ਚਲਾਇਆ, ਫਿਰ ਜੇ ਦੂਆ ਬਣਾ ਚਲਾਵੇ ਜਿਹਦੇ ਵਾਸਤੇ ਸਵਾਹ ਪਾਈ ਹੈ, ਫਿਰ ਕੀ ਹੋਵੇ? ਉਹ ਵੀ ਗਿਆ, ਮਾਇਆ ਮਿਲੀ ਰਾਮ। ਰਾਮ ਵਾਸਤੇ ਸਵਾਹ ਪਾਈ ਸੀ, ਰਾਮ ਵੀ ਛੱਡਤਾ, ਉਹ ਵੀ ਨਹੀਂ ਮਿਲੇ। ਦੁਬਦਾ ਮੈਂ ਦੋਨੋਂ ਗਏ। ਹਾਂਜੀ, ਅੰਤਰ ਦੇਵ ਨ ਜਾਣੇ ਅੰਧ ਭਰਮ ਕਾ ਮੋਇਆ ਪਾਵੇ ਸੰਧ। ਜਿਹੜਾ ਹੈਗਾ ਪੰਡਤ ਉਹਨੇ ਸਵਾਹ ਨਹੀਂ ਪਾਈ ਹੈ, ਉਹਨੇ ਤਾਂ ਰਾਮ ਪਾਉਣਾ ਨਹੀਂ ਸੀ, ਉਹਨੇ ਤਾਂ ਅੰਦਰੋਂ ਰਾਮ ਵੀ ਬਾਹਰ ਕੱਢਿਆ। ਜੇ ਮੁਖ ਨੇ ਕਿਸਾ ਉਹਨੇ ਤਾਂ ਕਿਹਾ ਰਾਮ ਨੂੰ ਰੇੜ ਗਿਆ ਬਾਹਰ, ਰਾਵਣ ਨੂੰ ਹੋਣ ਦੇ ਅੰਦਰ, ਉਹ ਤਾਂ ਅੰਦਰੋਂ ਬਾਹਰ ਕੱਢਿਆ ਰਾਮ ਨੂੰ। ਉਹ ਤਾਂ ਰਾਮ ਰਾਮ ਕਹਿ ਕੇ ਉਹਨੂੰ ਕਹਿੰਦਾ ਬਾਹਰ ਨਿਕਲ ਗਿਆ ਰਾਮ ਨੂੰ, ਵੀ ਤੂੰ ਨਿਕਲ ਅੰਦਰੋਂ, ਰਾਵਣ ਦਾ ਰਾਜ ਕਰੀਏ। ਰਾਵਣ ਹੈ ਬ੍ਰਾਹਮਣ, ਅੰਦਰੋਂ ਰਾਮ ਦੇ ਖਿਲਾਫ ਹੈ ਬ੍ਰਾਹਮਣ। ਇਹ ਤਾਂ ਬਾਹਰ ਦੀਆਂ ਗੱਲਾਂ ਨੇ, ਅੰਦਰੋਂ ਰਾਮ ਦੇ ਖਿਲਾਫ ਹੈ ਬ੍ਰਾਹਮਣ, ਖਿਲਾਫ ਰਹੂਗਾ ਵੀ ਬ੍ਰਾਹਮਣ ਰਾਮ ਦੇ। ਬ੍ਰਾਹਮਣੋਂ ਤੋਂ ਖਿਲਾਫ ਹੈ ਜਿਹਨੂੰ ਮੂੰਹ ਤੋਂ ਇਹ ਚੰਗਾ ਕਹਿੰਦਾ, ਮੁਖੋਂ ਹੀ ਪੰਡਤ ਮਿੱਠੇ। ਜਿਹਨੂੰ ਮੂੰਹ ਤੋਂ ਚੰਗਾ ਕਹਿੰਦਾ ਉਹਦੇ ਅੰਦਰੋਂ ਖਿਲਾਫ ਹੈ ਬ੍ਰਾਹਮਣ। ਇਹ ਬ੍ਰਾਹਮਣ ਦੀ ਚਾਲ ਨਹੀਂ, ਬ੍ਰਾਹਮਣ ਦਾ ਗੁਣ ਹੈ, ਚਾਲ ਕਰਦਾ। ਵਾਹ ਭਾਈ ਵਾਹ, ਚਾਲ ਹੈ, ਗੁਣ ਹੈ ਉਹਦਾ। ਇਹ ਬਹੁਤ ਵੱਡਾ ਗੁਣ ਹੈ। ਚ ਜਿਹਦੇ ਨਾਲ ਦੁਸ਼ਮਣੀ ਕਰਨੀ ਉਹਦੇ ਨਾਲ ਮੂੰਹ ਤੋਂ ਮਿੱਠਾ ਰਹਿਣਾ। ਮਿੱਠਾ ਉਹਦੇ ਨਾਲ ਰਹਿਣਾ ਜਿਹਨਾਂ ਯਾਦ ਕਰਦੀ ਹੈ, ਜਿਹਨੂੰ ਧੋਖਾ ਦੇਣਾ ਉਹਦੇ ਨਾਲ ਮਿੱਠਾ। ਜਿਹਦਾ ਜ਼ਿਆਦਾ ਮਿੱਤਰ ਦਾ ਬਣਨਾ ਉਹਦੇ ਡੰਗ ਮਾਰਦਾ ਬ੍ਰਾਹਮਣ। ਮੁਖੋਂ ਇਹ ਪੰਡਤ ਮਿੱਠੇ ਵੀ ਪੰਡਤ ਕਹਿ ਰਿਹਾ, ਕਿਸੇ ਹੋਰ ਨੂੰ ਨਹੀਂ ਕਿਹਾ ਵੀ ਪੰਡਤ ਹੈ ਜਿਹੜਾ ਕਹਿ ਰਿਹਾ। ਉਹ ਪੰਡਤ ਬ੍ਰਾਹਮਣ ਹੈ, ਸਰਸਵ ਬ੍ਰਾਹਮਣ ਹੈ। ਉਹ ਪਾਠ ਦਾ ਫਿਰ ਵੇਦ ਲਿਖੇ ਨੇ ਇਹਨਾਂ ਨੇ ਪੰਡਤਾਂ ਨੇ,
ਇਹਨਾਂ ਦੇ ਬਜ਼ੁਰਗਾਂ ਨੇ। ਪੰਡਤ ਇਸੇ ਦੇ ਖਿਲਾਫ ਹੈ, ਇਹਨਾਂ ਦੇ ਖਿਲਾਫ ਹੈ। ਕੈਟਾਗਰੀ ਜੋ ਕੱਢੇ ਹੋਏ ਨੇ ਉਹ, ਹਾਂ ਕੱਢੇ ਹੋਏ ਨੇ ਉਹ ਵਿਰੋਧ ਲਿਖੇ ਹੋਏ ਨੇ ਇਹਨਾਂ ਦੇ ਸਵਈਆਂ ਚ ਸਾਰੀ ਗੱਲ ਇਹਨਾਂ ਨੇ ਕੱਢੇ ਨੇ। ਪੰਡਤ ਇਹ ਬ੍ਰਾਹਮਣ ਉਹ ਨੇ ਜਿਨ੍ਹਾਂ ਨੇ ਸਿਮਰਤ ਸ਼ਾਸਤਰ ਲਿਖੇ ਨੇ। ਮਨੂ ਵੇਦ ਦੇ ਖਿਲਾਫ ਹੈ। ਜਿਹਦੇ ਖਿਲਾਫ ਹੈ ਉਹਦੇ ਜ਼ਿਆਦਾ ਨੇੜੇ ਹੈ। ਢਿੱਡੋਂ ਜਿਹਦੇ ਖਿਲਾਫ ਹੈ, ਜੇ ਉਹਦੇ ਨੇੜੇ ਲੰਘ ਜਾਣ ਧੋਖਾ ਕਿਵੇਂ ਦਊ? ਧੋਖਾ ਕਿਵੇਂ ਦਊ? ਰਣਜੀਤ ਸਿੰਘ ਦੇ ਰਾਜ ਚ ਵੜ ਗਏ, ਬੇੜਾ ਬਿਠਾਤਾ। ਕਹਿੰਦੇ ਸੱਪ ਤਕਸਰ ਨਾਗ ਦਾ ਸੁਭਾਅ ਹੈ ਕਿ ਜਿਹਦੇ ਉਹਨੇ ਡੰਗ ਮਾਰਨਾ ਉਹਦੇ ਜੁੱਤੀ ਜਾਵਣ, ਛੋਟਾ ਜਿਹਾ ਬਣ ਕੇ, ਛੋਟਾ ਬਣ ਕੇ, ਆਪਣੇ ਆਪ ਨੂੰ ਉਹਦਾ ਨੌਕਰ ਬਣ ਕੇ ਜੁੱਤੀ ਜਾਵਣ। ਮੂਹਰੇ ਲੋਕ ਜਿੱਥੇ ਹੁੰਦੀ ਹੈ, ਜਿੱਥੇ ਪੈਰ ਖਾਲੀ ਹੁੰਦੀ ਹੈ ਜਗ੍ਹਾ ਥੋੜੀ ਜੀ, ਉੱਥੇ ਬਹਿ ਜਾਣਾ। ਜਾਂ ਜੁੱਤੀ ਬਹੁਤ ਜ਼ਿਆਦਾ ਡੰਗ ਮਾਰਨਾ ਪੈਰ 'ਚ, ਗੂਠੇ ਤੇ। ਇਹ ਪੁਰਾਣੀ ਕਹਾਣੀ ਹੈ, ਪੁਰਾਣੀ ਸਾਖੀ ਹੈ ਚੱਲਦੀ ਆਉਂਦੀ। ਇਹ ਉਹ ਚੀਜ਼ ਹੈ ਪੈਰ ਦੇ ਗੂਠੇ ਦੇ ਡੰਗ ਮਾਰਨੇ ਵਾਲੀ ਹੈ ਜਾਤ। ਆਗੇ ਡੰਗ ਕਿਹਦੇ ਮਾਰਦੀ ਹੈ? ਡੰਗ ਮਾਰਦੀ ਹੈ ਸੱਚ ਦੇ। ਸੱਚ ਦਾ ਵਿਰੋਧੀ ਹੈ ਬ੍ਰਾਹਮਣ, ਔਰ ਰਹੂਗਾ ਹਮੇਸ਼ਾ ਹੀ। ਪੰਡਤ ਸੱਚ ਦਾ ਵਿਰੋਧੀ ਹੈ। ਜਿੰਨਾ ਵਿਦਵਾਨ ਹੈ ਸੱਚ ਦਾ ਵਿਰੋਧੀ ਹੈ। ਦੁਨੀਆ ਵਿੱਚ ਜਿੰਨਾ ਵੀ ਵਿਦਵਾਨ ਹੈ ਸੱਚ ਦਾ ਵਿਰੋਧੀ ਹੈ। ਮੂੰਹ ਤੋਂ ਜੋ ਮਰਜ਼ੀ ਕਹੀ ਜਾਣ, ਸੱਚ ਦਾ ਵਿਰੋਧੀ ਹੈ। ਮਾਇਆ ਦਾ ਪੁਜਾਰੀ ਹੈ। ਜਿੰਨਾ ਵਿਦਵਾਨ ਹੈ, ਚਾਹੇ ਕਢਾਈ ਹੈ, ਕੋਈ ਕਿਸੇ ਰੂਪ ਚ ਹੈ, ਉਹ ਸਾਇੰਸਦਾਨ ਲੈ ਲਓ, ਵਿਦਵਾਨ ਲੈ ਲਓ। ਹੁਣ ਕੋਈ ਅੱਜ ਦੀਆਂ ਅਫਸਰਸ਼ਾਹੀ ਹੈ, ਕੀ ਹੈ? ਸਭ ਵਿਦਵਾਨ ਨੇ, ਸਭ ਮਾਇਆ ਦੇ ਪੁਜਾਰੀ ਨੇ, ਸੱਚ ਦੇ ਸਭ ਵਿਰੋਧੀ ਨੇ। ਅੰਤਰ ਦੇਉ ਨਾ ਜਾਣੇ ਅੰਧ, ਅੰਤਰ ਦੇਉ ਨਾ ਜਾਣੇ ਅੰਧ, ਭੰਨ ਕਾ ਮੋਇਆ ਪਾਵੇ ਫੰਦ। ਅੱਲਾ ਨਹੀਂ ਜਾਣਦਾ ਜਿਹੜਾ ਪੱਥਰ ਨੂੰ ਦੇਵ ਬਣਾਈ ਬੈਠਾ ਉਹਨੇ, ਉਹ ਹਿੰਦੂ ਹੈ। ਜੋਗੀ ਨਹੀਂ ਹੁੰਦਾ ਇਹਦੇ ਵਿੱਚ ਬਿਲਕੁਲ ਵੀ। ਅੰਤਰ ਦੇਉ ਨਾ ਜਾਣੇ ਅੰਧ, ਭਰਮ ਕਾ ਮੋਇਆ ਪਾਵੇ ਫੰਦ। ਪਰਮ ਕਾ ਮੋਇਆ, ਪਰਮ ਦੇ ਵਿੱਚ ਰਸਿਆ ਹੋਇਆ। ਪਾਵੇ ਫੰਦ, ਪਾਵਾ ਫੁੰਦਾ। ਲੋਕਾਂ ਨੇ ਗਲੇ 'ਚ ਫਾਂਸੀ ਪਾਈ ਜਾਂਦਾ, ਪੜਾਈ ਜਾਂਦਾ, ਜਮਲੇ ਜਾਲ 'ਚ ਫਸਾਈ ਜਾਂਦਾ। ਪਾਵਾ ਫੰਦਾ, ਉਹ ਫੰਦਾ ਜਿਹੜਾ ਹੁੰਦਾ ਨਾ, ਫੰਦਾ ਕਿਸੇ ਦੇ ਗਲ 'ਚ ਪਾਉਣਾ ਪਾਪ ਹੈ। ਜਿਹਨੂੰ ਇਹ ਕਸਾਈ ਉਹ ਕਹਿੰਦੇ ਨੇ ਜਲਾਦ, ਉਹ ਕੀ ਹੁੰਦਾ? ਹੁਕਮ ਦਾ ਸਰਕਾਰ ਦਾ, ਫਾਂਸੀ ਦੇ ਦੋ। ਜਲਾਦ ਤਾਂ ਫੰਦਾ ਹੀ ਪਾਉਂਦਾ, ਹੋਰ ਕੀ ਪਾਉਂਦਾ? ਦੁਨੀਆ ਉਹਨੂੰ ਬੁਰਾ ਕਹਿੰਦੀ ਹੈ। ਜਲਾਦ ਨੂੰ ਬੁਰਾ ਕਾਹਤੇ ਕਹਿੰਦੀ ਹੈ? ਕਹਿੰਦੇ ਫੰਦਾ ਪਾਉਂਦਾ ਬੇਰਹਿਮ। ਮੈਂ ਜਿਹੜਾ ਫੰਦਾ ਪਾਉਣ ਵਾਲਾ ਉਹ ਇਹ ਜਿਹਾ ਹੁੰਦਾ, ਜਿਹੜਾ ਜਲਾਦ ਹੁੰਦਾ ਜੇਲ੍ਹ ਦਾ। ਜਲਾਦ ਬੜਾ ਨਹੀਂ ਕੋਈ ਕਰਦਾ ਹੈਗਾ, ਸਭ ਲੋਕ ਡਰਦੇ ਨੇ। ਔਰ ਜਲਾਦ ਕੋਈ ਵੀ ਬਿਨਾਂ ਸ਼ਰਾਬ ਪੀਤੇ ਦੇ ਫੰਦਾ ਨਹੀਂ ਪਾ ਸਕਦਾ ਕਿਸੇ ਦੇ ਗੱਲ 'ਚ, ਕਦੇ ਨਹੀਂ ਪਾਉਂਦਾ। ਉਹਨੂੰ ਵੀ ਰਹਿਮ ਆਉਂਦਾ ਅੰਦਰੋਂ। ਯਾਨੀ ਉਹਦਾ ਰਹਿਮ ਤਾਂ ਨਹੀਂ ਆਉਂਦਾ, ਕਮਜ਼ੋਰ ਹੁੰਦਾ ਦਿਲ। ਮਾਰਨਾ ਹਰ ਮਰਨ ਵਾਸਤੇ ਦਿਲ ਤਕੜਾ ਚਾਹੀਦਾ। ਦਿਲ ਨੂੰ ਤਕੜਾ ਕਰਨ ਵਾਸਤੇ ਉਹ ਫੰਦਾ ਤਕੜੇ ਦਿਲ ਵੱਲੋਂ ਪੈਂਦਾ ਨਹੀਂ। ਨਾ ਕੋਈ ਮਰ ਹੁੰਦਾ, ਨਾ ਆ ਮਰ ਹੁੰਦਾ, ਨਾ ਕਿਸੇ ਨੂੰ ਮਾਰ ਹੁੰਦਾ। ਇਹ ਤਕੜੇ ਦਿਲ ਦੀ ਗੱਲ ਹੈ। ਉਹ ਏਦਾਂ ਕਰਦੇ ਨੇ। ਪਰ ਪੰਡਤ ਬਿਲਕੁਲ ਸ਼ਰਾਬ ਨਹੀਂ ਪੀਂਦਾ, ਫੰਦੇ ਜ਼ਿਆਦਾ ਪਾਉਂਦਾ। ਜ਼ਿਆਦਾ ਬੰਦਿਆਂ ਦੇ ਫੰਦੇ ਪਾਉਂਦੇ ਨੇ। ਸੰਤ ਔਰ ਪੰਡਤ ਸ਼ਰਾਬ ਨਹੀਂ ਪੀਂਦੇ,
ਉਹ ਜਿਹੜਾ ਸ਼ਰਾਬ ਪੀਂਦਾ ਨਾ ਜਲਾਦ, ਉਹਦਾ ਬਹੁਤ ਟੈਂਪਰੇਰੀ ਨਸ਼ੇ ਵਾਲੀ ਸ਼ਰਾਬ ਹੈ, ਬਹੁਤ ਤੇਜ਼ ਸ਼ਰਾਬ ਪੀਂਦੇ ਨੇ। ਇਹ ਪੀਂਦੇ ਨੇ ਲੱਖਾਂ ਸਾਲ ਪੁਰਾਣੀ, ਹਜ਼ਾਰਾਂ ਸਾਲ ਪੁਰਾਣੀ ਸ਼ਰਾਬ। ਉਹ ਹੈ ਦੁਰਮਤ ਦੀ ਮੱਧ। ਦੁਰਮਤ ਮੱਧ ਹੈ, ਉਹ ਜ਼ਿਆਦਾ ਖਤਰਨਾਕ ਹੈ ਸ਼ਰਾਬ ਨੂੰ। ਤਾਂ ਫੰਦੇ ਪਾਈ ਜਾਂਦੇ ਨੇ ਸਾਰਿਆਂ ਦੇ ਗਲਾਂ 'ਚ, ਤਾਂ ਨਹੀਂ ਇਹਨੂੰ ਰਹਿਮ ਆਉਂਦਾ। ਰਹਿਮ ਕਿਵੇਂ ਆਵੇ? ਦੁਰਮਤ ਮੱਧ ਜੇ ਪੀਵਤੇ ਬਿਸਲੀ ਪਤ ਕਮਲੀ, ਇਹਦਾ ਨਹੀਂ ਪ੍ਰਚਾਰ ਕਰਦੇ। ਇਹਦਾ ਪ੍ਰਚਾਰ ਭਗਤਾਂ ਨੇ ਕੀਤਾ ਦੁਰਮਤ ਮੱਧ ਦਾ। ਦੁਰਮਤ ਮੱਧ ਦੇ ਪ੍ਰਚਾਰ ਨਾਲ ਬਾਂਗਾ ਕਰਦੇ ਨੇ। ਫਿਰ ਜਦ ਇਹਨੂੰ ਨੰਗੀ ਕੀਤਾ ਜਾਂਦਾ ਦੁਰਮਤ ਮੱਧ ਨੂੰ, ਫਿਰ ਇਹਨਾਂ ਨੂੰ ਵਿਫਤਾ ਪੈਂਦੀ ਹੈ ਪੰਡਤਾਂ ਨੂੰ। ਫਿਰ ਲੋਕਾਂ ਨੂੰ ਧੋਣੀ ਮਿਲਦਾ। ਫਿਰ ਧਰਤੀ ਕਹਿੰਦੇ ਵੀ ਧਰਤੀ ਫੜ ਜਾਵੇ, ਉੱਥੇ ਰੁਕ ਜੀਏ ਅਸੀਂ, ਹੋਰ ਕਿਤੇ ਜਗ੍ਹਾ ਨਹੀਂ ਮਿਲਣੀ ਇਹਨਾਂ ਨੂੰ। ਇਹਨਾਂ ਨੇ ਬੜਾ ਪ੍ਰਚਾਰ ਕੀਤਾ ਸ਼ਰਾਬ ਦੇ ਖਿਲਾਫ, ਇਹਨਾਂ ਨੇ ਬੜਾ ਨਸ਼ਾ ਦੇ ਖਿਲਾਫ। ਹੁਣ ਦੇਖਿਓ, ਹੁਣ ਜਦ ਦੁਰਮਤ ਦੇ ਖਿਲਾਫ ਪ੍ਰਚਾਰ ਹੋਊ, ਤੁਹਾਨੂੰ ਜਗ੍ਹਾ ਕਿੱਥੇ ਮਿਲਦੀ ਹੈ? ਆਪਣੇ ਲੋਕਾਂ ਨੂੰ ਦੇਖਣ ਤੋਂ ਤੁਹਾਨੂੰ ਜਗ੍ਹਾ ਕਿੱਥੇ ਮਿਲਦੀ ਹੈ? ਲੋਕਾਂ ਨੂੰ ਜੋ ਤੁਸੀਂ ਕਰ ਰਹੇ ਹੋ, ਤੁਹਾਡੀ ਕਾਰਗੁਜ਼ਾਰੀ ਤੋਂ ਜਾਂ ਪਰਦਾ ਹੁਣ ਚੱਕਿਆ ਜਾਣਾ। ਪਹਿਲਾਂ ਭਗਤਾਂ ਨੇ ਚੱਕਿਆ ਸੀ, ਉਹ ਭਗਤਾਂ ਨੇ ਚੱਕਿਆ ਹੋਇਆ ਆਹ ਦੁਬਾਰਾ ਅਰਥੇ ਕਰਨੇ ਨੇ। ਕਿਵੇਂ ਚੱਕਿਆ ਸੀ? ਕੀ ਪੜਦਾ ਹੁੰਦਾ? ਉਹੀ ਦੱਸੀ ਹੋਈ ਆ ਗੱਲ। ਮੁੜ ਕੇ ਤੁਸੀਂ ਪੜਦੇ ਫਿਰ ਪਾਤੇ, ਇਹਦੇ ਅਰਥਾਂ ਦੇ ਪੜਦੇ ਪਾਤੇ ਮੁੜ ਕੇ ਇਹਨਾਂ ਨੇ। ਹੁਣ ਵੀ ਪੜਦੇ ਪਾਈ ਜਾਂਦੇ ਨੇ ਸੰਤ, ਇਹ ਪੜਦੇ ਚੱਕੇ ਜਾਣੇ ਨੇ, ਜਾਲ ਹੋ ਜਾਣ। ਹਾਂਜੀ, ਨਾ ਪਾਥਰ ਬੋਲੇ ਨਾ ਕਿਛ ਦੇ, ਫੋਕਟ ਕਰ ਨਿਰਭਰ ਹੈ ਸੇਵ। ਨਾ ਤਾਂ ਪੱਥਰ ਬੋਲਦਾ, ਨਾ ਕੋਈ ਤੁਹਾਨੂੰ ਦੇ ਸਕਦਾ। ਇਹਦੀ ਪੂਜਾ ਫੋਕਟ ਕਰਮ, ਪੱਥਰ ਦੀ ਪੂਜਾ ਫੋਕਟ ਕਰਮ। ਔਰ ਸੇਵਾ ਨਿਫਲ ਹੈ, ਨਿਫਲ ਹੈ ਸੇਵ। ਫੋਕਟ ਕਰਮ ਹੈ, ਨਿਸਫਲ ਸੇਵ ਹੈ। ਹਾਂਜੀ, ਜੇ ਮ੍ਰਿਤਕ ਕੋ ਚੰਦਨ ਚੜਾਵੇ, ਉਸ ਤੇ ਕਹੋ। ਆ ਜਿਹੜੀਆਂ ਬਰਸੀਆਂ ਬਣਾਉਂਦੇ ਨੇ ਆਪਣੇ ਸੰਤ ਗੁਰੂਆਂ ਨੂੰ ਮੰਨਦੇ ਨੇ ਨਾ, ਬਣਾਈ ਬੈਠੇ ਨੇ ਸੰਤ ਮਹਾਂਪੁਰਸ਼, ਇਹ ਮੂਰਤੀ ਪੂਜਾ ਹੀ ਆ, ਹੋਰ ਕੁਝ ਨਹੀਂ ਆਇਆ ਹੈ। ਜਿਹੜੇ ਵਿਅਕਤੀ ਪੂਜਕ ਹੋ ਗਏ ਨਾ ਉਹਨੇ, ਇਹ ਮੂਰਤੀ ਪੂਜਾ ਹੀ ਆ, ਉਧਰ ਨੂੰ ਚੱਲ ਪਏ, ਸ਼ੁਰੂ ਹੋ ਗਏ। ਪਰ ਉਹ ਗੱਲ ਅਲੱਗ ਆ ਵੀ ਇਹਨਾਂ ਦੀ ਐਡੀ ਕਿਸਮਤ ਮਾੜੀ ਹੈ, ਜੰਮਣ ਤੋਂ ਪਹਿਲਾਂ ਹੀ ਮਰ ਗਏ ਇਹ। ਕਈ ਬੱਚੇ ਜੰਮਣ ਤੋਂ ਪਹਿਲਾਂ ਮਰ ਜਾਂਦੇ ਨੇ ਨਾ, ਜੰਮਣ ਤੋਂ ਪਹਿਲਾਂ ਮਰ ਗਏ ਇਹ। ਮੌਤ ਆ ਗਈ ਇਹਨਾਂ ਦੀ, ਜੰਮਣ ਤੋਂ ਪਹਿਲਾਂ ਹੀ ਮੌਤ ਪ੍ਰਗਟ ਹੋ ਗਈ, ਮੌਤ ਬਾਹਰ ਖੜੀ ਹੈ। ਜੇ ਕੋਈ ਜਾਨਵਰ ਬੱਚੇ ਦੇਈ ਜਾਵੇ, ਉਧਰ ਮੌਤ ਖਾਈ ਜਾਵੇ ਉਹਨਾਂ ਨੂੰ। ਇਹੋ ਜਿਹਾ ਕੁਛ ਹੋ ਗਿਆ ਇਹਨਾਂ ਨੂੰ, ਬਦਕਿਸਮਤੀ ਹੈ ਇਹਨਾਂ ਦੀ ਜਿਹੜਾ ਹੋ ਗਿਆ। ਪਰਮੇਸ਼ਰ ਦਾ ਤਾਂ ਇਹੀ ਭਾਣਾ ਸੀ, ਕਿਉਂਕਿ ਕੋਈ ਚੀਜ਼ ਚਾਹੀਦੀ ਹੈ। ਅੱਗ ਜੇ ਪ੍ਰਗਟ ਕਰਨੀ ਹੋਵੇ ਤਾਂ ਲੱਕੜ ਚਾਹੀਦੀ ਹੈ, ਕੋਈ ਐਸੀ ਚੀਜ਼ ਚਾਹੀਦੀ ਹੈ ਜਿਹਨੂੰ ਉਹ ਜਲੂਗੀ ਤਾਂ ਹੀ ਅੱਗ ਪ੍ਰਗਟ ਹੋਊਗੀ। ਅੱਗ ਨੂੰ ਖਾਣ ਵਾਸਤੇ ਕੋਈ ਚਾਹੀਦਾ ਹੈ। ਐਸਾ ਗੱਲ ਹੈ, ਇਹਨਾਂ ਨੇ ਜੇ ਨਾ ਹੁੰਦੇ ਪਬਲਿਕ ਦੇ ਵਿੱਚ ਅਸ਼ਾਂਤੀ ਪੈਦਾ ਨਹੀਂ ਸੀ ਹੋਣੀ। ਪਬਲਿਕ ਦੇ ਵਿੱਚ ਜਿੰਨੇ ਜ਼ਿਆਦਾ ਵੱਧ ਗਏ, ਫਿਰ ਇਹ ਜ਼ਿਆਦਾ ਕੀ ਵਧੇ ਇੱਕ ਦੂਏ। ਉਹ ਦੇਖੋ ਦੇਖੀ ਵੀ ਫਰੀ ਦੇ ਵਿੱਚ ਇਹ ਤਾਂ ਕਰੋੜਾਪਤੀ ਬਣ ਜਾਈਦਾ। ਫਟਾਫਟ ਲੋਕ ਸੰਤ ਬਣ ਲੱਗ ਗਏ, ਦੂਏ ਪਾਸੇ ਬਦਨਾਮੀ ਵੀ ਹੋਈ, ਸਭ ਕੁਝ ਹੋਇਆ। ਆਹ ਨਹੀਂ ਹੋਇਆ ਵੀ ਇਹ ਜੰਮਦੇ ਹੀ ਮਰਨਗੇ ਕਿਵੇਂ? ਇਹ ਦਵਾਈ ਨਹੀਂ ਸੀ। ਜੇ ਬਿਮਾਰੀਆਂ ਪੈਦਾ ਹੁੰਦੀਆਂ ਨੇ ਤਾਂ ਦਵਾਈਆਂ ਵੀ ਪੈਦਾ ਹੁੰਦੀਆਂ ਨੇ, ਸਪਰੇਆਂ ਵੀ ਪੈਦਾ ਹੋਈਆਂ ਨੇ। ਆ ਸਪਰੇ ਜਿਹੜੀ ਉਹ ਨਾਮ ਦੀ ਹੋਣ ਲੱਗ ਜਾਣੀ ਹੈ, ਇਹਨਾਂ ਦੀ ਬਦਕਿਸਮਤੀ ਹੈ। ਨਦੀਨ ਜੰਮਦਾ ਉੱਥੇ ਸਪਰੇ ਹੋ ਗਈ, ਜੰਮਦੇ ਤੇ ਹੋਏ ਨਵਾਂ ਪੈਦਾ ਨਹੀਂ ਹੋਊਗਾ। ਜਿਹੜਾ ਹੈਗਾ ਪੈਦਾ ਹੋਇਆ ਮਰ ਜੂਗਾ। ਇਹ ਤਾਂ ਬਾਥੂ ਆ, ਉਹੀ ਕਰਦਾ ਜੀ ਸੜ ਦਿੰਦਾ ਸਪਰੇ ਹੋਇਆ ਤੇ ਟੂ ਖੋੜੀ ਦੀ। ਹਾਂਜੀ, ਜੇ ਮ੍ਰਿਤਕ ਕੋ ਚੰਦਨ ਚੜਾਵੇ, ਉਸ ਤੇ ਕਹੋ ਕਵਣ ਫਲ ਪਾਵੇ। ਕਹਿੰਦੇ ਜੇ ਮਰੇ ਹੋਏ ਨੂੰ ਕੋਈ ਚੰਦਨ ਦੇ ਵਿੱਚ ਲੱਥਪੱਥ ਕਰ ਦਈਏ, ਆ ਮਰੇ ਨੂੰ ਚੰਦਨ ਨਾਲ ਚਿਤਾ ਵੀ ਚੰਦਨ ਦੀ ਬਣਾ ਦਿੰਦੇ ਨੇ। ਇਹ ਦੱਸੋ ਵੀ ਮ੍ਰਿਤਕ ਤੇ ਚੰਦਨ ਚੜਾ ਲਿਆ ਦੇਹੀ ਮਰੀ ਹੋਈ ਤੇ, ਉਹ ਜਿਹੜੀ ਆਤਮਾ ਨੂੰ ਦੱਸੋ ਕੀ ਫਲ ਮਿਲੂ? ਇਹਦਾ ਕਿਸੇ ਗ੍ਰੰਥ 'ਚ ਦੱਸੋ ਕੀ ਫਲ ਲਿਖਿਆ ਹੈ?
सवाल है, सवाल है। राजे चंदन ਦੇ ਵਿੱਚ ਦੇਹ ਨੂੰ ਸੰਸਕਾਰ ਕਰਦੇ ਨੇ ਆਪਣੇ ਨੂੰ, ਪੰਡਤ ਰਾਏ ਦੇ ਰਿਹਾ, ਪਰ ਕਿਸੇ ਗ੍ਰੰਥ 'ਚ ਇਹ ਨਹੀਂ ਲਿਖਿਆ ਹੋਇਆ, ਕੋਈ ਇਹ ਨਹੀਂ ਦੱਸ ਰਿਹਾ ਕਿ ਉਹ ਤੋਂ ਫਲ ਕੀ ਮਿਲੂਗਾ। ਇੰਨਾ ਚੰਨਾ ਤੁਸੀਂ ਨਾਸ਼ ਕਰਤਾ ਹੈ, ਘਿਓ ਨਾਸ਼ ਕਰਤਾ, ਉਹਦਾ ਫਲ ਕੀ ਮਿਲਿਆ? ਜਿਹਦਾ ਪਰਿਆਵਰਣ ਦੀ ਸ਼ੁੱਧੀ ਦੀ ਗੱਲ ਕਰੋ, ਫਿਰ ਤਾਂ ਫਲ ਵਾਲੀ ਗੱਲ ਤਾਂ ਹੈ ਨਹੀਂ ਕੋਈ। ਫਿਰ ਉਹਨੂੰ ਨਹੀਂ ਫਲ ਮਿਲਿਆ, ਫਲ ਤਾਂ ਜਿਹੜੇ ਜਿਉਂਦੇ ਨੇ ਉਹਨਾਂ ਨੂੰ ਮਿਲਿਆ। ਜੇ ਅਸੀਂ ਕਹਿੰਦੇ ਵੀ ਘਿਓ ਪਾਤਾ ਸੀ ਵੀ ਭਾਈ ਪਰਿਆਵਰਣ ਜਿਹੜਾ ਹੈ ਇੰਨਾ ਦੂਸ਼ਿਤ ਨਹੀਂ ਹੋਇਆ ਜਿੰਨਾ ਦੂਸ਼ਿਤ ਬਿਨਾਂ ਘਿਓ ਤੇ ਸਾਡੇ ਤੇ ਹੋ ਜਾਣਾ ਸੀ। ਫਿਰ ਤਾਂ ਜਿਹੜੇ ਜਿਉਂਦੇ ਲੋਕ ਨੇ ਉਹਨਾਂ ਨੂੰ ਵਾਲਾ, ਬੜੇ ਨੂੰ ਕਾਹਦਾ ਵਾਲਾ ਜੇ? ਉਹਨਾਂ ਦੀ ਹਵਾ ਨਹੀਂ ਖਰਾਬ ਹੋਈ ਜੀ ਚ ਉਹਨਾਂ ਨੇ ਸਾਹ ਲੈਣ। ਫਿਰ ਜਿਨ੍ਹਾਂ ਨੇ ਜੀਵਨ, ਜਿਹੜੇ ਲੋਕ ਪਬਲਿਕ ਹੈ, ਜਿਉਂਦੇ ਜਾਨ ਜੀਵ ਨੇ, ਉਹਨਾਂ ਨੂੰ ਵਾਲਾ। ਮ੍ਰਿਤਕ ਨੂੰ ਕਾਹਦਾ ਵਾਲਾ ਕਰੇ? ਮ੍ਰਿਤਕ ਨੂੰ ਤਾਂ ਕੋਈ ਫਲ ਨਹੀਂ। हाँ, जे मृतक को विष्टा मह रुलाई ता मृतक का क्या घट जाई। बड़े बड़े राजे होए ने अगे, वो अपने विरोधियों को वड्ड के सिर दिंदे थे, समझे नहीं? जे मृतक को विष्टा में रुलाई, मिसलों के विच भी इदां ही होया केस कि जिथे वो फौजां रहिंदियां सीआं ਉੱਥੇ ਟੋਏ ਪੱਟ ਲੈਂਦੇ ਸੀ ਬਹੁਤ ਬੜੇ ਬੜੇ। ਉਹ ਟੋਏ ਪੱਟ ਕੇ ਉੱਤੇ ਰੱਖ ਕੇ ਤਖਤੇ, ਉੱਥੇ ਜੰਗਲ ਬਣ ਜਾਂਦੇ ਸੀ ਲੋਕ, ਜਿਵੇਂ ਹੁਣ ਲੈਟਰਾਂ ਬਣਾਈਆਂ ਹੋਈਆਂ ਨੇ ਆਪਣੀਆਂ ਪੱਟ ਪੱਟ ਕੇ ਥੱਲੇ। ਏਦਾਂ ਪੁਰਾਣੇ ਜ਼ਮਾਨੇ 'ਚ ਵੀ ਹੁੰਦੇ ਸੀ ਗਰਕੀਆਂ। ਉਹ ਗਰਕੀ ਦੇ ਵਿੱਚ ਹਿਲਤਾ ਬੰਦੇ ਨੂੰ, ਜਿਉਂਦੇ ਨੂੰ, ਉੱਥੇ ਮਰ ਗਿਆ ਉਹ। ਕੀ ਗੁਰਬਾਣੀ ਇਸ ਗੱਲ ਦੀ ਇਜਾਜ਼ਤ ਦਿੰਦੀ ਹੈ? ਜੇ ਅਸੀਂ ਇਹ ਕੰਮ ਕੀਤਾ, ਇਤਿਹਾਸ ਸੱਚ ਹੈ, ਤਾਂ ਉਹਨਾਂ ਦੀ ਬੁੱਧੀ ਭ੍ਰਸ਼ਟ ਹੋ ਚੁੱਕੀ ਸੀ ਉਹ ਬੰਦੇ ਦੀ, ਜਿਹਨਾਂ ਨੇ ਕੰਮ ਕੀਤਾ। ਪਰ ਅਸੀਂ ਤਾਂ ਬੜਾ ਪ੍ਰਚਾਰ ਕਰਦੇ ਰਹੇ, ਬਾਂਹ ਕੱਢ ਕੱਢ ਕੇ। ਗੁਰਮਤਿ ਤੇ ਖਿਲਾਫ ਹੈ ਗੱਲ। ਇਤਿਹਾਸ ਨਹੀਂ ਮਾਫ ਕਰਦਾ ਹੁੰਦਾ, ਸਿਆਣੇ ਬੰਦੇ ਦੀ ਇਹਨੂੰ ਚੰਗਾ ਸਮਝਦੇ ਹੁੰਦੇ। ਇਹਦਾ ਮਤਲਬ ਉਹ ਤੁਹਾਡੇ ਅੰਦਰ ਨਫ਼ਰਤ ਸੀ। ਕੋਈ ਬੇਸ਼ਟਾ ਬਣਾਉਣ ਵਾਲੀ ਗੱਲ ਹੈ ਮੇਰੇ ਤੱਕ। ਸਾਡੇ ਕੋਲ ਲਿਖਿਆ ਹੋਇਆ ਸੀ, ਇਹ ਕੰਮ ਨਹੀਂ ਸੀ ਅਸੀਂ ਕਰਨਾ, ਅਸੀਂ ਨਹੀਂ ਕਰ ਸਕਦੇ ਕੰਮ। ਨਫ਼ਰਤ ਵਾਸਤੇ ਕੋਈ ਜਗ੍ਹਾ ਨਹੀਂ ਹੈ ਸਿੱਖੀ 'ਚ। ਜੇ ਗੱਲ ਸੱਚ ਹੈ ਇਤਿਹਾਸ 'ਚ ਲਿਖੀ ਤਾਂ ਬਹੁਤ ਨਿਕੰਮਾ ਕੰਮ ਸੀ, ਉਹ ਘਟੀਆ ਕੰਮ ਸੀ, ਗੁਰਮਤਿ ਤੋਂ ਖਿਲਾਫ ਕੰਮ ਸੀ। ਬਿਸਰਾ ਵਾਲਿਆਂ ਦੀ ਤਾਂ ਵੈਸੇ ਬੁੱਧੀ ਭ੍ਰਿਸ਼ਟ ਹੋ ਹੀ ਚੁੱਕੀ ਸੀ, ਇਹਦੇ 'ਚ ਤਾਂ ਕੋਈ ਦੋ ਰਾਇਆਂ ਹੈ ਹੀ ਨਹੀਂ, ਹੋ ਹੀ ਨਹੀਂ ਸਕਦੀਆਂ। ਜਿਹੜੇ ਰਾਜ ਵੱਲ ਪੈ ਗਏ ਸੀ ਉਹਨਾਂ ਦੀ ਬੁੱਧੀ ਭ੍ਰਿਸ਼ਟ ਹੋ ਚੁੱਕੀ ਸੀ, ਸਿੱਖੀ ਛੱਡਤੀ ਸੀ ਉਹਨਾਂ ਨੇ। ਇਹੋ ਜਿਹੇ ਕੰਮ ਉਹਨਾਂ ਨੇ ਤਾਂ ਹੀ ਕੀਤੇ ਨੇ। ਜੇ मृतक को विष्ठा में लड़ाई ਤਾਂ ਮ੍ਰਿਤਕ ਦਾ क्या घट ਉਹਦਾ ਮ੍ਰਿਤਕ ਦਾ ਕੀ ਘਟ ਗਿਆ ਬਈ? ਉਹ ਤਾਂ ਮਰ ਗਿਆ, ਆਤਮਾ ਚਲੀ ਗਈ। ਬਾਅਦ ਕੀ ਹੋਊ ਕੀ ਨਾ ਹੋਊ ਕੀ ਫਰਕ ਪੈਂਦਾ? ਜੇ ਮਹਾਭਾਰਤ ਦੇ ਵਿੱਚ ਉਹਨਾਂ ਦੇ ਸਰੀਰ ਨਹੀਂ ਕਿਸੇ ਨੇ ਸਾਂਭੇ, ਰੋਂਦੇ ਵੀ ਰਹੇ। ਸੰਸਾਰ ਦੀ ਬਦਨਾਮੀ ਜਾਂ ਸੰਸਾਰ ਦਾ ਜਸ, ਇਹਦਾ ਧਿਆਨ ਮਨਮੁਖ ਰੱਖਦਾ, ਗੁਰਮੁਖ ਨਹੀਂ ਰੱਖਦਾ। ਗੁਰਬਾਣੀ ਦਾ ਧਿਆਨ ਰੱਖਣ ਨੂੰ ਨਹੀਂ ਕਹਿੰਦੀ, ਗੁਰਮੁਖ ਦਾ ਧਿਆਨ ਨਹੀਂ ਰੱਖਦੇ। ਸੰਸਾਰ ਦਾ ਜਸ ਜਾਂ ਸੰਸਾਰ ਦਾ ਅਪਜਸ ਸਾਡੇ ਵਾਸਤੇ ਕੋਈ ਮਾਇਨੇ ਨਹੀਂ ਰੱਖਦਾ। ਦਰਗਾਹ ਦੇ ਵਿੱਚ ਅਪਜਸ ਨਾ ਹੋਵੇ ਇੰਨਾ ਹੀ ਬਹੁਤ ਹੈ, ਜਸ ਹੋਵੇ ਚਾਹੇ ਨਾ ਹੋਵੇ। ਜਸ ਦੀ ਭੁੱਖ ਨਹੀਂ ਹੈ ਦਰਗਾਹ ਦੇ ਵਿੱਚ, ਪਰ ਅਪਜਸ ਦਾ ਡਰ ਹੈ। ਅਪਜਸ ਨਾ ਹੋ ਜਾਵੇ ਇਹਦਾ ਡਰ ਹੈ, ਰੱਖਣਾ ਚਾਹੀਦਾ। ਜਸ ਦੀ ਭੁੱਖ ਨਹੀਂ ਰੱਖਣੀ ਚਾਹੀਦੀ। ਇਹੀ ਭੈ ਹੈ, ਇਹਨੂੰ ਕਹਿੰਦੇ ਭੈ ਮੈਨੂੰ ਭਗਤ ਨਾ ਹੋਏ ਤੇਰੀ। ਦਰਗਾਹ ਵਿੱਚ ਅਪਜਸ ਨਾ ਹੋ ਜਾਵੇ, ਜਸ ਦੀ ਲੋੜ ਨਹੀਂ ਸਾਨੂੰ। ਜਸ ਤਾਂ ਕਰਤੇ ਪੁਰਖ ਦਾ ਹੁਣ ਸਾਡਾ ਜਸ ਹੁਣ, ਜਸ ਦੀ ਲੋੜ ਨਹੀਂ ਕਿਤੇ ਵੀ ਹੋਵੇ, ਨਾ ਇੱਥੇ ਨਾ ਉੱਥੇ। ਅਪਜਸ ਨਾ ਹੋ ਜਾਵੇ, ਇੱਥੇ ਪਿਆ ਹੋਵੇ ਦਰਗਾਹ 'ਚ ਨਾ ਹੋ ਜਾਵੇ।
ਇੱਥੋਂ ਤਾਂ ਚੰਗਿਆਂ ਦਾ ਵੀ ਅਭਿਆਸ ਕਰਦੇ ਰਹੇ ਨੇ ਲੋਕ। ਜਿਹੜੀ ਵਿਚਾਰਤਾ, ਜਿਹਦੀ ਵਿਚਾਰਧਾਰਾ ਸੰਸਾਰ ਨਾਲ ਮੇਲ ਨਹੀਂ ਖਾਂਦੀ, ਉਹਦਾ ਅਭਿਆਸ ਕਰਦੇ ਹੁੰਦੇ ਨੇ ਸੰਸਾਰੀ ਲੋਕ। ਕਰਦੇ ਰਹਿਣ, ਕੀ ਫਰਕ ਪੈਂਦਾ? ਭਗਤਾਂ ਦਾ ਕਰਦੇ ਹੀ ਰਹੇ ਨੇ। ਉਹਨਾਂ ਦਾ ਸਾਰਾ ਤਾਲਮੇਲ ਦਰਗਾਹ ਨਾਲ ਹੈ, ਮਾਲਕ ਨਾਲ ਹੈ। ਉਹ ਅਭਿਆਸ, ਉਹਦੀ ਨਿਗਾਹ 'ਚ ਕੋਈ ਅਭਿਆਸ ਵਾਲੀ ਗੱਲ ਨਾ ਹੋ ਜਾਏ। ਸੰਸਾਰ ਦੀ ਕੋਈ ਨਿਗਾਹ ਦੀ ਲੋੜ ਨਹੀਂ। ਸੰਸਾਰ ਦੀਆਂ ਖੋਪੜੀਆਂ ਉਲਟੀਆਂ ਨੇ। ਸੰਸਾਰ ਦੀ ਖੋਪੜੀ ਦਰਗਾਹ ਨਾਲ ਉਲਟੀ ਹੈ ਸਾਰੀ, ਸੋਚ ਉਲਟੀ ਹੈ ਇੱਥੇ ਦੀ। ਹਾਂ ਹਾਂਜੀ। ਕਹਿਤ ਕਬੀਰ ਹੋ ਕਹੂੰ ਪੁਕਾਰ, ਸਮਝ ਦੇਖ ਸਾਖਤ ਗਵਾਰ। ਹੇ ਸਾਖਤ ਗਵਾਰ, ਤੂੰ ਸਮਝ ਸਾਰੀ ਗੱਲ ਜੋ ਮੈਂ ਕਹਿਤੀ, ਇਹਨੂੰ ਦੇਖ, ਇਹਨੂੰ ਵਿਚਾਰ। ਜੋ ਕਹਿਤਾ ਪਿੱਛੇ ਇਹ ਤੇ ਵਿਚਾਰ ਕਰ। ਸਾਖਤ ਵਿਚਾਰ ਕਿਉਂ ਨਹੀਂ ਕਰਦਾ ਹੁੰਦਾ? ਸਾਖਤ ਬਹੁਤ ਤਕੜੀ ਸ਼ਰਾਬ ਪੀਂਦਾ ਹੁੰਦਾ ਹੈ, ਗੁਰਮਤ ਮਦ ਪੀਤੀ ਹੁੰਦੀ ਹੈ, ਉਹ ਮਦ ਹੋਸ਼ ਹੁੰਦਾ ਹੈ। ਸਾਖਤ ਗਵਾਰ ਮਦ ਹੋਸ਼ ਹੈ। ਤੂੰ ਇਹਨੂੰ ਸਮਝ ਗੱਲ ਨੂੰ ਕੀ ਕਹਿਤਾ, ਇਹਨੂੰ ਵਿਚਾਰ ਕਰ। ਸਾਖਤ ਗਵਾਰ ਹੈ, ਮੂੜ ਹੈ ਤੂੰ, ਮੂਰਖ ਹੈ ਤੂੰ, ਬੇਵਕੂਫ ਹੈ ਤੂੰ। ਅਸਲ 'ਚ ਤਾਂ ਪੰਡਤ ਨੂੰ ਕਿਹਾ ਉਸ ਵੇਲੇ ਇਹ ਗੱਲ। ਇਹ ਆ ਜਿਹੜੇ ਬਨਾਰਸ ਕੇ ਠੱਗ ਤੇ ਉਹਨਾਂ ਵੱਲ ਇਸ਼ਾਰਾ ਕਰਕੇ ਕਹਿੰਦਾ, ਜਿਹੜੇ ਲੋਕਾਂ ਦੇ ਗੁਰੂ ਬਣੇ ਬੈਠੇ ਨੇ, ਉਲਟੇ ਰਾਹ ਪਾ ਰਹੇ ਨੇ, ਉਹਨਾਂ ਨੂੰ ਕਹੀ ਹੋਈ ਗੱਲ ਹੈ ਸਾਰੀ। ਉਹ ਸਮਝ, ਤੂੰ ਸਾਖਤਪਣਾ ਛੱਡ ਦੇ, ਪੁੰਨ ਪਾਪ ਦੀ ਪੜ੍ਹਾਈ ਜਿਹੜੀ ਪੜ੍ਹਾਉਣਾ ਹੀ ਛੱਡ ਦੇ। ਸਾਡੇ ਜਨਤਾ ਦੇ ਵੱਸ ਨਹੀਂ ਹੈ ਕੁਛ। ਸਮਝ ਦੇਖ ਸਾਖਤ ਗਵਾਰ, ਦੇਖ ਸਾਖਤ ਗਵਾਰ। ਸਮਝ ਕੇ ਤਾਂ ਦੇਖ ਜੋ ਮੈਂ ਕਿਹਾ। ਸਾਖਤ ਗਵਾਰ ਬਣਿਆ ਨਾ ਰਹਿ। ਕੀ ਹੈ ਦੇਖ ਲੈ। ਦੂਜੇ ਭਾਏ ਬਹੁਤ ਘਰ ਗਾਲੇ, ਰਾਮ ਭਗਤ ਹੈ ਸਦਾ ਸੁਖਾਲੇ। ਦੂਜੇ ਪਾਏ ਬਹੁਤ ਘਰ ਗਾਲੇ, ਕਿਹਨੂੰ ਕਹਿ ਰਿਹਾ? ਸਾਖਤ ਗਵਾਰ ਨੂੰ ਕਹਿ ਰਿਹਾ। ਆਏ ਮਾਇਆ ਦੀ ਭੁੱਖ ਪੈਦਾ ਕਰਤੀ ਨਾ ਦੂਜੇ ਭਾਏ ਤੇ ਲੋਕਾਂ ਦੇ ਅੰਦਰ। ਬਹੁਤ ਘਰ ਗਾਲੇ, ਰਿੱਧੀਆਂ ਸਿੱਧੀਆਂ ਦੀ ਭੁੱਖ ਪੈਦਾ ਹੋ ਗਈ। ਭੁੱਖੇ ਭਗਤ ਨਤੀਜਾ ਹੈ। ਇਹ ਮਾਇਆ ਦੀ ਭੁੱਖ ਨੇ ਤੇਰੀ ਜਿਹੜੀ ਪ੍ਰਚਾਰ ਹੈ ਸਾਖਤ ਗਵਾਰ ਦਾ, ਇਹਨੇ ਬਹੁਤ ਘਰ ਗਾਲਤੇ। ਪੁੰਨ ਪਾਪ ਦੇ ਪ੍ਰਚਾਰ ਨੇ ਬਹੁਤ ਘਰ ਗਾਲਤੇ। ਹਾਂਜੀ। ਰਾਮ ਭਗਤ ਹੈ ਸਦਾ ਸੁਖਾਲੇ। ਜਿਹੜੇ ਰਾਮ ਦੇ ਭਗਤ ਨੇ ਸਦਾ ਸੁਖਾਲੇ ਨੇ। ਰਾਮ ਭਗਤ ਨਹੀਂ ਹੈ, ਰਾਮ ਭਗਤ ਨਹੀਂ ਹੈ। ਰਾਮ ਰਾਮ ਉਚਰਦਾ ਹੈ। ਰਾਮ ਭਗਤ ਕਿਵੇਂ ਹੋ ਜੂਗਾ ਬਾਬਲ? ਪੰਡਤ ਰਾਮ ਭਗਤ ਨਹੀਂ ਹੁੰਦਾ। ਜੇ ਪੰਡਤ ਰਾਮ ਭਗਤ ਹੁੰਦਾ, ਪੰਡਤ ਰਾਮ ਭਗਤ, ਹਾਂ ਰਾਮਚੰਦਰ ਤਾਂ ਵੈਸੇ ਪੰਡਤ ਦਾ ਚੇਲਾ ਹੈ। ਭਗਤ ਕਿੱਥੇ? ਕਿਉਂ ਹੋ ਰਾਮ ਭਗਤ ਪੰਡਤ? ਰਾਮਚੰਦਰ ਦਾ ਚੇਲਾ ਜਿਵੇਂ ਪੰਡਤ ਕਹਿੰਦੇ ਉਹ ਗੱਲ ਬੰਦ ਹੈ ਉਹਦੀ। ਪੰਡਤ ਨੇ ਆ ਕੇ ਕਿਹਾ ਮੇਰਾ ਮੁੰਡਾ ਤਾਂ ਮਰ ਗਿਆ, ਕਿਸੇ ਨੀਚ ਨੇ ਭਗਤੀ ਕਰ ਲਈ। ਜਿਹਦੇ ਚੱਲ ਪਿਆ ਟੋਲ ਵੀ ਨੀਚ ਕਿੱਥੇ ਹੈ, ਉਹਨੂੰ ਫੜਦੇ ਆ ਭਗਤੀ ਤੋਂ ਹਟਾਈਏ। ਫਿਰ ਚੇਲਾ ਹੋਇਆ ਪੰਡਤ ਦਾ। ਚੇਲੇ ਦੀ ਭਗਤੀ ਕਰੀ ਦੀ ਹੁੰਦੀ ਹੈ। ਰਾਮ ਨੂੰ ਤਾਂ ਉਹਨਾਂ ਨੇ ਤਿਲਕ ਨਹੀਂ ਦਿੱਤਾ। ਉਦੋਂ ਸੀਤਾ ਰਾਮ ਲੱਗ ਗਿਆ ਸੀ, ਪਿਆ ਲੈ ਗਿਆ ਸੀ, ਉਹਨੂੰ ਨਹੀਂ ਸੀ ਮਾਰਨਾ। ਰਾਮਚੰਦਰ ਨੇ ਗਲਤੀ ਕੀਤੀ। ਅਸੀਂ ਨੇ ਇਹਨੂੰ, ਇਹਦੀ ਜਿਹੜੀ ਸੈਰਾਮਨੀ ਇਹਦੀ ਤਾਜ ਦੀ, ਜਦੋਂ ਰਾਜ ਮਿਲਿਆ ਦੁਬਾਰਾ ਰਾਮਚੰਦਰ ਨੂੰ, ਸ਼ਾਮਲ ਹੋਣ ਦਾ ਜਵਾਬ ਦਿੱਤਾ ਪੰਡਤਾਂ ਨੇ। ਅਸੀਂ ਨਹੀਂ ਇਹਦੇ ਭੇਜਣ ਨੂੰ, ਕਿਹਨੇ ਬ੍ਰਾਹਮਣ ਮਾਰਤਾ। ਭਗਤ ਨੇ ਰਾਮ ਦੇ। ਇਹ ਤਾਂ ਜੇ ਰਾਵਣ ਜਿੱਤ ਜਾਂਦਾ ਖੁਸ਼ੀ ਤਾਂ ਇਹਨੂੰ ਯਾਦ ਹੋਣੀ ਸੀ। ਕੀ ਕਰਦੇ ਵਿਚਾਰੇ? ਜਿੱਤ ਗਿਆ ਰਾਮਚੰਦਰ। ਮਜਬੂਰੀ ਨੂੰ ਇਹ ਰਾਮ ਨੂੰ ਅਪਣਾਉਣਾ ਪਿਆ। ਇਹ ਤਾਂ ਇਹਨਾਂ ਦੀ ਮਜਬੂਰੀ ਹੈ। ਅਯੁੱਧਿਆ ਦਾ ਮਸਲਾ ਨਹੀਂ। ਅਯੁੱਧਿਆ ਤੇ ਰਾਮ ਤੇ ਕੀ ਲੈਣਾ? ਤੇ ਚੜਾਵੇ ਦੀ ਗੱਲ ਹੈ ਸਾਰੀ। ਇਹਨਾਂ ਨੇ ਕੀ ਲੈਣਾ? ਰਾਮ ਤੇ ਕੀ ਲੈਣਾ? ਅਯੁੱਧਿਆ ਤੇ
ਗੱਲ ਤਾਂ ਝਲਾਵੇ ਦੀ ਹੈ। ਅਰਬਾਂ ਰੁਪਈਏ ਇਕੱਠੇ ਹੋ ਗਏ ਉਹਦੇ ਬੰਦੇ ਦੇ ਨਾਂ ਤੇ, ਉਹਦੇ ਨਾਂ ਤੇ ਸਿਆਸਤ ਕਰ ਲੈਣਗੇ। ਇਹ ਗੱਲਾਂ ਤਾਂ ਸਟਾਰਟ ਹੁੰਦੇ ਨੇ ਲੋਕਾਂ ਦੇ ਇਹਨਾਂ ਦੇ। ਹਾਂਜੀ, ਜਲ ਮੈਂ ਮੀਨ ਮਾਇਆ ਕੇ ਬੇਦੇ, ਦੀਪਕ ਪਤੰਗ ਮਾਇਆ ਕੇ ਛੇਦੇ। ਜਲ ਮੈਂ ਮੀਨ ਮੈਂ ਮੀਨ ਮਾਇਆ ਕੇ ਬੇਦੇ, ਮਾਇਆ ਕੇ ਵੇਦੇ। ਜਿਵੇਂ ਜਲ ਦੇ ਵਿੱਚ ਮੱਛੀ ਹੈ, ਮੱਛੀ ਪਾਣੀ ਤੋਂ ਅਲੱਗ ਨਹੀਂ ਹੋ ਸਕਦੀ, ਮਾਇਆ ਕੇ ਵੇਦਾ ਹੀ ਹੈ, ਮਾਇਆ ਨਾਲ ਜੁੜੀ ਹੋਈ ਹੈ। ਉਹਨੂੰ ਪਤਾ ਬਾਹਰ ਮਰ ਜੂਗੀ। ਦੀਪਕ ਪਤੰਗ ਮਾਇਆ ਕੇ ਛੇਦੇ। ਪਤੰਗ ਔਰ ਦੀਪਕ, ਦੀਪਕਾ ਪਤੰਗਾ ਆਉਂਦਾ, ਦੀਵੇ ਨਾਲ ਪ੍ਰੇਮ ਕਰਦਾ, ਮੱਛੀ ਪਾਣੀ ਨਾਲ ਪ੍ਰੇਮ ਕਰਦੀ ਹੈ। ਭਾਵੇਂ ਦੀਵਾ ਜਾਲ ਦਿੰਦਾ, ਮਾਇਆ ਦਾ ਛੇਦਾ। ਮਾਇਆ ਦਾ ਪ੍ਰੇਮ ਤਾਂ ਐਸਾ ਹੀ ਹੈ। ਕਾਮ ਮਾਇਆ ਕੁੰਚਰ ਕੋ ਵਿਆਪੈ, ਭਿੰਗਮ ਭ੍ਰਿੰਗ ਮਾਇਆ ਮੈਂ ਖਾਪੈ। ਕਾਮ ਮਾਇਆ ਕਰਕੇ ਜਿਹੜਾ ਹਾਥੀ ਨੂੰ ਕਾਮ ਵਿਆਪਦਾ, ਹਾਥੀ ਹੈ ਜਿੰਨਾ ਜਿਹਦਾ ਸਰੀਰ ਹੈ ਉਹਨਾਂ ਜਿਹੜੇ ਸਰੀਰ ਜਿੰਨਾ ਚਿਰ ਉਹਨਾਂ ਚਿਰ ਇੱਛਾ ਹੈ ਸਾਨੂੰ ਮਾਇਆ ਦੀ, ਚਾਹੇ ਖਾਣ ਦੀ, ਪੀਣ ਦੀ, ਜੋ ਵੀ ਇੱਛਾ, ਪਹਿਨਣ ਦੀ, ਜੋ ਵੀ ਮਾਇਆ ਦੀ ਇੱਛਾ, ਸਰੀਰ ਮਾਇਆ ਦਾ ਇਹਦੇ ਕਰਕੇ ਹੈ। ਬਾਕੀ ਕਿਤੇ ਫਿਰ ਕਿਉਂ? ਕੁੰਚਰ ਕੋ ਵਿਆਪਾ ਹੈ। ਹੁਣ ਇਹਦੀ ਜੇ ਵਿਆਖਿਆ ਕਰੀਏ ਅਸੀਂ ਕਰ ਲਾਂਗੇ। ਜੇ ਵਿਦਵਾਨ ਦੀ ਭਾਸ਼ਾ 'ਚ ਪੰਕਤੀ ਦੀ ਵਿਆਖਿਆ ਕਰਨੀ ਹੋਵੇ, ਤ੍ਰਿਆ ਚਰਿੱਤਰ ਤੋਂ ਥੱਲੇ ਰਹਿ ਜਾਊਗਾ ਸਾਰਾ ਹੀ, ਸਾਰਾ ਹੀ ਆ ਗਿਆ ਵਿੱਚੇ। ਹੁਣ ਇਹਦੀ ਜਿੰਨੀ ਮਰਜ਼ੀ ਵਿਆਖਿਆ ਕਰ ਲਓ, ਇਹਦੀ ਵਿਆਖਿਆ ਹੋ ਜੂਗੀ। ਇਹ ਸਾਰੇ ਪ੍ਰਸੰਗ ਇਹੋ ਜਿਹੇ ਹੀ ਚੱਲਣਗੇ। ਇਹ ਬ੍ਰਹਮ ਗਿਆਨ ਹੈ, ਇਹਦੇ ਵਿੱਚ ਸਾਰੇ ਹੀ ਚੱਲਣਗੇ। ਜਿਹੜੇ ਲੈਵਲ ਤੇ ਵਿਦਵਾਨ ਖੜੇ ਨੇ, ਉਹ ਖੜੇ ਨੇ ਲੋਕ, ਉਹ ਲੈਵਲ ਤੇ ਤਾਂ ਗੁਰਮਤ ਵਾਲਾ ਬੰਦਾ ਖੜੇ ਨਹੀਂ ਸਕਦਾ। ਉਹ ਤਾਂ ਪੰਡਤ ਵਾਲੇ ਲੈਵਲ ਤੇ ਖੜੇ, ਪੰਡਤ ਵੀ ਉਹਦੇ ਉੱਚੇ ਲੈਵਲ ਤੇ ਖੜਾ। ਬਲਕਿ ਅੱਜ ਦੇ ਮਿਸ਼ਨਰੀ ਜਿਹੜੇ ਬੰਦੇ ਨੇ ਨਾ ਸਾਡੇ ਸਿੱਖ, ਇਹਦੋਂ ਤਾਂ ਪੰਡਤ ਵੀ ਉੱਚੇ ਲੈਵਲ ਤੇ ਖੜਾ। ਇਹ ਤਾਂ ਪੰਡਤ ਨਾਲ ਵੀ ਹੱਲੇ ਦੇ ਲੈਵਲ ਤੇ ਚਲੇ ਗਏ। ਪੰਡਤ ਇਹਦੋਂ ਉੱਚੇ ਲੈਵਲ ਤੇ ਖੜਾ ਧਰਮ ਦੇ ਮਸਲੇ 'ਚ, ਉਹ ਮੰਨੀ ਬੈਠਾ। ਪੰਡਤ ਇਸ ਗੱਲ ਨੂੰ ਮੰਨਦਾ ਕਿ ਵਿਸ਼ਾ ਇੱਕ ਧਰਮ ਦੇ ਸਾਰੇ ਵਿਸ਼ਿਆਂ 'ਚ ਇੱਕ ਵਿਸ਼ਾ ਹੈ। ਧਰਮ ਦੇ ਪੂਰੇ ਜਿਹੜੇ ਵਿਸ਼ੇ ਨੇ, ਸਿਲੇਬਸ ਹੈ, ਉਹਦੇ ਵਿੱਚ ਇੱਕ ਆਮ ਵਿਸ਼ਾ ਹੈ। ਦੇਸ਼ ਆਟਣ ਪੰਡਤ ਮਹਿਤਾ ਤਾਚਾ 12 ਅੰਗ ਨੂੰ ਵਿਚਾਲੇ ਵਿਸ਼ਾ ਰੱਖਿਆ। ਦੋ ਇੱਧਰ ਨੇ, ਦੋ ਇੱਧਰ ਨੇ। 12 ਅੰਗ ਨੂੰ, ਬਾਹਰ ਉੱਥੇ ਜਿੱਥੇ ਕਿਤਾ ਦਾਰੂ ਪੀਂਦੇ ਨੇ ਉਹਨੂੰ ਬਾਹਰ ਕਹਿੰਦੇ ਨੇ, ਬਾਹਰ ਨਹੀਂ ਕਹਿੰਦੇ। ਤਾਂ ਬੀਅਰ ਬਾਰ, ਅੰਗ ਨੂੰ ਵਿਹੜਾ, ਉੱਥੇ ਹਰ ਬੁਰਾਈ ਹੈ। ਬੁਰਾਈ ਜੂਆ ਉੱਥੇ ਹੈ। ਪਾਂਡਵ ਜੂਆ ਖੇਡਦੇ ਤੇ, ਅੱਜ ਤਾਂ ਅਸੀਂ ਬੁਰਾ ਸਮਝਦੇ। ਧਰਮ ਦਾ ਅੰਗ ਹੈ, ਧਰਮ ਦਾ ਅੰਗ ਜੂਏ ਨੂੰ ਬਣਾ ਕੇ ਇਹ ਉਦੇਸ਼ਣ ਨੂੰ ਧਰਮ ਪੁੱਤਰ ਡਿਕਲੇਅਰ ਕੀਤਾ ਹੋਇਆ। ਕ੍ਰਿਸ਼ਨ ਦੀ ਔਲਾਦ ਸਾਰੀ ਸ਼ਰਾਬ ਪੀਂਦੀ ਹੈ, ਦਿਖਾਈ ਹੋਈ ਹੈ। ਕ੍ਰਿਸ਼ਨ ਦਾ ਪੁਜਾਰੀ ਹੈ ਪੰਡਤ, ਉਹਦੀ ਔਲਾਦ ਸਾਰੀ ਸ਼ਰਾਬ ਪੀਂਦੀ ਹੈ। ਬ੍ਰਾਹਮਣ ਨੇ 126 ਕਿਸਮ ਦੀ ਸ਼ਰਾਬ ਦੇ ਨੁਸਖੇ ਵੇਦ ਦੇ ਵਿੱਚ ਲਿਖੇ ਹੋਏ ਨੇ। ਇਹ ਤਾਂ ਸਭ ਮੌਕੇ ਦੇ ਹਿਸਾਬ ਨਾਲ ਪ੍ਰਚਾਰ ਕਰਦੇ ਨੇ ਲੋਕ। ਜਿਹੋ ਜਿਹਾ ਰਾਜਾ ਕਹਿੰਦਾ ਉਹ ਜਿਹਾ ਪ੍ਰਚਾਰ ਕਰ ਦਿੰਦੇ ਨੇ। ਕਦੇ ਕਿਸੇ ਚੀਜ਼ ਨੂੰ ਲੁਕੋ ਲੈਂਦੇ ਨੇ, ਕਦੇ ਉਹਨੂੰ ਬਾਹਰ ਕੱਢ ਲੈਂਦੇ ਨੇ। ਉਸੇ ਚੀਜ਼ ਨੂੰ ਲੁਕੋ ਲੈਣਾ ਕੋਈ ਟਾਈਮ ਵਾਸਤੇ। ਹੁਣ ਪਿੱਛੇ ਕਹਿੰਦੇ ਬਰਥ ਕੰਟਰੋਲ ਕਰੋ ਜੀ, ਆਬਾਦੀ ਘਟਾਓ। ਹੁਣ ਕਹਿਣ ਲੱਗੇ ਕਈ ਕਿ ਆਬਾਦੀ ਵਧਣੀ ਚਾਹੀਦੀ ਹੈ। ਹੁਣ ਕਦੇ ਕਹਿਣ ਲੱਗੇ ਇਹ ਵਿਦਵਾਨ ਕਦੋਂ ਕੀ ਕਹਿ ਦੇਣ, ਇਹਨਾਂ ਨੇ ਕੀ ਇਤਬਾਰ ਹੈ, ਇਹਨਾਂ ਦੀ ਬੁੱਧੀ ਕਿੰਨੀ ਹੁੰਦੀ ਹੈ। ਸਾਰੀ ਦੁਨੀਆ ਜਿੱਥੇ ਖੜੀ ਹੈ ਉੱਥੇ ਮੌਤ ਦੇ ਸਿਵਾ ਅੱਗੇ ਕੁਛ ਨਹੀਂ ਹੈ। ਇਹ ਵਿਦਵਾਨਾਂ ਦੀ ਕਿਰਪਾ ਹੀ ਹੈ, ਇਹ ਵਿਦਵਾਨਾਂ ਦੀ ਦੇਣ ਹੈ। ਅਸ਼ਾਂਤੀ ਵੜਦੀ ਵਿਦਵਾਨਾਂ ਦੀ ਦੇਣ। ਕਿੰਨੀਆਂ ਗੱਲਾਂ ਕਹਿੰਦੇ ਨੇ, ਅੱਜ ਜਿਹੜੀ ਗੱਲ ਕਹਿੰਦੇ ਨੇ 4 ਸਾਲ ਬਾਅਦ ਕਹਿੰਦੇ ਨਹੀਂ ਜੀ ਇਹ ਤਾਂ ਗਲਤ ਹੋਈ। ਇਹ ਤਾਂ ਹੈ ਹੀ ਨੇ ਵਿਦਵਾਨ, ਇਹਨਾਂ ਦੀ ਕੋਈ ਗੱਲ ਠੋਸ ਹੁੰਦੀ ਹੋਈ ਨਹੀਂ। ਦ੍ਰਿਸ਼ਟੀ ਜਾਂ ਤਾਂ ਲੋਭ ਰੱਖ ਕੇ ਗੱਲ ਕਰਦੇ ਨੇ, ਕਪਟ ਰੱਖ ਕੇ ਗੱਲ ਕਰਦੇ ਨੇ।
ਮਾਇਆਧਾਰੀ ਹੁੰਦੇ ਨੇ, ਇਹਨਾਂ ਦੀ ਕੀ ਹੈ। ਅੱਜ ਕਈ ਕਹਿਣ ਲੱਗੇ ਲੋਕ, ਹਿੰਦੂ ਕਹਿਣ ਲੱਗੇ ਵੀ ਬੱਚੇ ਜ਼ਿਆਦਾ ਪੈਦਾ ਕਰੋ, ਮੁਸਲਮਾਨਾਂ ਦੀ ਆਬਾਦੀ ਜ਼ਿਆਦਾ ਹੋ ਗਈ। ਜਾਂ ਸੁੱਤੇ ਪਏ ਤੇ ਪਹਿਲਾਂ ਮੁਸਲਮਾਨ ਐਡੇ ਸਾਲਾਂ ਨੂੰ ਪਹਿਲਾਂ ਦੇ ਰੱਖਿਆ ਵੀ ਸਾਡੇ ਤਾਂ ਜੀ ਇਸਲਾਮ ਦੇ ਵਿੱਚ ਖਿਲਾਫ ਹੈ। ਹਾਂ, ਪਰਿਵਾਰ ਨਿਯੋਜਨ ਇਹਦਾ ਪਰਮੇਸ਼ਰ ਦੀ ਦੇਣ ਹੈ। ਬੱਚੇ ਜਿਹੜਾ ਰਿਜ਼ਕ ਉਹਨੇ ਭੇਜਣਾ, ਸਾਡੀ ਜ਼ਿੰਮੇਵਾਰੀ ਨਹੀਂ ਹੈ। ਉਹ ਚੱਲੇ ਕੁਰਾਨ ਤੇ ਉਹ ਮੂਹਰੇ ਨਿਕਲ ਕੇ ਭੇਜ ਰਹੇ ਸਮੇਂ ਸਮੇਂ ਸਿਰ ਬਦਲਦੇ ਰਹੇ ਨੇ ਆਪਣੀ ਮਰਜ਼ੀ ਦੇ ਕਾਨੂੰਨ। ਹੁਣ ਦੇਖਦੇ ਨਾਲ ਦਾ ਹੈ काम माया कुंचर को व्याप्या। ਕਾਮ ਮਾਇਆ ਹੈ, ਕਾਮਨਾ ਮਾਇਆ ਦੇ ਸਰੀਰ ਵਾਸਤੇ ਹੀ ਹੈ। ਕੁੰਚਰ ਦੇ ਵਿੱਚ ਵੱਧ ਜਾਂਦੀ ਹੈ। ਕੁੰਚਰ ਨੂੰ ਭੁੱਖ ਵੀ ਜ਼ਿਆਦਾ ਲੱਗਦੀ ਹੈ। ਦੇਖੋ ਨਾ, ਕੁੰਚਰ ਦਾ ਸਰੀਰ ਜੋ ਵੱਡਾ ਹੈ, ਸਰੀਰ ਵੱਡਾ, ਮਾਇਆ ਵੱਡੀ ਉਹਦੇ ਚ। ਮਾਇਆ ਦਾ ਵਿਆਪਣਾ, ਹਰ ਤਰ੍ਹਾਂ ਦੀ ਮਾਇਆ ਦੀ ਭੁੱਖ ਵਿਆਪਣਾ, ਲੋੜ ਮਾਇਆ ਦੀ ਇੱਛਾ ਹੈ, ਲੋੜ ਹੈ, ਵਿਆਪਾ ਹੈ। ਭਿੰਗਮ ਭ੍ਰਿੰਗ ਮਾਇਆ ਮੈਂ ਖਾਪੈ। ਭ੍ਰਿੰਗਮ ਭਿੰਗਮ ਭ੍ਰਿੰਗ ਭੁਇੰਗਮ ਸੱਪ ਹੁੰਦਾ, ਭ੍ਰਿੰਗ ਆ ਪਤੰਗੇ ਜਿਹੜੇ ਉੜਦੇ ਨੇ, ਮਾਇਆ ਮੈਂ ਖਾਪੈ। ਮਾਇਆ ਦੇ ਵਿੱਚ ਜੰਮਦੇ ਨੇ, ਮਾਇਆ 'ਚ ਮਰ ਜਾਂਦੇ ਨੇ। ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਦੇਖੋ ਹਾਥੀ, ਭ੍ਰਿੰਗਮ, ਭ੍ਰਿੰਗ, ਭੁਇੰਗਮ, ਭ੍ਰਿੰਗ ਤਿੰਨ ਆਏ ਨੇ। ਅਸਲ ਦੇ ਵਿੱਚ ਗਾਂ ਇਹ ਸਰੀਰ ਦੀਆਂ ਕੈਟਾਗਰੀਆਂ ਦੀ ਗੱਲ ਨਹੀਂ ਆਈ। ਹਾਥੀ ਦਾ ਕਹਿੰਦੇ ਨੇ ਜਿਹੜਾ ਹੰਕਾਰੀ ਹੈ, ਹੰਕਾਰੀ ਹਾਥੀ ਦੇ ਸੈਂਸ ਵਿੱਚ ਹੋ ਗਿਆ। ਭੁਇੰਗਮ ਉਹ ਹੈ ਜਿਵੇਂ ਮਨ ਹੈ, ਜਿਵੇਂ ਬਾਈ ਧਾਰੀਆਂ ਨੇ ਕਿਲਾ ਛੜਾ ਲਿਆ, ਡੰਗ ਮਾਰਿਆ ਪਿੱਛੋਂ, ਕਿਲਾ ਛੜਾ ਲਿਆ ਪਿੱਛੋਂ ਡੰਗ ਮਾਰਿਆ, ਇਹ ਭੁਇੰਗਮ ਦਾ ਸੁਭਾਅ ਹੈ। ਸੱਪ ਦੀ ਕੈਟਾਗਰੀ ਆ ਗਈ। ਮਿੱਠਾ ਬਣ ਕੇ ਛੜਾ ਲਿਆ ਕਿਲਾ, ਪਿੱਛੇ ਧੋਖਾ ਕਰ ਲਿਆ। ਭ੍ਰਿੰਗ ਭ੍ਰਿੰਗ ਮਾनो ਉਡਾਰੀਆਂ ਮਾਰਦਾ ਜਿਹੜਾ ਭੌਰਾ, ਭ੍ਰਿੰਗ ਭੌਰਾ ਨਹੀਂ ਹੁੰਦਾ। ਹਾਂ, ਭ੍ਰਿੰਗ ਉੱਡਣ ਵਾਲਾ ਜਾਨਵਰ, ਜਿਹੜਾ ਲਾਈਟ ਤੇ ਉੱਡਦਾ ਹੈ, ਭੌਰਾ ਹੁੰਦਾ। ਪਤੰਗਾ, ਪਤੰਗਾ ਭ੍ਰਿੰਗ ਮਾਇਆ ਮੈਂ ਖਾਪੈ। ਮਾਇਆ ਮੈਂ ਖਾਪੈ। ਜਿਹੜਾ ਵਿਦਵਾਨ ਹੈ ਭ੍ਰਿੰਗ ਹੈ। ਭ੍ਰਿੰਗ ਪਤੰਗ ਉਹ ਉੜਦੇ ਨਹੀਂ ਹਨ। ਜਿਹੜੇ ਨਹੀਂ ਥੋੜੇ ਗਿਆਨ ਵਾਲੇ ਲੋਕ, ਉਹਦੇ ਵਿਚਾਲੇ ਗਿਆਨ ਵਾਲੇ ਲੋਕ ਨੇ ਜਿਹੜੇ ਵਿਦਵਾਨ ਨੇ, ਉਹ ਭ੍ਰਿੰਗ ਪਤੰਗ। ਥੋੜਾ ਮੋਮਬੱਤੀ ਦੇਖੀ, ਲਾਈਟ ਦੇਖੀ, ਭੱਜ ਕੇ ਜਾਂਦੇ ਚਾਹੇ ਮਰ ਜਾਣ। ਜਿਹੜੀ ਥੋੜੀ ਲਾਈਟ ਤੋਂ ਪ੍ਰਭਾਵਿਤ ਹੋਣ ਵਾਲੇ, ਇਹ ਭ੍ਰਿੰਗ ਪਤੰਗ ਹੁੰਦੇ ਨੇ। ਸੰਤਾਂ ਤੋਂ ਪ੍ਰਭਾਵਿਤ ਹੋ ਜਾਣ, ਜਿਹੜੇ ਸੂਰਜ ਤੋਂ ਪ੍ਰਭਾਵਿਤ ਹੁੰਦੇ ਨੇ ਲੋਕ, ਭ੍ਰਿੰਗ ਪਤੰਗ ਜਿਹੜੇ ਇਹ ਚੀਜ਼ਾਂ ਨੇ, ਉੱਥੇ ਨਹੀਂ ਬਾਹਰ ਆਉਂਦੀਆਂ ਜਿੱਥੇ ਜਾਂ ਸੂਰਜ ਹੁੰਦਾ। ਇੰਨੀ ਲਾਈਟ ਬਰਦਾਸ਼ਤ ਨਹੀਂ ਇਹਨਾਂ ਨੂੰ। ਜਿਹੜੇ ਲੋਕ ਸੰਤਾਂ ਦੇ ਦੀਵਾਨਾਂ ਜਾਂਦੇ ਨੇ, ਛੋਟੇ ਛੋਟੇ ਜਿਹੜੇ ਜਿੱਥੇ ਗਿਆਨ, ਥੋੜਾ ਗਿਆਨ ਹੋਵੇ, ਉੱਥੇ ਜਾ ਕੇ ਖੁਸ਼ ਨੇ। ਉਹ ਇਹ ਉਹਨਾਂ ਦੀਆਂ ਗੱਲਾਂ ਕਰੀਆਂ ਨੇ। ਜਾਂ ਤਾਂ ਹਾਥੀ ਨੇ, ਉਹ ਹੰਕਾਰੀ ਨੇ ਆਪ, ਉਹਨਾਂ ਦੇ ਪ੍ਰਬੰਧਕ ਉਹਨੇ, ਉਹ ਤਾਂ ਹਾਥੀ ਦੀ ਕੈਟਾਗਰੀ ਜਾ ਕੇ, ਪ੍ਰਬੰਧਕ ਔਰ ਸੰਤ ਹਾਥੀ ਦੀ ਕੈਟਾਗਰੀ ਜਾ ਕੇ। ਬਾਕੀ ਭ੍ਰਿੰਗ ਪਤੰਗੇ ਨੇ ਜਿਨ੍ਹਾਂ ਨੇ ਪ੍ਰਭਾਵਿਤ ਹੋ ਕੇ ਉਹਨਾਂ ਦੇ ਉਹ ਛੇੜੇ ਛੁੜੇ ਜਾਂ ਤੇ ਆ, ਉਹਨਾਂ ਤੇ ਕੁਛ ਵੀ ਲੈ ਲੈ, ਚਾਹੇ ਸਾਰਾ ਹੀ, ਜਾਇਦਾਦਾਂ ਵੀ ਦੇ ਦਿੰਦੇ ਨੇ, ਜਿਨ੍ਹਾਂ ਦੀਆਂ ਗਹਿਣੇ ਲਾ ਕੇ ਦੇ ਦੇਣੇ। ਉਹ ਨਹੀਂ, ਉਹਦੇ ਤੇ ਕੁਰਬਾਨ ਹੋ ਜਾਣਾ। ਪਤੰਗਾ ਆਪਣੇ ਆਪ ਨੂੰ ਕੁਰਬਾਨ ਨਹੀਂ ਕਰ ਦਿੰਦਾ। ਥੋੜੀ ਰੋਸ਼ਨੀ ਤੇ ਆਪਣਾ ਆਪਾ ਕੁਰਬਾਨ ਕਰ ਦੇਣਾ, ਥੋੜੇ ਗਿਆਨ ਤੇ ਹੀ ਪ੍ਰਭਾਵਿਤ ਹੋ ਕੇ ਆਪਣਾ ਆਪਾ ਖੋ ਦੇਣਾ। ਸਮਝ ਲੱਗੀ ਗੱਲ ਦੀ ਕੀ ਹੈ? ਜਿੱਥੇ ਜੇ ਤੁਸੀਂ ਤੱਤ ਗਿਆਨ ਦੀ ਗੱਲ ਕਰੋਗੇ ਉੱਥੇ ਨਹੀਂ ਜਾਣਾ ਉਹਨਾਂ ਨੇ, ਫਿਰ ਨਿਕਲੋ ਨਹੀਂ, ਘੱਟ ਚੋਂ ਬਾਹਰ, ਫਿਰ ਨਹੀਂ ਬੰਦੇ। ਉਹ ਬਰਦਾਸ਼ਤ ਨਹੀਂ, ਇਹਦੀ ਲਾਈਟ ਨਹੀਂ ਬਰਦਾਸ਼ਤ, ਥੋੜੀ ਲਾਈਟ ਬਰਦਾਸ਼ਤ ਹੈ ਉਹਨਾਂ ਨੂੰ। ਥੋੜੀ ਲਾਈਟ ਵਾਲੇ ਲੋਕ ਲੁੱਟੀ ਜਾਂਦੇ ਉਹਨਾਂ ਨੂੰ, ਵੱਡੀ ਲਾਈਟ ਉਹਨੂੰ ਬਰਦਾਸ਼ਤ ਹੈ ਨਹੀਂ। ਸੂਰਜ ਦੀ ਲਾਈਟ ਬਾਹਰ ਨਹੀਂ ਨਿਕਲਦੇ। ਉਹ ਸੂਰਜ ਵੱਲ ਨੂੰ ਨਹੀਂ, ਭ੍ਰਿੰਗ ਪਤੰਗ ਸੂਰਜ ਵੱਲ ਨੂੰ ਜਾਣ ਉੜ ਕੇ, ਉਹ ਕਦੇ ਨਹੀਂ ਜਾਂਦੇ ਉੱਥੇ ਨੂੰ।
ਇੱਥੇ ਮੋਮਬੱਤੀ ਜਾਲ ਦੋ। ਤਾਂ ਹੀ ਉਹ ਕਹਿੰਦਾ ਨਾ, ਕਹਿੰਦਾ ਵੀ ਤੂੰ क्षमा दिल में जल ਹਾਂ, ਕਹਿੰਦਾ ਸ਼ਮਾ ਦਿਲ ਵਿੱਚ ਜਲੇ ਤਾਂ ਮੈਂ ਆਤਾ ਨਹੀਂ। ਤੇ ਤੈਨੂੰ ਜਾਣੋਗੇ ਮੋਮਬੱਤੀ ਫਿਰ ਤਾਂ ਹੁੰਦਾ ਨਹੀਂ। आशिक रात ਮੈਂ ਤਾਂ ਰਾਤ ਦੀ ਸਿਆਹੀ ਦੇ ਵਿੱਚ ਜੇ ਸ਼ਮਾ ਚਾਨਣ ਕਰਦੀ ਉਹਨੂੰ ਬੁਝਾਉਣ ਜਾਂਦਾ। ਮੈਨੂੰ ਤਾਂ ਰਾਤ ਦੀ ਸਿਆਹੀ ਚੰਗੀ ਲੱਗਦੀ ਹੈ, ਹਨੇਰਾ ਚੰਗਾ ਲੱਗਦਾ। ਉਹ ਸ਼ਮਾ ਵੀ ਡਿਸਟਰਬ ਕਰਦੀ ਹੈ ਮੋਮਬੱਤੀ। ਮੈਂ ਕਹਿੰਦਾ ਉਹਨੂੰ ਬੁਝਾਓ ਪਰੇ, ਬੁਝਾਉਣ ਜਾਣਾ ਉਹਨੂੰ, ਬੁਝਾਉਣ ਜਾਣਾ ਮੈਂ ਬੁਝਾ ਜਾਂਦਾ। ਹਾਂਜੀ, ਮਾਇਆ ਐਸੀ ਮੋਹਣੀ ਭਾਈ ਜੇਤੇ ਜੀ ਤੇਤੇ ਡਹਕਾਈ। ਮਾਇਆ ਐਸੀ ਮੋਹਣੀ ਭਾਈ ਹੈ, ਭਾਈ ਐਸੀ ਮੋਹਣੀ ਹੈ ਮਾਇਆ, ਜਿਹਨੇ ਜੀਵ ਨੇ ਸਾਰੇ ਉਹਦੇ ਮਨ ਡੋਲਦੇ ਨੇ, ਇਹਨੂੰ ਦੇਖ ਕੇ ਡੋਲ ਜਾਂਦੇ ਨੇ ਸਾਰੇ ਜੀ। ਪੰਖੀ ਮਿਰਗ ਮਾਇਆ ਮੈਂ ਰਾਤੇ ਸਾਕਰ ਮਾਖੀ ਅਧਿਕ ਸੰਤਾਪੇ। ਬਿਰਗ ਪੰਖੀ ਹੈ, ਇਹ ਮਾਇਆ ਦੇ ਵਿੱਚ ਰਾਤੇ ਰੱਤੇ ਹੋਏ ਨੇ। ਸਾਕਰ ਮਾਖੀ ਅਧਿਕ ਮੱਖੀ ਔਰ ਸ਼ੱਕਰ, ਸਾਕਰ ਸ਼ੱਕਰ ਮਿੱਠਾ, ਗੁੜ ਸ਼ੱਕਰ, ਗੁੜ ਸ਼ੱਕਰ ਮੱਖੀ ਨੂੰ ਬੜਾ ਪਰੇਸ਼ਾਨ ਕਰਦਾ। ਮੱਖੀ ਜਦ ਮਰ ਜਾਵੇ ਸ਼ੱਕਰ ਤੇ ਗੁੜ ਤੇ ਜਾਂਦੀ ਹੈ, ਅਧਿਕ ਸੰਤਾਪੇ। ਸੰਤਾਪੇ। ਜੇ ਕੋਈ ਮੱਖੀ ਨੂੰ ਰੋਕੇ ਬੜਾ ਔਖਾ ਉਹਨੂੰ ਹੁੰਦਾ ਵੀ ਸਿਰੇ ਤੇ ਮੈਨੂੰ ਬੈਠਣ ਨਹੀਂ ਦਿੰਦਾ। ਤੁਰੇ ਉਸ਼ਟ ਮਾਇਆ ਮੈਂ ਭੇਲਾ ਸਿੱਧ 84 ਤੁਰੇ ਮਾਇਆ ਮੈਂ ਘੋੜੇ, ਤੁਰੇ ਘੋੜੇ ਹੁੰਦੇ, ਤੁਰੇ ਉਸ਼ਟ ਉਸ ਊਠ, ਮਾਇਆ ਮੈਂ ਭੇਲਾ। ਇਹ ਵੀ ਮਾਇਆ ਦੇ ਵਿੱਚ ਮਸਤ ਰਹਿੰਦੇ ਨੇ। ਹਾਂ, ਸਿੱਧ 84 ਮਾਇਆ ਮੈਂ ਖੇਲਾ। ਇਹ ਵੀ 84 ਸਦਰ ਜਿਹੜੇ ਮਾਇਆ ਜੇ ਖੇਲੇ ਨੇ, ਉਹ ਪਸ਼ੂਆਂ ਵਾਂਗੂ ਖੇਲੇ ਨੇ। ਪਸ਼ੂ ਵਰਤੀ ਸੀ ਉਹਨਾਂ ਦੀ, ਪਸ਼ੂ ਵਰਤੀ ਤੋਂ ਉੱਤੇ ਨਹੀਂ ਉੱਠੇ। ਸਰੀਰ ਨਾਲ ਜਿਹੜਾ ਸਰੀਰ ਨਾਲ ਜੁੜਿਆ ਪਸ਼ੂ ਵਰਤੀ ਹੈ। ਕਿਸੇ ਪਸ਼ੂ ਦੀ ਕੈਟਾਗਰੀ ਨਹੀਂ ਦੱਸੀ ਉਹਨਾਂ ਦੀ ਵੀ ਕਿਹੜੇ ਪਸ਼ੂ ਦੀ ਕੈਟਾਗਰੀ 'ਚ ਨੇ, ਪਰ ਸਰੀਰ ਤੋਂ ਉੱਪਰ ਨਹੀਂ ਉੱਠ ਸਕੇ, ਮਾਇਆ ਤੋਂ ਉੱਪਰ ਨਹੀਂ ਉੱਠ ਸਕੇ। ਉਹ ਸ਼ਬਦ ਨਾਲ ਅੰਦਰਲੇ ਨਾਲ ਨਹੀਂ ਜੁੜ ਸਕੇ, ਸਰੀਰ ਦੇ ਸ਼ਬਦ ਨਾਲ ਜੁੜੇ ਰਹੇ ਨੇ। ਸਰੀਰ ਦੇ ਜਿਹੜੇ ਸ਼ਬਦ ਨੇ ਪੈਦਾ ਹੁੰਦੇ, ਸਰੀਰ ਦੇ ਅੰਦਰ ਖੋ ਗਏ ਨੇ, ਸਰੀਰ ਦੇ ਵਿੱਚੋਂ ਮਾਇਆ ਵਿੱਚ ਖੇਲਾ। ਛੇ ਜਤੀ ਮਾਇਆ ਕੇ ਬੰਦਾ ਨਵੇਂ ਨਾਮ। ਛੇ ਜਾਤੀ ਜਿਨ੍ਹਾਂ ਨੂੰ ਛੇ ਜਾਤੀ ਬੰਦੇ, ਉਹ ਵੀ ਮਾਇਆ ਦੇ ਵਿੱਚ ਬੰਦੇ ਨੇ, ਔਰ ਸਰੀਰ ਦੇ ਧਾਰੀ ਸੀ। ਉਹ ਮਾਇਆ ਦੇ ਨਾਲ ਜੁੜੇ ਹੀ ਰਹੇ ਨੇ, ਆਪਣੇ ਆਪ ਖੁੱਲੇ ਨਹੀਂ ਮਾਇਆ ਤੋਂ। ਛੇ ਜਤੀ ਮਾਇਆ ਕੇ ਬੰਦਾ ਨਵੇਂ ਨਾਥ ਸੂਰਜਰ ਚੰਦਾ। ਨਵੇਂ ਨਾਥ ਸੂਰਜ ਚੰਦਾ। ਤਪੇ ਰਖੀਸਰ ਮਾਇਆ ਮੈਂ ਸੁੱਤਾ। ਜਿਹਨੇ ਤਪੇ ਹੋਏ ਨੇ, ਜਿਹਨੇ ਰਿਸ਼ੀ ਮੁਨੀ ਹੋਏ ਨੇ, ਸਾਰੇ ਮਾਇਆ 'ਚ ਸੁੱਤੇ ਰਹੇ ਨੇ। ਰਖੀਸਰ ਤਪੇ ਰਖੀਸਰ ਮਾਇਆ ਮੈਂ ਸੁੱਤਾ। ਮਾਇਆ 'ਚ ਸੁੱਤੇ ਰਹੇ ਨੇ, ਉਹ ਭਗਤ ਨਹੀਂ ਹੋਇਆ ਇਹਨਾਂ 'ਚ ਕੋਈ, ਸਿੱਧਾ 'ਚ ਕੋਈ ਭਗਤ ਨਹੀਂ ਹੋਇਆ। ਹਾਂ, ਮਾਇਆ ਮੈਂ ਕਾਲ ਔਰ ਪੰਚ ਦੂਤਾ। ਕਾਲ ਔਰ ਪੰਚਦੂਤ ਮਾਇਆ ਦੇ ਵਿੱਚ ਹੀ ਨੇ। ਹੁਕਮ ਹੈ ਜਿਹੜਾ ਮਾਇਆ ਦੇ ਅੰਦਰ ਹੈ, ਮਾਇਆ ਤੋਂ ਪਰੇ ਨਹੀਂ ਹੈ ਉਹ। ਔਰ ਪੰਚਦੂਤ ਕਿਹੜੇ ਨੇ? ਪੰਜੇ ਵਕਾਰ। ਪੰਜੇ ਵਕਾਰ ਵੀ ਮਾਇਆ ਦੇ ਅੰਦਰ ਨੇ। ਮਾਇਆ ਤੋਂ ਬਾਹਰ ਨਿਕਲਦੀ ਸਾਰ ਪੰਜ ਵਕਾਰ ਨਹੀਂ ਜਾ ਸਕਦੇ ਪਰੇ। ਹਾਂ, ਆਤਮਾ ਨਾਲ ਪੰਜ ਵਕਾਰਾਂ ਦਾ ਕੋਈ ਸੰਬੰਧ ਨਹੀਂ। ਜਿਨ੍ਹਾਂ ਚਿਰ ਦੇ ਸਰੀਰ ਮਾਇਆ ਦੇ ਵਕਾਰਾਂ ਦਾ ਵੀ ਮਾਇਆ ਨਾਲ ਸਰੀਰ ਨਾਲ ਸੰਬੰਧ ਹੈ। ਹਾਂ, ਸਵਾਨ ਸਿਆਲ ਮਾਇਆ ਮੈਂ ਰਾਤਾ। ਸਵਾਨ ਕੁੱਤਾ, ਸਿਆਲ ਗਿੱਦੜ, ਮਾਇਆ ਮੇਂ ਰਾਤਾ, ਇਹ ਵੀ ਮਾਇਆ ਦਾ ਹੀ ਹੈ। ਮਾਇਆ ਦੇ ਵਿੱਚ ਹੀ ਹੈ ਸਵਾਨ। ਬੰਤਰ ਚੀਤੇ ਅਰ ਸਿੰਘਾਤਾ। ਬੰਦਰ ਹੋਏ, ਚਿੱਤੇ ਹੋਏ, ਔਰ ਜਿਹੜੇ ਉਹ 12 ਸਿੰਘੇ ਹੋਏ, ਸਿੰਘਾਤਾ। ਮੰਝਾਰ ਗਾਡਰ ਅਰ ਲੂਬਰਾ। ਹਾਂ, ਬਾਜ਼ਾਰ ਬਿੱਲਾ ਹੁੰਦਾ ਨਾ, ਗਾਡਰ ਗਿੱਦੜ, ਅਰ ਲੂਬਰਾ। ਆ ਲੂਬੜ ਹੁੰਦਾ, ਪਰ ਕੇ ਬਘਿਆੜ ਹੁੰਦਾ ਗਾਡਰ। ਗਿੱਦੜ ਸਿਆਰ ਹੁੰਦਾ, ਗਾਡਰ ਲੂਬੜੀ। ਹਾਂ, ਬਿਰਖ ਮੂਲ ਮਾਇਆ ਮੈਂ ਪਰਾ। ਬਿਰਖ ਮੂਲ ਮਾਇਆ ਮੈਂ ਪਰਾ। ਮੂਲ ਰੂਪ ਦੇ ਵਿੱਚ ਮਾਇਆ ਦੇ ਵਿੱਚ ਸਾਰੇ ਮਾਇਆਧਾਰੀ ਨੇ। ਇਹ ਦੇਖੋ ਸਾਰੇ ਜੀਵ ਨੇ, ਜੀਵਨ ਤੇ ਉਹ ਵੀ ਜੀਵ ਨੇ, ਇਹ ਵੀ ਜੀਵ ਨੇ, ਉਹ ਵੀ ਮਾਇਆ 'ਚ ਨੇ। ਜੈ ਜੋ ਬਿਰਛ ਨੇ ਉਹ ਨੇ, ਉਹ ਜਿਹੇ ਆਦਮੀ ਨੂੰ ਕਹਿ ਤੂੰ ਹੈ। ਜੇ ਮਾਇਆ ਜੁੜੇ ਹੋਏ ਇਹ ਜਿਹੀ ਹੈ ਤੂੰ, पशु वृत्ति है सारी। ਪਸ਼ੂ ਵਰਤੀ ਹੋਈ ਹੈ।
ਮਾਇਆ ਅੰਤਰ ਭੀਨੇ ਦੇਵ ਸਾਗਰ ਇੰਦਰਾ ਅਰ ਤੁਰ ਦੇਵ। ਬਾਕੀ ਰਹੇ ਦੇਵਤੇ ਉਹ ਵੀ ਮਾਇਆਧਾਰੀਆਂ ਨੇ, ਮਾਇਆ ਵਿੱਚ ਪੀਲੇ ਮਾਇਆ ਦੇ ਪਿੱਛੇ ਰਹੇ ਨੇ, ਮਾਇਆ ਤੋਂ ਪਰੇ ਨਹੀਂ ਗਏ। ਹਾਂ ਪੀਲੇ ਸੁਰ ਦੇਵ, ਸੁਰ ਔਰ ਦੇਵਤੇ। ਹਾਂ ਮਾਇਆ ਅੰਤਰ ਭੀਨੇ ਦੇਵ ਸਾਗਰ ਇੰਦਰਾ ਅਰ ਧਰ ਦੇਵ। ਸਾਗਰ ਇੰਦਰਾ ਔਰ ਧਰ ਦੇਵ, ਇੰਦਰ ਰਾਜੇ ਤੋਂ ਲੈ ਕੇ ਸਾਰੇ ਇਹ ਮਾਇਆ ਦੇ ਵਿੱਚ ਹੀ ਰਹੇ ਨੇ ਗੁਲਤਾਨ। ਮਾਇਆ ਤੋਂ ਅੱਗੇ ਦੀ ਗੱਲ ਕਿਸੇ ਕੋਲ ਹੈ ਉਹ ਨਹੀਂ, ਮਾਇਆ ਤੋਂ ਪਰੇ ਦਾ ਗਿਆਨ ਕਿਸੇ ਕੋਲ ਹੈ ਹੀ ਨਹੀਂ। ਮਾਇਆ ਦੇ ਅੰਦਰ ਅੰਦਰਲਾ ਗਿਆਨ ਹੈ ਸਾਰਿਆਂ ਕੋਲ, ਮਾਇਆ ਦੇ ਅੰਦਰ ਅੰਦਰਲੀਆਂ ਕਰਾਮਾਤਾਂ ਨੇ, ਮਾਇਆ ਦੇ ਅੰਦਰ ਅੰਦਰਲਾ ਸਾਰਿਆਂ ਦੇ ਕੋਲ ਲੈਣ ਦੇਣ। ਜੋ ਵੀ ਪਦਾਰਥ ਨੇ ਮਾਇਆ ਦੇ ਅੰਦਰ ਅੰਦਰਲੇ ਨੇ, ਯਾਰ ਪਦਾਰਥ ਇਹਨਾਂ ਕੋ। ਕਹਿ ਕਬੀਰ ਜਿਸ ਉਦਰ ਤਿਸ ਮਾਇਆ ਤਬ ਛੂਟੇ ਜਬ ਸਾਧੂ ਪਾਇਆ। ਹਾਂ ਉਧਰ ਤਿਸ ਮਾਇਆ, ਜਿੱਥੇ ਪੇਟ ਹੈ ਉੱਥੇ ਮਾਇਆ, ਜਿੱਥੇ ਕੋਈ ਚੀਜ਼ ਖਾ ਕੇ ਹਜਮ ਕਰਕੇ ਸਰੀਰ ਵੱਧਦਾ ਉੱਥੇ ਮਾਇਆ, ਉਹਨੂੰ ਮਾਇਆ ਕਹਿੰਦੇ। ਜਿਸ ਉਧਰ ਤਿਸ ਮਾਇਆ ਤਬ ਛੂਟੇ ਜਬ ਸਾਧੂ ਪਾਇਆ। ਛੁਟਕਾਰਾ ਕਰ ਦਿੰਦਾ ਹੈ। ਜਾਂ ਸਾਧੂ ਜਿਹੜਾ ਅੰਦਰਲਾ ਇਹਦਾ ਮੂਲ ਹੈ, ਉਹ ਕੌਣ ਹੈ? ਸਾਧੂ। ਸਾਧੂ ਛੁੱਟਿਆ ਹੈ ਮਾਇਆ ਤੋਂ। ਸਾਧੂ ਜੀ ਨੇ ਪਾ ਲਿਆ ਆਪਣੇ ਅੰਦਰੋਂ, ਸਾਧੂ ਖੋਜ ਲਿਆ। ਸਾਧੂ ਹੀ ਮਾਇਆ ਤੋਂ ਛੁਟਕਾਰਾ ਕਰਾ ਸਕਦਾ। ਉਹਨੇ ਆਪ ਛੁਟਕਾਰਾ ਕਿਵੇਂ ਕੀਤਾ? ਜਿਵੇਂ ਉਹਦਾ ਹੋਇਆ ਉਵੇਂ ਤੁਸੀਂ ਕਰ ਲਓ। ਉਹ ਜਿਹਾ ਸੁਭਾਅ, ਸਾਧੂ ਵਰਗਾ ਸੁਭਾਅ ਜਦ ਹੋ ਜੂ ਆਦਮੀ ਦਾ। ਪਹਿਲੇ ਸੁਭਾਅ ਜਾਨਵਰਾਂ ਵਾਲੇ ਨੇ ਸਾਰੇ, ਦਰਖਤਾਂ ਵਾਲੇ ਜਾਨਵਰਾਂ ਵਾਲੇ ਸੁਭਾਅ ਕਰਕੇ ਹੈ। ਜਦੋਂ ਸਾਧੂ ਵਾਲਾ ਸੁਭਾਅ ਹੋ ਗਿਆ ਮਾਇਆ ਤੋਂ ਛੁੱਟ ਜਾਊਗਾ। ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ। ਜਿੰਨਾ ਚਿਰ ਮੇਰੀ ਮੇਰੀ ਕਰਦਾ ਨਾ ਜੀਵ, ਇਹਦਾ ਕੋਈ ਕਾਜ ਵੀ ਨਹੀਂ ਸਰਦਾ ਉਹਨਾਂ ਚਿਰ। ਵੈਸੇ ਤਾਂ ਇੱਕੋ ਕਾਜ ਇਹ ਆਇਆ, ਇੱਕ ਕਾਜ ਜਿਹੜਾ ਆਇਆ ਉਹ ਤਾਂ ਸਰਦਾ ਨਹੀਂ। ਇਹਨੂੰ ਆਤਮਦਰਸ਼ੀ ਨਹੀਂ ਹੁੰਦਾ ਹੈ, ਆਤਮਦਰਸ਼ੀ ਨਹੀਂ ਹੋ ਸਕਦਾ। ਕਾਜ ਏਕ ਨਾ ਸਰੇ, ਇਹ ਕਾਜ ਦਾ ਕਮ ਤੇ ਇਹਦਾ ਸਰਦਾ ਨਹੀਂ। ਹੋਰ ਕਾਜ ਪਏ ਸਰੀ ਜਾਣ ਮੇਰੀ ਮੇਰੀ ਤੋਂ। ਇੱਕ ਕਾਜ ਜਿਹੜਾ ਉਹ ਆ ਜਿਹੜਾ ਕਾਜ ਕਰਨਾ ਇਹ ਨਹੀਂ ਸਰਨਾ, ਇਹ ਨਹੀਂ ਸਿਰੇ ਚੜਨਾ। ਤਬ ਲਗ ਕਾਜ ਏਕ ਨਹੀਂ ਸਰੇ। ਕਾਰਜ ਏਕ ਨਹੀਂ ਸਰੇ, ਨਹੀਂ ਸਰੇ, ਇਹ ਸਿਰੇ ਨਹੀਂ ਜਾਣਾ। ਜਿਹੜਾ ਕੰਮ ਆਇਆ ਹੋਇਆ ਉਹ ਕੰਮ ਨਹੀਂ ਦਾ ਪੂਰਾ ਹੋਣਾ। ਜਬ ਮੇਰੀ ਮੇਰੀ ਮਿਟ ਜਾਏ, ਜਦੋਂ ਇਹਦੇ ਕਾਜ ਸਵਾਰੇ। ਹਾਂ ਜਦੋਂ ਮੇਰੀ ਮੇਰੀ ਛੱਡ ਦਿੰਦਾ ਹੈ, ਇਹਦੇ ਅੰਦਰੋਂ ਖਤਮ ਹੋ ਜਾਂਦੀ ਹੈ ਮੇਰੀ। ਮੇਰਾ ਮੁਝ ਵਿੱਚ ਕੁਛ ਨਹੀਂ ਯਾਦ ਕਹਿੰਦਾ, ਸਭ ਕੁਛ ਹੈ ਉਹ ਤੇਰਾ। ਫਿਰ ਪ੍ਰਭ ਨੂੰ ਪੁੱਛਦਾ ਵੀ ਹੁਣ ਦੱਸ ਪਈ। ਜਦ ਸੰਤੋਖ ਸਤ ਸੰਤੋਖ ਦੀ ਅਰਦਾਸ ਕਰਦਾ ਹੈ, ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਵਾਲੇ ਪਾਸ। ਫਿਰ ਪ੍ਰਭ ਆਪ ਆ ਕੇ ਕਾਜ ਸਵਾਰਦਾ। ਜਦ ਮਨ ਥਿਰ ਕਰਕੇ ਬਹਿ ਜਾਂਦਾ ਹੈ, ਥਿਰ ਘਰ ਬੈਸੋ ਹਰ ਜਨ ਪਿਆਰੇ, ਫਿਰ ਸਤਿਗੁਰ ਕਾ ਸਤਿਗੁਰ ਤੁਮਰੇ ਕਾਜ ਸਵਾਰ। ਫਿਰ ਪ੍ਰਭ ਆਪ ਆ ਕੇ, ਸਤਿਗੁਰ ਆਪ ਆ ਕੇ ਅਗਵਾਈ ਕਰਦਾ। ਇਹ ਕਹਿੰਦਾ ਵੀ ਤੂੰ ਹੁਣ ਚੁੱਪ ਕਰ, ਤੂੰ ਬੋਲਣਾ, ਤੈਨੂੰ ਲੋੜ ਨਹੀਂ ਕੁਛ ਕਰਨ ਦੀ, ਮੈਂ ਆਪੇ ਕਰੂੰਗਾ ਉਹਦਾ ਕੰਮ। ਤੂੰ ਆਨੰਦ ਕਰ, ਹੁਣ ਬਹਿ ਜਾ ਆਰਾਮ ਨਾਲ। ਐਸਾ ਗਿਆਨ ਵਿਚਾਰ ਮਨਾ ਹਰ ਕੀਨ ਸਿਮਰੋ ਦੁਖ ਭੰਜਨਾ। ਹਰ ਕੀ ਨਾ ਸਿਮਰੋ ਦੁਖ ਭੰਜਨਾ। ਹਰ ਕੀ ਨਾ ਅਲੱਗ ਅਲੱਗ, ਹਰ ਕੀ ਨਾ, ਹਰ ਕਿਉਂ ਨਹੀਂ, ਹਰ ਕੀ ਨਾ ਸਿਮਰੋ ਦੁਖ ਭੰਜਨਾ। ਹਰ ਨੂੰ ਜਿਹੜਾ ਦੁੱਖ ਭੰਜਨ ਹਾਰਿਆ ਉਹਨੂੰ ਕਿਉਂ ਨਹੀਂ ਸਿਮਰਦਾ? ਇਹ ਕੀ ਵਜ੍ਹਾ ਹੈ? ਉਹਦਾ ਸਿਮਰਨ ਬੰਦ ਕੀਤਾ ਹੋਇਆ। ਤੇਰਾ ਮੂਲ ਇਹ ਹਾਰਾ, ਤੂੰ ਉਹਨੂੰ ਕਦੇ ਸਿਮਰਿਆ ਨਹੀਂ, ਉਹਨੂੰ ਚੇਤਾ ਹੀ ਨਹੀਂ ਕੀਤਾ ਵੀ ਆਪਣੇ ਮੂਲ ਨੂੰ ਖੋਜੀ। ਜੇ ਚੇਤਾ ਕਰੇਗਾ ਤਾਂ ਉਹਨੂੰ ਖੋਜੇਗਾ, ਲੱਭੇਗਾ ਮੂਲ ਕੀ ਹੈ ਮੇਰਾ। ਹਰ ਹੋਰ ਬਾਹਰ ਨਹੀਂ ਹੁੰਦਾ ਕਿਤੇ, ਬਾਹਰ ਵਾਲੇ ਹਰ ਸਭ ਝੂਠੇ ਨੇ। ਉਹਦਾ ਡੱਕਾ ਨੇ ਬਣਾਇਆ ਨੇ ਹਰ, ਬਾਹਰ ਵੀ ਅੰਦਰ ਨੂੰ ਝੱਕ ਲੈਣਾ ਹੈ। ਜੇ ਅੰਦਰ ਖੋਜ ਲਾ ਤਾਂ ਸਾਨੂੰ ਨਹੀਂ ਪੁੱਛਣਾ ਫਿਰ ਕਿਸੇ ਨੇ, ਦੱਸ ਦੇਣਗੇ ਲੋਕਾਂ ਨੂੰ। ਸਿਮਰੋ ਦੁੱਖ ਭੰਜਨਾ। ਹਰ ਕੀ ਨਾ ਸਿਮਰੋ ਦੁੱਖ ਭੰਜਨਾ। ਜਿਹੜਾ ਦੁੱਖ ਦਾ ਨਾਸ਼ ਕਰਨ ਵਾਲਾ ਹਰ ਅੰਦਰ, ਉਹਦਾ ਸਿਮਰਨ ਕਿਉਂ ਨਹੀਂ ਕੀਤਾ? ਉਹਦੀ ਖੋਜ ਕਿਉਂ ਨਹੀਂ ਕੀਤੀ? ਸਿਮਰਨ ਵੀ ਖੋਜ ਹੈ। ਜਬ ਲਗ ਸਿੰਘ ਰਹੇ ਬਨ ਮਾਹੇ ਤਬ ਲਗ ਬਨ ਫੁੱਲੇ ਹੀ ਨਾਹੇ। ਜਿੰਨਾ ਚਿਰ ਕਹਿੰਦੇ ਸ਼ੇਰ ਰਹਿੰਦਾ ਨਾ ਜੰਗਲ ਵਿੱਚ,
ਜਿਹੜੇ ਜਾਨਵਰ ਹੁੰਦੇ ਨੇ ਜੰਗਲ ਦੇ ਉਹਨਾਂ 'ਚ ਵਾਧਾ ਨਹੀਂ ਹੁੰਦਾ, ਸਗੋਂ ਭੱਜ ਜਾਂਦੇ ਨੇ ਏਰੀਆ ਛੱਡ ਕੇ। ਇਹ ਕੁਛ ਮਾਰ ਦਿੰਦਾ, ਖਾ ਲੈਂਦਾ, ਕੋਈ ਭੱਜ ਜਾਂਦੇ ਨੇ। ਸਭ ਲੱਗ ਬਣ ਫੁੱਲੇ ਹੀ ਨਾ। ਆਹੋ, ਜ਼ਿਆਦਾ ਨਹੀਂ ਵਾਧਾ ਹੁੰਦਾ ਉਹਨਾਂ ਜਾਨਵਰਾਂ 'ਚ, ਘੱਟ ਘਟਦੇ ਰਹਿੰਦੇ ਨੇ ਸਗੋਂ। ਇਵੇਂ ਜਿੰਨਾ ਚਿਰ ਤੱਤ ਗਿਆਨ ਅੰਦਰ ਰਹਿੰਦਾ ਤਾਂ ਔਗਣ ਸਾਰੇ ਘਟ ਜਾਂਦੇ ਨੇ। ਔਗਣਾਂ 'ਚ ਰੋਜ਼ ਘਾਟਾ ਹੀ ਪੈਂਦਾ ਰਹਿੰਦਾ, ਵਾਧਾ ਨਹੀਂ ਹੁੰਦਾ। जब ही सियार सिंह को खाए फूल रही सगली बन राए। ਜਦ ਸਿਆਰ ਸਿੰਘ ਕੋ ਖਾਏ, ਜੇ ਸ਼ੇਰ ਕਿਤੇ ਸੌਂ ਜਵੇ ਨਾ, ਗਿੱਦੜ ਉਹਨੂੰ ਖਾਇਆ ਜਾਵੇ। ਹੁਣ ਕਲਪਨਾ ਖਾ ਗਈ, ਮਨ ਖਾ ਗਿਆ ਸੱਚ ਨੂੰ, ਝੂਠ ਖਾ ਗਿਆ। ਝੂਠ ਕੀ ਹੈ ਸਿਆਰ, ਸ਼ੇਰ ਕੀ ਹੈ ਸੱਚ। ਸੱਚ ਖਾਧੀ ਪੀਤੀ ਚੀਜ਼ ਹੈ, ਮਨ ਦੇ ਅੰਦਰ ਸੱਚ ਹੈ, ਖਾਧਾ ਹੋਇਆ। ਜੋ ਅੰਦਰ ਚੀਜ਼ ਹੈ ਤਾਂ ਖਾਧੀ ਹੋਈ ਹੈ ਨਾ। ਜੋ ਚੀਜ਼ ਖਾ ਲਈ ਅੰਦਰ ਹੋ ਗਈ, ਆਪਣੇ ਸਰੀਰ ਤੇ ਹੋ ਗਈ ਨਾ। ਹੁਣ ਸੱਚ ਅੰਦਰ ਹੈ, ਮਨ ਦਾ ਖਾਧਾ ਹੋਇਆ ਸੱਚ। ਹੁਣ ਇਹਨੂੰ ਬਾਹਰ ਕੱਢੇ, ਸੱਚ ਨੂੰ ਪ੍ਰਗਟ ਕਰੇ, ਫਿਰ ਗੱਲ ਬਣਨੀ ਹੈ। ਜਿਵੇਂ ਸਿਆਰ ਸਿੰਘ ਕੋ ਖਾਏ ਖਾਏ फूल रही सगली बन राए। ਸਿਆਰ ਕੌਣ ਹੈ? ਗਿੱਦੜ। ਮਨ। ਸਿੰਘ ਕੀ ਹੈ? ਤਤ ਗਿਆਨ। ਸ਼ਬਦ ਗੁਰੂ ਦੇ ਅੰਦਰ ਹੈ, ਇਹਦਾ ਖਾਧਾ ਹੋਇਆ। ਪਰ ਸਿੰਘ ਕੋ ਖਾਏ फूल रही सगली बन राए। ਫੁੱਲ ਰਹੀ ਸਗਲੀ ਬਣਨਾ। ਸਾਰੀ ਬਨਸਪਤੀ ਫਿਰ ਫੁੱਲ ਫਲ ਹੋ ਜਾਂਦੇ ਨੇ, ਫੇਰ ਹੋ ਜਾਂਦੇ ਨੇ। ਜਦੋਂ ਕਿਤੇ ਸੱਚ ਬਾਹਰ ਆ ਜਾਂਦਾ ਨਾ, ਇਹ ਕਹਿਣ ਦਾ ਮਤਲਬ ਹੈ ਪ੍ਰਗਟ ਹੋ ਜਾਂਦਾ ਕਿਸੇ ਵੀ ਇੱਕ ਤਰੀਕੇ ਨਾਲ। ਚਾਹੇ ਕਬੀਰ ਨੇ ਕਰਤਾ ਪ੍ਰਗਟ, ਤਾਂ ਸਾਰਿਆਂ ਦੇ ਹਿਰਦੇ ਖੜ ਜਾਂਦੇ ਨੇ। ਜਿਹਨਾਂ ਨੂੰ ਸੱਚ ਦੀ ਲੋੜ ਹੁੰਦੀ ਹੈ ਨਾ, ਸਾਰਿਆਂ ਨੂੰ ਸੱਚ ਦਾ ਪਤਾ ਲੱਗ ਜਾਂਦਾ। ਫਲ ਫੁੱਲ ਫੇਰ ਵਾਧੂ ਹੋ ਜਾਂਦੇ ਨੇ। ਕਮ ਸੇ ਕਮ ਗਿਆਨ ਤਾਂ ਲੋਕਾਂ ਨੂੰ ਹੋ ਜਾਂਦਾ ਸੱਚ ਕੀ ਹੈ। ਫੁੱਲ ਰਹੀ ਸਗਲੀ ਬਨ ਰਾਏ। जीतो बूढ़े हारो तेरे गुर प्रसादी पार उतरै। ਜੀਤੋ ਬੁੱਢਾ, ਜੇ ਤਾਂ ਮਨ ਜਿੱਤ ਗਿਆ ਤਾਂ ਸਮਝੋ ਬੇੜਾ ਡੁੱਬ ਗਿਆ ਇਹਦਾ। ਪਾਪਸਾ ਕਦੀ ਬੜੀ ਡਬੋਲੀ, ਜੇ ਮਨ ਨੇ ਹਾਰ ਨਹੀਂ ਮੰਨੀ। ਜੇ ਮਨ ਜਿੱਤਿਆ ਰਿਹਾ ਨਾ ਬਾਜੀ, ਮਨ ਦਾ ਹੰਕਾਰ ਨਹੀਂ ਨਾ ਟੁੱਟਿਆ। ਜੇ ਬੁੱਧੀ ਹੰਕਾਰ ਨੂੰ ਜਿੱਤ ਨਹੀਂ ਸਕੀ, ਮਨ ਨੂੰ ਜਿੱਤ ਨਹੀਂ ਸਕੀ, ਸਮਝ ਲਓ ਪਾਪਸਾ ਕਦੀ ਬੇੜਾ ਡੁੱਬ ਗਿਆ ਇਹਦਾ। ਜੀਤੋ ਬੁੱਢਾ हारो तेरे। ਜੇ ਹਾਰ ਗਿਆ ਮਨ, ਜਦ ਮਨ ਹਾਰਦਾ, ਪੱਥਰ ਨੂੰ ਚੱਕ ਕੇ ਸਮੁੰਦਰ ਸਿਰ ਦਿੰਦਾ। ਪੱਥਰ ਚੱਕ ਕੇ ਬੇੜੀ ਤੇ ਸਮੁੰਦਰ ਸਿੱਟਦਾ, ਫਿਰ ਬੇੜੀ ਨਹੀਂ ਡੁੱਬਦੀ। ਜਿੰਨਾ ਚਿਰ ਨਹੀਂ ਮੰਨਦਾ, ਪੱਥਰ ਰੱਖਦਾ ਨੇ ਬੇੜੀ ਵਿੱਚ। ਕਾਗਜ਼ ਦੀ ਉਬਲੀ ਚੀਜ਼, ਜਿੰਨਾ ਚਿਰ ਪੱਥਰ ਦੀ ਪੂਜਾ ਕਰਦਾ, ਡੁੱਬੂਗਾ ਹੀ ਡੁੱਬੂਗਾ। ਕਿਸ਼ਤੀ ਕਾਗਜ਼ ਦੀ, ਪੱਥਰ ਰੱਖੇ ਨੇ, ਮੂਰਤੀਆਂ ਰੱਖੀਆਂ ਨੇ। ਪੂਜਾ ਨਹੀਂ ਛੱਡਦਾ ਜਿੰਨਾ ਚਿਰ ਪੱਥਰ ਦੀ, ਡੁੱਬੂਗਾ। ਉਹਨੂੰ ਕੋਈ ਬਚਾ ਨਹੀਂ ਸਕਦਾ। ਜਦ ਮੂਰਤੀਆਂ ਨੂੰ ਚੱਕ ਕੇ ਸਮੁੰਦਰ ਸਿਰ ਦਿੰਦਾ, ਵੀ ਥੱਲੇ ਵੀ ਪੱਥਰ ਆ, ਤੁਸੀਂ ਪੱਥਰ ਭਾਈ, ਤੁਸੀਂ ਇਕੱਠੇ ਰਹੋ। ਸਮੁੰਦਰ ਦੇ ਥੱਲੇ ਕਿੰਨੇ ਪੱਥਰ ਨੇ, ਮੂਰਤੀਆਂ ਵੀ ਪੱਥਰ ਦੀਆਂ। ਪੱਥਰਾਂ ਨੂੰ ਵਿਛੋੜਦਾ ਨਹੀਂ, ਪੱਥਰ ਨਾਲ ਮਿਲਾ ਦਿੰਦਾ ਜਾ ਕੇ। ਰਹਿਮ ਕਰਦਾ ਉਹਨਾਂ ਦੇ, ਭਾਈ ਤੁਸੀਂ ਆਪਣੇ ਭਾਈਚਾਰੇ ਚਲੋ। ਥੱਲੇ ਤੁਹਾਡਾ ਭਾਈਚਾਰਾ, ਮੈਂ ਆਪਣੇ ਭਾਈਚਾਰੇ ਜਾਣਾ, ਤੁਸੀਂ ਆਪਣੇ ਜਾਓ। ਵਿਚਾਲੇ ਪਾਣੀ ਹੈ ਨਾ, ਥੱਲੇ ਵੀ ਪੱਥਰ ਹੈ। ਪੱਥਰ ਨੂੰ ਪੱਥਰ ਤੋਂ ਜੁਦਾ ਕਰਨਾ ਪਾਪ ਹੈ। ਉਹ ਮੂਰਤੀਆਂ ਵਿਚਾਰੀਆਂ ਆਪਣੇ ਮੋੜ ਨਾਲ ਮਿਲਣ ਜਾ ਕੇ, ਤੂੰ ਉਹ ਵਿੱਚ ਪਾਣੀ ਦੀਆਂ ਟੱਗੀਆਂ ਨੇ, ਖਾਮ ਖਾ ਉਹਨਾਂ ਸਰਾਫ ਲੈਣ। ਛੱਡ ਦੇ ਉਹਨਾਂ ਨੂੰ ਆਪਣੇ ਮੂਲ ਨਾਲ ਜਾ ਕੇ, ਤੂੰ ਆਪਣੇ ਮੂਲ ਨਾਲ ਜੁੜ ਜਾ ਕੇ। ਉਹਨਾਂ ਨੂੰ ਵਿਛੋੜੀ ਬੈਠਾ, ਆਪ ਵਿਛੜਦਾ। ਇੱਕ ਕਿਸ਼ਤੀ ਦੇ ਵਿੱਚੋਂ ਚੱਕ ਕੇ ਉਹਨਾਂ ਨੂੰ ਥੱਲੇ ਤਾਰਦੇ ਪਾਣੀ 'ਚ, ਆਪੇ ਜਾ ਕੇ ਆਪਣੇ ਮੂਲ ਨਾਲ ਜੁੜ ਜਾਣਗੀਆਂ। ਹਾਰ ਮੰਨ ਗਿਆ ਮਨ, ਮੂਰਤੀਆਂ ਪੱਥਰ ਦੀਆਂ ਜਲ ਪ੍ਰਵਾਹ ਕਰਤੀਆਂ ਨਾ, ਜਲ ਪ੍ਰਵਾਹ ਕਰਤੀਆਂ, ਪੁੰਨ ਖੱਟ ਲਿਆ। ਮੂਰਤੀਆਂ ਜਾ ਕੇ ਪੱਥਰ ਨਾਲ ਜੁੜ ਗਿਆ, ਥੱਲੇ ਮਿੱਟੀ ਨਾਲ ਜੁੜ ਗਈ ਜਾ ਕੇ। ਤੂੰ ਆਪਣੇ ਮੂਲ ਨਾਲ ਜੁੜ ਗਿਆ, ਚੱਲ ਤਰ ਗਿਆ। ਹਾਰੋ ਤਰਾ ਗੁਰ ਪ੍ਰਸਾਦੀ ਪਾਰ ਉਤਰੈ। ਗੁਰ ਪ੍ਰਸਾਦੀ ਗਿਆਨ ਦੀ ਕਿਰਪਾ, ਗਿਆਨ ਨਾਲ ਹੀ ਛੱਡੂਗਾ। ਗਿਆਨ ਤੋਂ ਬਿਨਾਂ ਕਿਵੇਂ ਛੱਡ ਦੂ? ਵੀ ਭਾਈ ਮੂਰਤੀਆਂ ਪੱਥਰ ਦੀਆਂ, ਥੱਲੇ ਸਮੁੰਦਰ ਪਾਣੀ ਦੇ ਵਿੱਚ ਪੱਥਰ, ਇਹਨਾਂ ਨੂੰ ਇਹਨਾਂ ਦੇ ਨਾਲ ਬਣਾਵਾਂ। ਮੂਰਤੀਆਂ ਤੇ ਪਰਉਪਕਾਰ ਕਰਾਂ, ਮੂਰਤੀਆਂ ਤੇ ਰਹਿਮ ਕਰਾਂ ਵਿਚਾਰੀਆਂ ਤੇ। ਪਾਣੀ ਰਹਿਣ ਵਾਲੀ ਚੀਜ਼ ਨੂੰ ਤਾਂ ਧੁੱਪੇ ਟੰਗਿਆ, ਘੜੀ ਘੜੀ ਪਾਣੀ ਪਾਉਣਾ ਫਿਰ ਉਹ ਤੇ। ਤੂੰ ਉਹਨਾਂ ਨੂੰ ਪਾਣੀ 'ਚ ਰਹਿਣ ਦੇ,
ਗੁਰ ਪ੍ਰਸਾਦੀ ਪਾਰ ਪਾਰ ਉਤਰੇ। ਉਤਰੇ। ਗਿਆਨ ਦੇ ਆਪਣੀ ਕਿਰਪਾ ਦੇ ਨਾਲ ਪਾਰ ਉਤਰ ਜਾਂਦਾ ਹੈ। ਦਾਸ ਕਬੀਰ ਕਹੇ ਸਮਝਾਏ ਕੇਵਲ RAM ਰਹੋ ਲਿਵ ਲਾਏ। ਦਾਸ ਕਬੀਰ ਕਹਿੰਦਾ ਸਮਝਾ ਕੇ ਸਾਰਿਆਂ ਨੂੰ, ਕੇਵਲ ਰਾਮ ਦੇ ਆਪਣੇ ਮੂਲ ਨਾਲ ਲਿਵਲਾ ਕੇ ਰਹੋ, ਆਪਣੇ ਮੂਲ ਨਾਲ ਜੁੜੇ ਰਹੋ। ਮੂਰਤੀ ਨੂੰ ਆਪਣੇ ਮੂਲ ਨਾਲ ਜੁੜ ਜਾਣ ਦਿਓ। ਜਿੰਨਾ ਚਿਰ ਮੂਰਤੀ ਨੂੰ ਨਹੀਂ ਜੁੜਨ ਦਿੰਦੇ ਆਪਣੇ ਮੂਲ ਨਾਲ, ਉਹਨਾਂ ਚਿਰ ਤੁਸੀਂ ਆਪਣੇ ਮੂਲ ਨਾਲ। ਮੂਰਤੀ ਤੁਹਾਨੂੰ ਨਹੀਂ ਜੁੜਨ ਦਿੰਦੀ ਆਪਣੇ ਮੂਲ ਨਾਲ, ਉਹ ਕਹਿੰਦੇ ਜੁੜਨ ਦਿਓ ਤੁਹਾਨੂੰ। ਜੇ ਤੁਸੀਂ ਉਹਨੂੰ ਨਹੀਂ ਜੁੜਨ ਦਿੰਦੇ, ਜੁੜਨ ਉਹ ਨਹੀਂ ਦਿੰਦੀ ਤੁਹਾਨੂੰ ਆਪਣੇ ਮੂਲ ਨਾਲ, ਮੂਰਤੀ ਵੀ ਨਹੀਂ ਜੁੜਨ ਦਿੰਦੀ। ਉਹ ਜੇ ਹੁਣ ਲੱਖ ਨੂੰ ਬੰਨੀ ਫਿਰਦਾ ਹੱਥਕੜੀ ਸਿਪਾਹੀ ਡਾਕੂ ਦੀ, ਜੇ ਡਾਕੂ ਨਹੀਂ ਛੱਡਦਾ ਲੱਖ ਉਹਨੂੰ ਵੀ ਨਹੀਂ ਛੱਡਦਾ, ਘਰ ਉਹਨੂੰ ਵੀ ਨਹੀਂ ਜਾਣ ਦਿੰਦਾ ਡਾਕੂ। ਜਿੰਨਾ ਜਦ ਸਿਪਾਹੀ ਦੀ ਪੇਟੀ ਨੂੰ ਹੱਥਕੜੀ ਬੰਨੀ ਹੋਈ ਹੈ ਨਾ ਡਾਕੂ ਦੀ, ਤਾਂ ਘਰ ਜਾ ਕੇ ਸੋਚਦੀ ਨਹੀਂ, ਸਿਪਾਹੀ ਵੀ ਨਹੀਂ ਸੁਣਦਾ ਵਿਚਾਰਾ ਉਹਨਾਂ ਚਿਰ। ਉਹ ਵੀ ਉਹ ਫਿਰਦਾ ਵੀ ਕੋਈ ਇਹਨੂੰ ਫੜੇ ਕਿਤੇ ਜਮ੍ਹਾਂ ਕਰਾਵਾਂ ਤਾਂ ਜਾਵਾਂ। ਮੂਰਤੀਆਂ ਨੂੰ ਜਮ੍ਹਾਂ ਕਰਾ ਦਿਓ, ਜਾ ਕੇ ਆਪਣੇ ਘਰ ਨੂੰ ਜਾਓ। ਮੂਰਤੀਆਂ ਵੱਜ ਗਏ, ਜਿਵੇਂ ਸਿਪਾਹੀ ਡਾਕੂ ਨੂੰ ਵੱਜਿਆ ਵਿਚਾਰਾ। ਜੇ ਛੱਡ ਦੇਵੇ ਤਾਂ ਉਹ ਛੱਡ ਸਕਦਾ ਨਹੀਂ। ਉਹਨੂੰ ਪੁੱਛਣਗੇ ਤੂੰ ਭਾਈ ਡਾਕੂ ਛੱਡਿਆ, ਸਮਝਿਆ ਨਹੀਂ? ਜਿਵੇਂ ਉਹ ਕਾਲਾ ਵੀ ਇਹਨੂੰ ਕੋਈ ਲੈ ਲੇ ਤੇ ਮੈਂ ਜਾਵਾਂ ਆਪਣੇ ਘਰ ਨੂੰ, ਪਰ ਇਹ ਕਾਲੇ ਦੀ ਮੂਰਤੀਆਂ ਇਹ ਕਾਲੇ ਦੀ। ਕਾਲੇ ਜਦ ਪੈਂਦੇ ਜਾਂ ਗਿਆਨ ਹੋ ਜਾਂਦਾ, ਫਿਰ ਕਾਲੇ ਪੈਂਦਾ। ਜਿਹਨੂੰ ਗਿਆਨ ਹੋ ਜਾਂਦਾ ਸਿਪਾਹੀ ਵਾਂਗੂ ਕਹਿੰਦਾ ਵੀ ਛੇਤੀ ਇਹ ਮੇਰੇ ਨਾਲ ਖੋਲੋ, ਇਹਨੂੰ ਆਪਣੇ ਨੂੰ ਸੰਭੋ, ਮੈਂ ਜਾਵਾਂ ਆਪਣੇ ਘਰ ਨੂੰ। ਇਹ ਗਿਆਨ ਸਾਨੂੰ ਨਹੀਂ ਹੈ ਬਸ। ਇਸ ਕਰਕੇ ਗੁਰਪ੍ਰਸਾਦੀ ਪਾਰ ਉਤਰੇ ਵਾਲੀ ਗੱਲ ਤਾਂ ਹੈ। ਗਿਆਨ ਹੋਊ ਤਾਂ ਪਾਰ ਉਤਾਰਾ ਹੋਊ, ਤਾਂ ਛੱਡਾਂਗੇ, ਉਹਨੂੰ ਛੱਡ ਨਹੀਂ ਹੁੰਦੀਆਂ।